ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਿਲਿਆਂ ਦੇ ਪਾਠ ਚੱਲ ਰਹੇ ਹੈਗੇ, ਜਿਸ ਵਿੱਚ 11ਵੇਂ ਸੋਲਹੇ ਦੇ 7 ਪਦਿਆਂ ਤੱਕ ਦੇ ਕੱਲ ਪਾਠ ਹੋਏ ਸਨ। ਅੱਜ ਅੱਗੋਂ ਪਾਠ ਕਰਨਾ ਹੈ। हर जियो की है सब सिरकारा, ए जम क्या करे विचारा, हुक्मी बंदा हुक्म कमावे, हुक्मे कटदा साहा है। हर जियो की है सब सिरकारा, ए जम क्या करे विचारा, हुक्मी बंदा हुक्म कमावे, हुक्मे कटदा साहा है। हर जियो की है सब सिरकारा, सिरकारा तो पावे सरकार, सारियां दे सिर दे उत्ते जिसदा हुक्म चलदा है, सिरकारा हुक्म। उस हरि दा हुक्म सारे संसार दे विच वरत रहा है। हर जियो की है सब सिरकारा, सारियां दे सिर दे उत्ते हुक्मे अंदर सब को, बाहर हुक्म ना कोई, सारे ही उसदे हुक्म विच असी बजे हुए है। गुरु नानक पातशाह ने उस सच दे हुक्म नू खोज के इस गल दे उत्ते ध्यान असी दईए। गुरु नानक पातशाह ने कोई नवा हुक्म नहीं बनाया। गुरु नानक पातशाह ने उस सच दा हुक्म ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਮੁੱਢ ਤੋਂ ਹੀ ਜਿਹੜਾ ਸੱਚ ਸੀ ਉਸ ਹੁਕਮ ਨੂੰ ਖੋਜਿਆ। ਉਹ ਹੁਕਮ ਖੋਜ ਕੇ ਸਾਨੂੰ ਸਾਂਝ ਪਾਈਏ ਕਿ ਅਸੀਂ ਵੀ ਉਸ ਹੁਕਮ ਨੂੰ ਬੁੱਝ ਕੇ ਸਮਝ ਕੇ ਆਪਣਾ ਜੀਵਨ ਸੁਧਾਰ ਸਕੀਏ, ਆਪਣਾ ਜੀਵਨ ਸੋਹਣਾ ਬਣਾ ਸਕੀਏ। ਉਸ ਹੁਕਮ ਨੂੰ ਜਦੋਂ ਤੱਕ ਅਸੀਂ ਉਸ ਹੁਕਮ ਨੂੰ ਨਹੀਂ ਬੁੱਝਦੇ, ਜਦੋਂ ਤੱਕ ਅਸੀਂ ਹੁਕਮ ਨੂੰ ਨਹੀਂ ਸਮਝਦੇ, ਅਸੀਂ ਇਸ ਤਰ੍ਹਾਂ ਅਸੀਂ ਆਪਣਾ ਜੀਵਨ ਬਤੀਤ ਕਰੀ ਜਾ ਰਹੇ ਹੈਗੇ, ਜਿਸ ਤਰ੍ਹਾਂ ਕਿ ਬਗੈਰ ਸਮਝਦੇ, ਜਿਸ ਤਰ੍ਹਾਂ ਸਾਡੇ ਕੋਲ ਕੋਈ ਐਡਰੈਸ ਨਾ ਹੋਏ ਔਰ ਅਸੀਂ ਫਿਰਦੇ ਜਾ ਰਹੀ ਹੋਏ ਬਿਨਾਂ ਕਿਸੇ ਸਮਝਦੇ, ਬਿਨਾਂ ਉਸਦੇ ਅਸੀਂ ਅੱਗੇ ਪਿੱਛੇ ਘੁੰਮਦੇ ਜਾ ਰਹੇ ਹੋਏ। ਤੇ ਸਾਰਾ ਹੁਕਮ ਪਰਮਾਤਮਾ ਦਾ ਹੀ ਵਰਤ ਰਿਹਾ ਹੈਗਾ। ਇਹ ਜਮ ਕਿਆ करे विचारा, इतना विचारा अगर विचार ले नहीं आया, थॉट ले नहीं आया, विचारा तो पावे विचारा निमाना उदे बस की है। जम जेड़ा आ रहा है वो अपने आप कुछ कार विहार नहीं कर रहा, वो भी हुक्म विच बजा होया। जम दे स्पेलिंग वाल असी ध्यान दईए ना, ये जम एक वचन दे रूप विच आया, पर एक वचन दे अधीन है, समझ लिए सारे ही विकार ਇੱਕ ਜਮ ਦੇ ਅਧੀਨ ਆ ਜਾਂਦੇ ਹੈਗੇ ਤੇ ਸਾਰੇ ਹੀ ਵਿਕਾਰਾਂ ਦਾ ਜ਼ਿਕਰ ਚੱਲ ਰਿਹਾ ਹੈਗਾ। ਇਹ ਜਮ ਕਿਆ ਕਰੇ ਵਿਚਾਰਾ, ਉਹ ਵਿਚਾਰਾ ਜਮ ਕੀ ਕਰ ਸਕਦਾ, ਉਹ ਵੀ ਹੁਕਮਾਂ ਦਾ ਬੱਝਾ ਹੋਇਆ। ਜਦੋਂ ਸਾਡੇ ਉੱਤੇ ਕਾਮ ਪ੍ਰਭਾਵ ਪਾਉਂਦਾ ਹੈ ਤੇ ਕਾਮ ਰੂਪ ਜਮ ਸਾਡੇ ਨੂੰ ਆਤਮਕ ਮੌਤ ਮਾਰ ਦਿੰਦਾ ਹੈਗਾ। ਇਹ ਕਾਮ ਰੂਪ ਜਮ ਜਿਹੜਾ ਹੁਕਮ ਵਿੱਚ ਬੱਝਾ ਹੋਇਆ ਹੈਗਾ। ਕ੍ਰੋਧ ਲੋਭ ਮੋਹ ਅਹੰਕਾਰ ਰੂਪ ਜਮ ਜਿਹੜੇ ਹੈਗੇ ਉਹ ਵੀ ਹੁਕਮ ਵਿੱਚ ਬੱਝੇ ਹੋਏ ਹੈਗੇ। ਉਹ ਵਿਚਾਰੇ ਕੀ ਕਰਨ ਜਦੋਂ ਸਾਡੀ ਸੁਰਤ ਕਿਧਰੀ ਮਹਿਲ ਵੱਲ ਜਾਂਦੀ ਹੈਗੀ ਹੈ। ਉਹ ਵਿਕਾਰ ਆ ਕੇ ਸਾਨੂੰ ਆਤਮਕ ਮੌਤ ਮਾਰ ਦਿੰਦੇ ਹੈਗੇ, ਹੁਕਮ ਵਿੱਚ ਬੱਝੇ ਹੋਏ ਹੈਗੇ। ਉਹ ਵਿਚਾਰੇ ਕੀ ਕਰਨ। ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ। ਕਹਿੰਦੇ ਹੁਕਮੀ ਬੰਦਾ ਹੈ, ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ। ਕਹਿੰਦੇ ਨੇ ਜਿਹੜਾ ਸਵਾਸ ਕੱਢ ਰਿਹਾ ਨਾ, ਸਾਹਾ ਅੱਖਰ ਕੱਲ ਵੀ ਆਇਆ ਸੀਗਾ। ਸਰੀਰਿਕ ਮੌਤ, ਜਦੋਂ ਸਵਾਸ ਸਰੀਰ ਵਿੱਚੋਂ ਨਿਕਲ ਜਾਂਦੇ ਨੇ, ਸਰੀਰ ਦੀ ਮੌਤ ਹੋ ਜਾਂਦੀ ਹੈ। ਇੱਥੇ ਆਤਮਕ ਮੌਤ ਦਾ ਜ਼ਿਕਰ ਕਰ ਰਹੇ ਹੈਗੇ ਗੁਰੂ ਸਾਹਿਬ। ਉਸਦੇ ਹੁਕਮ ਬੰਦਾ ਹੁਕਮ ਵਿੱਚ ਹੀ ਇਸ ਤਰ੍ਹਾਂ ਦਾ ਨਿਯਮ ਬਣਾਏ ਹੋਏ ਹੈਗੇ ਨੇ, ਇਸ ਤਰ੍ਹਾਂ ਦਾ ਹੁਕਮ ਕੀਤਾ ਹੋਇਆ ਹੈ। ਉਹ ਹੁਕਮ ਵਿੱਚ ਬੰਦੇ ਹੋਏ ਅਸੀਂ ਕਿਉਂਕਿ ਧਿਆਨ ਦਈਏ ਨਾ, ਅਸੀਂ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈਗਾ, ਕੋਈ ਡਾਕੂ ਡਾਕੇ ਪਾ ਰਿਹਾ ਹੈਗਾ, ਆਤਮਕ ਮੌਤ ਤੋਂ ਪਹਿਲੇ ਮਰਿਆ ਤਾਂ ਜਾ ਕੇ ਉਸਨੇ ਇਹੋ ਜਿਹਾ ਕੰਮ ਕੀਤਾ ਹੈ।
ਤੇ ਅਖੀਰ ਵਿੱਚ ਕੀ ਕਹਿੰਦਾ, ਮੇਰੇ ਕੋਲੋਂ ਕੰਮ ਕਰਾ ਦਿੱਤਾ, ਮੈਨੂੰ ਸੋਝੀ ਨਹੀਂ ਰਹੀ, ਮੇਰੇ ਕੋਲੋਂ ਕਿਸੇ ਹੋਰ ਨੇ ਕੰਮ ਕਰਾ ਦਿੱਤਾ। ਤੇ ਫਿਰ ਅਸੀਂ ਇਹ ਨਾ ਸੋਚਣ ਲੱਗ ਪਈਏ ਕਿ ਇਹ ਜਿਹੜਾ ਵਿਕਾਰ ਸੀਗਾ ਇਹਨੇ ਮੇਰੇ ਕੋਲੋਂ ਇਹੋ ਜਿਹਾ ਕੰਮ ਕਰਾਇਆ ਹੀ ਕਿਉਂ। ਪਰ ਗੁਰੂ ਸਾਹਿਬ ਕਹਿ ਰਹੇ ਨੇ ਉਹ ਵਿਚਾਰਾ ਵੀ ਕੀ ਕਰੇ, ਉਹ ਵੀ ਹੁਕਮ ਵਿੱਚ ਬੱਝਾ ਹੋਇਆ ਹੈਗਾ, ਹੁਕਮ ਦੇ ਅਧੀਨ ਹੀ ਸਾਡੇ ਕੋਲੋਂ ਇਹ ਕੰਮ ਕਰਾ ਗਿਆ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹ ਹੈ। ਸਾਹ ਜਿਹੜਾ ਇੱਥੇ ਅੱਖਰ ਆਇਆ ਹੈ ਨਾ, ਉਹ ਆਤਮਕ ਮੌਤ ਦੇ ਲਈ ਆਇਆ ਹੈ। ਆਤਮਕ ਮੌਤ ਵੀ ਜਿਹੜੇ ਮਾਰ ਰਿਹਾ ਹੈਗਾ ਉਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਬੱਝਾ ਹੋਇਆ। ਜੀ ਹਰਵਿੰਦਰ ਵੀਰ ਜੀ। ਇੱਥੇ ਵਾਲਾ ਗੱਲ ਚੱਲਦੀ ਕਿ ਕਹਿੰਦਾ ਨਾ, ਹਾਰ ਜੀਓ ਕੀ ਹੈ ਸਭ ਸਰਕਾਰਾ। ਜਿਹੜਾ ਸੰਸਾਰ ਆਮ ਤੌਰ ਦੇ ਉੱਤੇ ਨਾ ਉਹਨੇ ਕਈ ਦੇਵੀ ਦੇਵਤਾ ਕਈ ਉਹਨੇ ਮੰਨ ਲਿੱਤੇ ਸਨ। ਇੱਥੇ ਇੱਕ ਹੋਰ ਥਾਂ ਤੇ ਸ਼ਬਦ ਆਉਂਦਾ ਹੈ, ਕਹਿੰਦੇ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ। ਹੁਣ ਇੱਕ ਸਰਕਾਰ ਦੇ ਹੇਠਾਂ ਨਾ ਇੱਕ ਕਹਿ ਲਓ ਇੱਕ ਜੁਡੀਸ਼ਰੀ ਸਿਸਟਮ ਆਉਂਦਾ ਹੈ। ਅਸੀਂ ਪਹਿਲਾਂ ਵਿਚਾਰਿਆ ਸੀ ਕਿ ਬਈ ਉਡਾ ਰਹੇ ਸੀ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਵੀ ਰੱਬ ਨੇ ਨਾ ਇਹ 3 ਸਿਸਟਮ ਇਨ ਪਲੇਸ ਰੱਖੇ, ਵੀ ਪ੍ਰੋਡਕਸ਼ਨ ਦਾ, ਮੇਨਟੇਨੈਂਸ ਦਾ ਤੇ ਡਿਸਟਰਕਸ਼ਨ ਦਾ। ਉਹਨੇ 3 ਸਿਸਟਮ ਬਣਾਏ ਤਾਂ ਕਿ ਜਗਤ ਦੀ ਕੰਟੀਨਿਊਟੀ ਚੱਲਦੀ ਰਹੇ। ਫਿਰ ਉਸੇ ਨੇ ਮਾਨੋ ਨਾ ਇੱਕ ਸਾਡੇ ਵਾਸਤੇ ਇੱਕ ਜੁਡੀਸ਼ਰੀ ਸਿਸਟਮ, ਇੱਕ ਲਾਅ ਐਨਫੋਰਸਮੈਂਟ ਸਿਸਟਮ, ਇੱਕ ਬਿਊਰੋਕ੍ਰੇਸੀ ਦਾ ਸਿਸਟਮ ਰੱਬ ਨੇ ਉਹ ਵੀ ਜਿਹੜਾ ਇੱਥੇ ਇਸ ਤੋਂ ਪਹਿਲਾਂ ਉਹ ਕਹਿੰਦੇ ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਅਸੀਂ ਜਿਹਨੂੰ ਧਰਮ ਇਸ ਬੜਾ ਕੱਲ ਆਪਣੇ ਨੂੰ ਜਿਹੜਾ ਸ਼ਬਦ ਕਿਹਾ ਸੀ, ਕਹਿੰਦਾ ਅਫਰਿਓ ਜਮ ਮਾਰਿਆ ਨਾ ਜਾਏ। ਅਫਰਿਆ ਪਾਓ ਬੜਾ ਹੰਕਾਰਿਆ। ਅੱਜ ਦੇਖੋ ਸਾਰੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ, ਇੰਸਪੈਕਟਰ ਹੁੰਦੇ ਨੇ, ਕਿਤਨੇ ਆਕੜੇ ਹੁੰਦੇ ਨੇ, ਸਾਰੇ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਨਾ ਸਾਰੇ, ਲੇਕਿਨ ਉਹ ਹੈਨ ਕੀ ਐਕਚੁਅਲੀ ਉਹ ਹੈਨ ਪਬਲਿਕ ਸਰਵੈਂਟ ਸਾਰੇ ਦੇ ਸਾਰੇ। ਅਫਰਿਆ ਤੇ ਬੜਾ ਹੁੰਦਾ, ਉਹ ਬੜਾ ਆਕੜਿਆ ਹੋਇਆ ਹੁੰਦਾ ਕਿ ਮੈਂ ਤੁਹਾਨੂੰ ਅੰਦਰ ਕਰ ਸਕਣਾ ਵਾ, ਕਹਿੰਦੇ ਲੇਕਿਨ ਇਹ ਹੈਨ ਸਾਰੇ ਦੇ ਸਾਰੇ। ਜੇ ਇਹ 3 ਸਿਸਟਮ ਸਨ, ਬਈ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਕਹਿ ਲਓ, ਜਾਂ ਡਾਈਜੈਸਟਿਵ ਸਿਸਟਮ ਕਹਿ ਲਓ, ਰੀਪਰੋਡਕਟਿਵ ਸਿਸਟਮ, ਹੋਰ ਨਰਵਸ ਸਿਸਟਮ ਕਹਿ ਲਓ, ਵੀ ਇੱਥੇ ਇਸ ਥਾਂ ਦੇ ਉੱਤੇ ਜੁਡੀਸ਼ਰੀ ਕਹਿ ਲਓ, ਐਨਫੋਰਸਮੈਂਟ ਕਹਿ ਲਓ, ਬਿਊਰੋਕ੍ਰੇਸੀ ਕਹਿ ਲਓ, ਇਹ ਹੈ ਸਾਰੇ ਉਸ ਮਾਲਕ ਦੀ ਸਰਕਾਰ ਦਾ ਹੀ ਹਿੱਸਾ ਨੇ। ਹੁਣ ਕੱਲ ਜਿਹੜਾ ਲਾਈਨ ਗਿਆ ਸੀ ਬਈ ਅਫਰਿਓ ਜਮ ਮਾਰਿਆ ਨਾ ਜਾਏ, ਹੁਣ ਇੱਕ ਹੋਰ ਸ਼ਬਦ ਹੈ, ਕਹਿੰਦਾ ਧਰਮ ਰਾਏ ਨੂੰ ਹੁਕਮ ਹੈ ਵਹ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਕਹਿੰਦੇ ਬਈ ਧਰਮ ਰਾਏ ਨੂੰ ਨਾ ਕਿਤੋਂ ਧਰਮਰਾਜ, ਭਾਵੇਂ ਅਸੀਂ ਧਰਮ ਰਾਜਾ ਕਹਿੰਦੇ ਪਿਆ, ਉਹ ਕਹਿੰਦਾ ਧਰਮ ਰਾਏ ਹੈ ਹਰ ਕਾ ਕੀਆ। ਉਹ ਬਣਾਇਆ ਕਿਹਦਾ ਹੈ, ਉਹਨੂੰ ਸਿਸਟਮ ਚ ਉਹਨੂੰ ਜੌਬ ਕਿਹਨੇ ਲਗਾਈ ਹੈ। ਜੇ ਕੋਈ ਜੱਜ ਹੈ, ਜੇ ਕਿਸੇ ਸਰਕਾਰ ਦਾ ਸਿਸਟਮ ਹੈ ਨਾ, ਸਰਕਾਰ ਕੋਲੋਂ ਪੈਸੇ ਲੈਂਦਾ, ਉਹਦੀ ਕ੍ਰੀਏਟਡ ਹੈ, ਉਹ ਆਪਣੇ ਆਪ ਤੋਂ ਇੰਡੀਪੈਂਡੈਂਟ ਨਹੀਂ ਹੈ। ਉਹਨੂੰ ਜਿਹੜਾ ਕਨਸਟੀਟਿਊਸ਼ਨ ਦੇ ਲਿਖੇ ਹੋਏ ਸੰਵਿਧਾਨ ਨੇ ਉਹਦੇ ਹਿਸਾਬ ਤੇ ਉਹਨੂੰ ਫੈਸਲੇ ਕਰਨੇ ਪੈਂਦੇ ਨੇ। ਉਹ ਨਹੀਂ ਕਹਿ ਸਕਦਾ ਕਿ ਮੇਰਾ ਮਨ ਐਵੇਂ ਕਰਦਾ। ਕਹਿੰਦੇ ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ। ਉਹ ਧਰਮ ਰਾਏ ਨੂੰ ਹੁਕਮ ਹੈ ਵਹ ਸੱਚਾ ਧਰਮ ਵਿਚਾਰ, ਕਹਿੰਦੇ ਦੂਜੇ ਪਾਏ, ਜਿਨ੍ਹਾਂ ਨੂੰ ਰੱਬੀ ਹੁਕਮ ਪਸੰਦ ਨਹੀਂ ਆ ਰਹੇ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਸੰਦ ਨਹੀਂ ਆ ਰਿਹਾ, ਵੀ ਪਰ ਕਾ ਬੁਰਾ ਨਾ ਰਾਖੋ ਚੀਤ, ਪਰੀਦਾ ਬੁਰੇ ਦਾ ਭਲਾ ਕਰ, ਜਿਨ੍ਹਾਂ ਨੂੰ ਇਹ ਹੁਕਮ ਪਸੰਦ ਨਹੀਂ ਆ ਰਹੇ ਨਾ, ਉਹ ਦੂਜੇ ਭਾਈ ਵਿੱਚ ਜੀਵਨ ਵਾਲੇ। ਤੇ ਰੱਬ ਧਰਮ ਰਾਏ ਨੂੰ ਕੀ ਆਖਦਾ ਪਿਆ, ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਕਹਿੰਦੇ ਦੂਜੇ ਭਾਈ ਦੁਸ਼ਟ ਆਤਮਾ। ਇਹ ਜਿਹੜੇ ਆਤਮਾਵਾਂ, ਜਿਹੜੀ ਦੁਸ਼ਟ ਆਤਮਾਵਾਂ ਨਾ, ਜਿਨ੍ਹਾਂ ਨੂੰ ਹੈ ਆਤਮਾ ਰੱਬ ਦਾ ਹੀ ਪੁੱਤਰ ਹੈ, ਕੋਈ ਕਹੋ ਕਬੀਰ ਰਾਮ ਕੀ ਅੰਸ਼, ਲੇਕਿਨ ਬਈ ਕਈ ਵਾਰ ਜਿਹੜਾ ਮਾਪਿਓ ਨਾ ਉਹਨਾਂ ਨੂੰ ਬੱਚਿਆਂ ਨੂੰ ਥੋੜਾ ਡਾਢਾ ਹੋ ਕੇ ਵਰਦ, ਜੇ ਬੱਚਾ ਨਲਾਇਕ ਹੋ ਜਾਵੇ, ਬੱਚਾ ਜਾ ਕੇ ਕਿਸੇ ਹੋਰ ਬੱਚੇ ਨੂੰ ਕੁੱਟ ਕੇ ਆ ਜਾਵੇ ਬਾਹਰ, ਤੇ ਮਾਪਿਓ ਨੂੰ ਥੋੜੀ ਸਜ਼ਾ ਵੀ ਦੇਣੀ ਪੈਂਦੀ ਬੱਚੇ ਨੂੰ। ਕਹਿੰਦੇ ਵੀ ਧਰਮ ਰਾਏ ਨੂੰ ਹੁਕਮ ਹੈ ਬੇ ਸੱਚਾ ਹੁਕਮ ਵਿਚਾਰ, ਕਹਿੰਦੇ ਦੂਜੇ ਭਾਈ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਹੁਣ ਅੱਜ ਕੱਲ੍ਹ ਆਪਣੀ ਕਿਸੇ ਬੰਦੇ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ। ਹੁਣ ਦੇਖੋ ਨਾ, ਹਰ ਇੱਕ ਜਿਹੜਾ ਦੇਸ਼ ਦਾ ਨਾਗਰਿਕ ਹੈ, ਉਹ ਤੇ ਹੈ ਤੇ ਉਹ ਉਸੇ ਦੇਸ਼ ਦਾ ਵਸਨੀਕ ਹੈ। ਹੁਣ ਜਦੋਂ ਉਹ ਕਾਬੂ ਨਹੀਂ ਰਹਿੰਦਾ ਨਾ, ਜਦੋਂ ਉਹ ਐਸੇ ਕੰਮ ਕਰਦਾ, ਜਦੋਂ ਹੁਕਮ ਵੀ ਚੱਲਣਾ ਛੱਡ ਦਿੰਦਾ, ਉਹ ਕਿਸੇ ਦਾ ਕਤਲ ਕਰਦਾ ਪਿਆ, ਕਿਸੇ ਨੂੰ ਮਾਰਦਾ ਪਿਆ, ਉਹਨੂੰ ਕੀ ਕਹਿੰਦੇ, ਉਹਨੂੰ ਕਹਿੰਦੇ ਜੇਲ੍ਹ ਵਿੱਚ ਬੰਦ ਕਰ ਦਿਓ। ਫਿਰ ਉਹ ਜੇਲਰ ਦੀ ਸਰਕਾਰ ਨੂੰ ਸਾਰੇ ਆ ਜਾਂਦੇ। ਕਹਿੰਦੇ ਇਹ ਤੇਰੀ ਸਰਕਾਰ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਕਹਿੰਦੇ ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਹੁਣ ਇਹਨੇ ਧਰਮਰਾਜ ਨੂੰ ਸੌਂਪ ਦਿੱਤਾ, ਜਮਦੂਤ ਨੂੰ ਸੌਂਪ ਦਿੱਤਾ। ਹੁਣ ਤੂੰ ਇਹਨਾਂ ਦਾ ਮੇਰੇ ਕੋਲੋਂ ਮੈਂ ਜਿਸ ਤਰ੍ਹਾਂ ਚਲਾਉਣਾ ਚਾਹੁੰਦਾ ਸੀ ਉਸ ਤਰ੍ਹਾਂ ਨਹੀਂ ਚੱਲਦੇ ਪਏ। ਹੁਣ ਤੇਰੇ ਕੰਟਰੋਲ ਵਿੱਚ ਨੇ, ਜਿਸ ਤਰ੍ਹਾਂ ਮਰਜ਼ੀ ਤੂੰ ਇਹਨਾਂ ਨੂੰ
साम लै कहंदे हर जियो की है सब सिरकारा कहंदे ਇਹ ਜਮ क्या करे विचारा। ਹੁਣ ਅਸੀਂ ਦੇਖਿਆ ਨਾ ਵੀ ਅਸੀਂ ਦੇਖਿਆ ਵੀ ਅਸੀਂ ਇੱਕ ਪਾਸੇ ਕਹਿਣਾ ਚਾਲੂ ਕਰ ਦਿੱਤਾ ਵੀ ਇੰਦਰ ਦੇਵਤਾ ਗੁਰੂ ਕੀ ਕਹਿੰਦਾ ਪਿਆ ਕਹਿੰਦਾ ਭੈ ਵਿੱਚ ਇੰਦ ਫਿਰੇ ਸਿਰ ਭਾਰ। ਅਸੀਂ ਕਹਿਣਾ ਚਾਲੂ ਕਰ ਦਿੱਤਾ ਵੀ ਭੈ ਵਿੱਚ ਰਾਜਾ ਇੱਥੇ ਕਹਿੰਦੇ ਭੈ ਵਿੱਚ ਰਾਜਾ ਧਰਮ ਦੁਆਰ। ਉਹ ਹਰ ਇੱਕ ਜੋ ਰੱਬ ਨੇ ਜਿਹੜਾ ਵੀ ਉਹ ਕਹਿੰਦੇ ਵੀ ਉਹ ਕੋਈ ਚੀਜ਼ ਜਿਹੜੀ ਹੈ ਨਾ ਜਿਹੜਾ ਵੀ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਨੇ ਆ ਵੀ ਏਕਾ ਮਣੀ ਜੁਗਤ ਜਾਈ ਉਹਦੇ ਕਹਿੰਦੇ ਨੇ ਵੀ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਉਹ ਸਾਰੇ ਸਿਸਟਮ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਹੈ ਨਾ ਉਹ ਕੇਵਲ ਇੱਕ ਤੇ ਇੱਕ ਮਾਲਕ ਹੈ। ਉਹਨੇ ਸਿਸਟਮਸ ਇਨ ਪਲੇਸ ਪਾਏ ਹੋਏ ਨੇ। ਇੱਕੋ ਸ਼ਬਦ ਸੀ ਉਹ ਕਹਿੰਦੇ ਕਿਆ ਉੱਠ ਉੱਠ ਦੇਖੋ ਬਪੜੇ ਇਸ ਮੇਘੇ ਹੱਥ ਕਿਛ ਨਾ ਹੈ। ਕਹਿੰਦਾ ਤੁਸੀਂ ਬੜਾ ਉੱਠ ਕੇ ਦੇਖਦੇ ਹੋ ਬਰਸਾਤ ਪੈਂਦੀ ਨਹੀਂ ਪੈਂਦੀ ਚਲੋ ਇੰਦਰ ਦੇਵਤਾ ਨੂੰ ਅਸੀਂ ਖੁਸ਼ ਕਰ ਲਈਏ ਉਹਦੀ ਪੂਜਾ ਕਰੀਏ। ਵੀ ਕਈ ਜਗ੍ਹਾ ਤੇ ਹਵਨ ਹੁੰਦੇ ਨੇ ਫਿਰ ਉਹ ਪੰਡਤਾਂ ਨੂੰ ਚੁੱਕ ਕੇ ਉਹ ਡਰਮ ਵਿੱਚ ਪਾਉਂਦੇ ਨੇ। ਉਹ ਕਹਿੰਦੇ ਵੀ ਉਹ ਕਿਆ ਉੱਠ ਉੱਠ ਦੇਖੋ ਬਪੜੇ ਕਹਿੰਦੇ ਇਸ ਮੇਘੇ ਹੱਥ ਕਿਛ ਨਾ ਹੈ ਜਿਨ ਇਹ ਮੇਘ ਪਠਾਇਆ ਸੋ ਰਾਖੋ ਮਨ ਮਾਏ। ਜਿਸਨੇ ਬਰਸਾਤ ਇੰਦਰ ਦੇਵਤਾ ਜਿਹਨੇ ਭੇਜਿਆ ਹੈ ਨਾ ਕਹਿੰਦਾ ਉਹਨੂੰ ਚੇਤੇ ਕੀਤਾ ਕਰੋ। ਕਹਿੰਦਾ ਇਹ ਜਮ ਕਿਆ ਕਰੇ ਵਿਚਾਰਾ। ਉਹ ਇਹਦੇ ਪਾਵਰ ਇਹਨੂੰ ਤੇ ਕੁਝ ਉਹਨੇ ਕਨਸਟੀਟਿਊਸ਼ਨਲ ਗਾਈਡਲਾਈਨਸ ਨੇ ਵੀ ਤੂੰ ਇਹਦੇ ਹਿਸਾਬ ਤੇ ਆਪਣੀ ਡਿਊਟੀ ਕਰਦੇ ਜਾਣਾ ਹੈ। ਇਹ ਜਮ ਕਿਆ ਕਰੇ ਵਿਚਾਰਾ ਪਾਓ ਇਹਦੇ ਅੰਦਰ ਆਪਣੇ ਆਪ ਅੰਦਰ ਕੋਈ ਤਾਕਤ ਨਹੀਂ ਹੈ। ਕਹਿੰਦਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੜਦਾ ਸਾਹਾ। ਉਹ ਤੇ ਜੋ ਰੱਬ ਨੇ ਨਿਯਮ ਉਹਦੇ ਸਿਰ ਦੇ ਉੱਤੇ ਲਿਖ ਕੇ ਦੇ ਦਿੱਤੇ ਨੇ। ਹਾਂ ਉਹ ਸਾਡੇ ਵਾਸਤੇ ਇੱਕ ਲਾਅ ਐਨਫੋਰਸਮੈਂਟ ਏਜੰਸੀ ਜ਼ਰੂਰ ਹੈ ਵੀ ਜਿਹੜੇ ਬੰਦੇ ਦੁਸ਼ਟ ਆਤਮਾ ਹੋ ਜਾਂਦੇ ਨੇ ਦੂਜੇ ਭਾਈ ਜਿਨ੍ਹਾਂ ਨੂੰ ਇਹ ਨਿਯਮ ਪਸੰਦ ਨਹੀਂ ਆ ਰਹੇ ਜਿਨ੍ਹਾਂ ਨੂੰ ਰੱਬੀ ਜੀਵਨ ਜਾਚ ਜਿਨ੍ਹਾਂ ਨੂੰ ਇਹ ਸੁਚੱਜਾ ਜੀਵਨ ਜਿਨ੍ਹਾਂ ਨੂੰ ਪਸੰਦ ਨਹੀਂ ਆ ਰਿਹਾ ਜਿਨ੍ਹਾਂ ਦਾ ਜੀਵਨ ਕੁਚੱਜਾ ਹੈ ਜਿਨ੍ਹਾਂ ਨੂੰ ਜੀਵਨ ਜੀਵਨ ਦਾ ਚੱਜ ਆਚਾਰ ਨਹੀਂ ਸਮਝ ਆ ਰਿਹਾ ਉਹ ਦੂਜੇ ਭਾਈ ਵਾਲੇ ਦੁਸ਼ਟ ਆਤਮਾ ਕਹਿੰਦੇ ਇਹ ਫਿਰ ਤੇਰੀ ਸਰਕਾਰ ਹੁਣ ਇਹਨਾਂ ਨੂੰ ਤੂੰ ਜੋ ਚਾਹੇ ਸਜ਼ਾ ਦੇ ਸਕਣਾ ਹੈ ਇਹਨਾਂ ਨੂੰ। ਕਹਿੰਦਾ ਵੀ ਜਿਹੜਾ ਜਦ ਤੱਕ ਇਹ ਹੁਕਮ ਹੈ ਕਹਿੰਦਾ ਵੀ ਇਹ ਜਮ ਕਿਆ ਕਰੇ ਵਿਚਾਰਾ ਪਾਓ ਵਿਚਾਰਾ ਤਾਂ ਪਾਓ ਤਾਂ ਉਹਦੇ ਆਪਣੇ ਆਪ ਵਿੱਚ ਕੋਈ ਡਿਸੀਜਨ ਲੈਂਦੀ ਹੈ ਉਹਦੇ ਕੇਵਲ ਹੁਕਮਾਂ ਦਾ ਭੱਜਿਆ ਹੋਇਆ। ਕਹਿੰਦੇ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੜਦਾ ਸਾਹਾ। ਜੇ ਕਿਸੇ ਦੇ ਆਤਮਕ ਮੌਤ ਦਾ ਕਾਰਨ ਬੰਦਾ ਪਿਆ ਨਾ ਕੁਛ ਵੀ ਜੇ ਕਿਸੇ ਨੇ ਕਹਿੰਦੇ ਕੱਲ ਲਾਈਨ ਕੋਟ ਹੋ ਰਹੀ ਸੀ ਕਹਿੰਦੇ ਗੱਲਾਂ ਉੱਪਰ ਤਪਾਵਸ਼ ਨਾ ਹੋਵਈ ਵਿਸ ਖਾਦੀ ਤਤਕਾਲ ਮਰ ਜਾਵੇ। ਵੀ ਮੇਰੀਆਂ ਗੱਲਾਂ ਦੇ ਨਾਲ ਨਾ ਕੁਛ ਨਹੀਂ ਹੋਣ ਵਾਲਾ ਜੇ ਜ਼ਹਿਰ ਖਾਓਗੇ ਨਾ ਗੱਲਾਂ ਉੱਪਰ ਤਪਾਵਸ਼ ਨਾ ਹੋਵਈ ਵਿਸ ਖਾਦੀ ਕਹਿੰਦੇ ਮਤ ਜਾਨ ਸ਼ਹਿ ਗੱਲੀ ਪਾਇਆ। ਰੱਬ ਨੂੰ ਮਿੱਠੀਆਂ ਗੱਲਾਂ ਦੇ ਨਾਲ ਉਹਨੂੰ ਉਹ ਵੀ ਛੋਟਾ ਬੱਚਾ ਨਹੀਂ ਹੈ ਬਈ ਮਾਥੇ ਤੇ ਲੱਕ ਹੱਥ ਮਾਲਾ ਪਾਣਾ ਲੋਗਨ ਰਾਮ ਖਿਲੋਣਾ ਜਾਣ ਮਤ ਜਾਨ ਸ਼ਹਿ ਗੱਲੀ ਪਾਇਆ। ਰੱਬ ਨੂੰ ਜਿਹੜਾ ਨਾ ਉਹ ਗੱਲਾਂ ਦੇ ਨਾਲ ਉਹਨੂੰ ਨਹੀਂ ਰਜਾਇਆ ਜਾ ਸਕਦਾ। ਤੇ ਉਹ ਕਹਿੰਦੇ ਵਿਸ ਖਾਦੀ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਵੇ। ਜੇ ਤੂੰ ਜ਼ਹਿਰ ਖਾਏਗਾ ਤੇ ਤੇਰੀ ਆਤਮਕ ਮੌਤ ਨਿਸ਼ਚਿਤ ਹੈ। ਇਹ ਜਿਹੜੇ 5 ਵਿਕਾਰ ਰੂਪੀ ਜਮ ਨੇ ਇਹਨਾਂ ਨੇ ਤੈਨੂੰ ਆਤਮਕ ਮੌਤ ਮਾਰ ਦੇਣਾ ਹੈ। ਪਾਓ ਤੇਰੇ ਸਰੀਰਕ ਮੌਤ ਜਿਹੜੀ ਹੁੰਦੀ ਉਹਦੇ ਅੰਦਰ ਸਾਹ ਕੱਢ ਲਿੱਤੇ ਜਾਂਦੇ ਨੇ ਫਿਜ਼ੀਕਲ ਸਾਹ। ਤੇ ਇਹ ਸੇਮ ਦ੍ਰਿਸ਼ਟਾਂਤ ਦੇ ਕੇ ਗੁਰੂ ਸਾਹਿਬ ਕਹਿੰਦੇ ਪਏ ਨੇ ਵੀ ਉਹ ਜਿਹੜੇ ਵਿਕਾਰ ਰੂਪੀ ਜਮ ਨੇ ਨਾ ਉਹ ਤੇਰੀ ਆਤਮਕ ਮੌਤ ਦਾ ਸਵਾਸ ਖਿੱਚ ਲੈਂਦੇ ਨੇ ਉਹ ਤੇਰੀ ਆਤਮਕ ਮੌਤ ਦਾ ਉਹ ਕਾਰਨ ਬਣ ਜਾਂਦੇ। ਹਾਂਜੀ ਜੀ ਵੀਰ ਜੀ ਜੀ ਸੁਖਵਿੰਦਰ ਵੀਰ ਜੀ। हाँ सुखविंदर वीर जी आप जी दी आवाज नहीं आ रही। भूपिंदर वीर जी ने अजय ज्वाइन। हाँ जी वीर जी वो ना म्यूट हो गया मैंने पता नहीं लगा। जी जी वीर जी। ਵੀਰ ਜੀ ਗੁਰਬਾਣੀ ਦੇ ਵਿੱਚ ਜਿਹੜੇ ਇਸ ਸੰਬੰਧ ਦੇ ਵਿੱਚ ਜਿਹੜੀ ਸਰਕਾਰ ਦੀ ਗੱਲ ਚੱਲ ਰਹੀ ਹੈ ਨਾ ਇਹ ਆਤਮਕ ਮੌਤ ਵਾਲੀ ਸਰਕਾਰ ਦੀ ਗੱਲ ਨਹੀਂ ਚੱਲ ਰਹੀ। ਇਹ ਜੰਮ ਵਾਲੀ ਸਰਕਾਰ ਦੀ ਵੀ ਗੱਲ ਨਹੀਂ ਚੱਲ ਰਹੀ। ਇਹ ਹਰਜੀਓ ਕੀ ਸਰਕਾਰਾਂ ਵਾਲੀ ਗੱਲ ਚੱਲ ਰਹੀ ਸੀ। ਪਿਛਲੇ ਬੰਦਾਂ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਉਹ ਜੰਮ ਕੀ ਸਰਕਾਰ ਵਾਲੀ ਗੱਲ ਚੱਲ ਰਹੀ ਸੀ ਕਿਉਂਕਿ ਗੁਰਬਾਣੀ ਦੇ ਵਿੱਚ ਨਾ ਸਰਕਾਰ ਦੀ ਵੀ ਡੈਫੀਨੇਸ਼ਨ ਸਤਿਗੁਰੂ ਜੀ ਨੇ ਆਪ ਹੀ ਦਿੱਤੀ ਹੈ। ਉੱਥੇ ਸਤਿਗੁਰੂ ਜੀ ਆਖਦੇ ਨੇ ਮਾਇਆ ਮੋਹ ਪਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨ ਮੁਖ ਜਮ ਮਗ ਪਾਇਨ ਕੋਏ ਨਾ ਸੁਣੈ ਪੁਕਾਰਾ। ਇਹ ਜਿਹੜੀ ਸਰਕਾਰ ਸੀ ਨਾ ਜਿੱਥੇ ਜਦੋਂ ਦੇਖੋ ਮਨ ਦੇ ਅੰਦਰ ਪਰਮਾਤਮਾ ਜੀ ਨੇ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਆਪ ਵਿਰਾਜਮਾਨ ਹੋ ਕੇ ਆਪਣਾ ਕੰਟਰੋਲ ਰੱਖਿਆ ਹੋਇਆ। ਉੱਥੇ ਆਪਣੀ ਸਰਕਾਰ ਸਿਰਫ ਪਰਮਾਤਮਾ ਜੀ ਦੀ ਸਰਕਾਰ ਹੀ ਰਹਿੰਦੀ ਹੈ ਕੁਦਰਤ ਦੇ ਵਿੱਚ। ਉਸ ਤੋਂ ਇਲਾਵਾ ਕੋਈ ਉੱਥੇ ਦਖਲ ਦੇ ਹੀ ਨਹੀਂ ਸਕਦਾ। ਲੇਕਿਨ ਸਤਿਗੁਰੂ ਜੀ ਨੇ ਇਸ ਮਨ ਦੇ ਵਿੱਚ ਆ ਕੇ ਇੱਥੇ ਮਨ ਨੂੰ ਜਿਹੜੀ ਅੰਦਰ ਵਾਲੀ ਖੇਡ ਹੈ ਨਾ
ਮਨ ਨੂੰ ਬਿਲਕੁਲ ਸਾਨੂੰ ਆਜ਼ਾਦ ਕੀਤਾ। ਜਿਸ ਅਸੀਂ ਗੱਲ ਕਰਨੇ ਨਾ, ਅਸੀਂ ਮਨ ਹੀ ਹਾਂ। ਮਨ ਸਾਨੂੰ ਆਜ਼ਾਦੀ ਇਹ ਦਿੱਤੀ ਹੋਈ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਆਪਣੇ ਅੰਦਰ ਜੰਮ ਦੀ ਸਰਕਾਰ ਤੁਸੀਂ ਪੈਦਾ ਕਰਨੀ ਹੈ, ਤੁਸੀਂ ਆਪਣੇ ਅੰਦਰ ਕੀ ਕਹਿੰਦੇ ਆ ਹਰ ਜੀਓ ਕੀ ਸਰਕਾਰ ਪੈਦਾ ਕਰਨੀ, ਇਹ ਕਹਿੰਦੇ ਤੁਹਾਡੇ ਹੱਥ ਵਿੱਚ ਹੈ। ਉਹ ਕਿਸ ਤਰ੍ਹਾਂ ਕਹਿੰਦੇ ਨੇ, ਜੇ ਤੁਸੀਂ ਹੁਕਮ ਦੇ ਵਿੱਚ ਚੱਲੋਗੇ, ਹੁਕਮ ਦਾ ਬੰਦਾ ਬਣੋਗੇ, ਭਾਵ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜੇ ਤੁਸੀਂ ਆਪਣੇ ਧਿਆਨ ਨੂੰ ਸ਼ਬਦ ਦੇ ਵਿੱਚ ਜੋੜੋਗੇ, ਹੁਕਮ ਵਿੱਚ ਜੋੜੋਗੇ, ਤਾਂ ਤੁਸੀਂ ਹੁਕਮੀ ਬੰਦਾ ਤੇ ਤੁਸੀਂ ਹੁਕਮ ਨੂੰ ਕਮਾਵੋਗੇ। ਤਾਂ ਕੀ ਹੋਏਗਾ, ਕਹਿੰਦੇ ਨੇ ਤੁਹਾਡੇ ਅੰਦਰ ਹੁਕਮ ਹੀ ਨਿਵਾਸ ਕਰੇਗਾ। ਉੱਪਰ ਜਿਸ ਨੂੰ ਆਖਦੇ ਸੀ ਨਿਰਭਉ ਸੱਚ ਪਾਈਐ, ਸੱਚ ਹੀ ਰੂਪੀ ਹੁਕਮ ਹੀ ਸਾਡੇ ਮਨ ਦੇ ਵਿੱਚ ਨਿਵਾਸ ਕਰੇਗਾ। ਹੁਣ ਫਿਰ ਉਹ ਮਨ ਜਿਹਦੇ ਕੋਲ ਸੱਚ ਹੈ, ਉਹ ਮਨ ਸੱਚ ਦੇ ਨਾਲ ਹੁਣ ਪੂਰੀ ਅੰਦਰ ਵਾਲੀ ਸ੍ਰਿਸ਼ਟੀ ਤੇ ਸਰਕਾਰ ਆਪਣੀ ਚਲਾਏਗਾ। ਉਸਨੂੰ ਕਹਿੰਦੇ ਨੇ ਹਰ ਜੀਓ ਕੀ ਹੈ ਸਭ ਸਰਕਾਰਾ। ਉਹਦੇ ਵਿੱਚ ਜੰਮ ਕੁਝ ਨਹੀਂ ਕਰ ਸਕਦਾ, ਜੰਮ ਦੀ ਬਿਲਕੁਲ ਨਹੀਂ ਚਲੇਗੀ ਉਸ ਸਰਕਾਰ ਦੇ ਵਿੱਚ, ਜੰਮ ਦਾ ਇੰਟਰਫੇਅਰ ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਨੇ ਇਹ ਜੰਮ ਕਿਆ ਕਰੇ ਵਿਚਾਰਾ। ਕਿਉਂ? ਕਿਉਂਕਿ ਜਿਹੜਾ ਇਹ ਮਨ ਸੀ ਨਾ, ਉਹ ਹੁਕਮੀ ਬੰਦਾ ਬਣ ਗਿਆ ਹੈ, ਹੁਕਮ ਨੂੰ ਕਮਾ ਰਿਹਾ ਹੈ, ਹੁਕਮੇ ਕੱਢਦਾ ਸਾਹਾ ਹੈ। ਕੱਲ ਵਾਲੇ ਬੰਦਾ ਵਿੱਚ ਆਇਆ ਸੀ, ਜੰਮ ਕਾਢ ਲਏਗਾ ਸਾਹਾ ਹੈ। ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੀ ਕਹਿੰਦੇ ਨੇ, ਜਦੋਂ ਜੰਮ ਦੀ ਸਰਕਾਰ ਹੁੰਦੀ ਹੈ ਸਾਡੇ ਅੰਦਰ ਮਨ ਦੇ ਉੱਤੇ, ਜਦੋਂ ਸਾਡੇ ਅੰਦਰ ਮਨ ਜਮਾ ਵਾਲੇ, ਜਿਸ ਨੂੰ ਵੀਰ ਜੀ ਨੇ ਹੁਣ ਇੱਕ ਸ਼ਬਦ ਕੋਟ ਕੀਤਾ ਸੀ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹ ਦੂਜੇ ਭਾਏ ਦੁਸ਼ਟ ਦੇ ਟੱਟੇ ਨੂੰ ਅਖੀਰ ਵਾਲਾ, ਦੁਸ਼ਟ ਦੇ ਟ ਤੇ ਲਾਸਟ ਤੇ ਔਂਕੜ ਹੈ, ਉੱਥੇ ਅਸੀਂ ਪੌਜ਼ ਦੇਣਾ ਹੈ। ਇਹ ਸਤਿਗੁਰੂ ਜੀ ਦੀ ਜਿਹੜੀ ਗੁਰਬਾਣੀ ਉਚਾਰੀ ਹੈ, ਬਹੁਤ ਪਿਆਰਾ ਸਾਨੂੰ ਸਤਿਗੁਰੂ ਜੀ ਨੇ ਸਮਝਾਇਆ ਹੋਇਆ ਹੈ। ਉਹਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਆਖ ਰਹੇ ਹਨ ਕਿ ਜਿਹੜਾ ਧਰਮ, ਅਸੀਂ ਧਰਮ ਰਾਜ ਨੂੰ ਵੀ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਵਿੱਚੋਂ ਧਰਮ ਰਾਜ ਆਖਿਆ ਕਿਸ ਨੂੰ ਗਿਆ, ਇਸੇ ਸ਼ਬਦ ਦੇ ਵਿੱਚ ਹੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਧਰਮ ਰਾਏ ਕੀ ਹੈ। ਧਰਮ ਰਾਜ ਨੂੰ ਦੱਸਦੇ ਨੇ, ਕਹਿੰਦੇ ਨੇ ਰਾਜਾ ਤਾਂ ਕਹਿੰਦੇ ਨੇ ਰਾਏ ਤਾਂ ਕਹਿੰਦੇ ਰਾਜਾ ਨੂੰ। ਉਹ ਧਰਮ ਹੈ ਸੱਚਾ, ਸੱਚ ਨੂੰ ਧਰਮ ਕਹਿੰਦੇ ਨੇ, ਉਸੇ ਸ਼ਬਦ ਵਿੱਚ ਜਿਸ ਨੂੰ ਆਖਦੇ ਨੇ ਸੱਚਾ ਧਰਮ। ਸੱਚ ਨੂੰ ਆਖਦੇ ਨੇ ਧਰਮ। ਜਦੋਂ ਅੰਦਰਲਾ ਮਨ ਸੱਚ ਨੂੰ ਸੱਚ ਨੂੰ ਲਿਖਿਆ ਨਾ, ਜਿੱਥੇ ਲਿਖਿਆ ਨਾ ਬੈ ਸੱਚਾ ਧਰਮ ਵਿਚਾਰ, ਜਦੋਂ ਮਨ ਆਪਣੇ ਨਾਲ ਹੁਣ ਸੱਚ ਨੂੰ ਬਿਠਾ ਲੈਂਦਾ ਹੈ, ਸੱਚ ਰੂਪੀ ਧਰਮ ਨੂੰ ਬਿਠਾ ਲੈਂਦਾ ਹੈ, ਤਾਂ ਮਨ ਭਾਵ ਜਦੋਂ ਮਨ ਆਪਣੇ ਅੰਦਰ ਸੱਚ ਨੂੰ ਵਸਾ ਲੈਂਦਾ ਹੈ। ਧਰਮ ਕੀ ਹੈ? ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਧਰਮ ਦ੍ਰਿੜੋ ਹਰ ਨਾਮ ਧਿਆਵੋ। ਜਦੋਂ ਮਨ ਹੁਣ ਨਾਮ ਧਿਆਉਣ ਲੱਗ ਜਾਂਦਾ ਹੈ, ਮਨ ਦੇ ਅੰਦਰਲੇ ਤਖਤ ਤੇ, ਮਨ ਆਪਣੇ ਅੰਦਰ ਜਿਹੜੀ ਸਰਕਾਰ ਹੈ, ਉੱਥੇ ਹੁਣ ਮਨ ਧਰਮ ਨੂੰ ਬਿਠਾ ਲੈਂਦਾ ਹੈ, ਭਾਵ ਨਾਮ ਨੂੰ ਬਿਠਾ ਲੈਂਦਾ ਹੈ, ਤਾਂ ਮਨ ਉਹ ਧਰਮ ਵਾਲਾ ਰਾਜਾ ਬਣ ਜਾਂਦਾ, ਹੁਣ ਧਰਮ ਕਮਾਉਣ ਵਾਲਾ ਰਾਜਾ ਬਣ ਜਾਂਦਾ। ਇੱਥੇ ਧਰਮ ਰਾਏ ਕੋਈ ਅਨਮਤੀ ਵਿਚਾਰਾਂ ਵਾਲੇ ਧਰਮ ਰਾਏ ਜਿਹਨੂੰ ਸਤਿਗੁਰੂ ਜੀ ਐਕਸਪਲੇਨ ਨਹੀਂ ਕਰ ਰਹੇ ਨੇ। ਕਹਿੰਦੇ ਨੇ ਹੁਣ ਕੀ ਹੋ ਗਿਆ, ਜਿਹੜਾ ਮਨ ਰਾਜਾ ਸੀ ਨਾ, ਹੁਣ ਉਹ ਧਰਮ ਰਾਏ ਹੋ ਗਿਆ ਹੈ। ਪਹਿਲਾਂ ਹੁਣ ਉਹਦੇ ਅੰਦਰ ਵਾਲੇ ਸਰਕਾਰ, ਜਿਹੜਾ ਮਨ ਅੰਦਰ ਵਾਲੀ ਸ੍ਰਿਸ਼ਟੀ ਤੇ ਸਰਕਾਰ ਕਰ ਰਿਹਾ, ਹੁਣ ਉਹ ਧਰਮ ਰਾਏ ਵਾਲੀ ਸਰਕਾਰ ਕਰ ਰਿਹਾ। ਹੁਣ ਵੈ ਸੱਚਾ ਧਰਮ ਵਿਚਾਰ, ਹੁਣ ਉੱਥੇ ਮਨ ਨੇ ਇਸ ਧਰਮ ਨੂੰ ਬਿਠਾ ਲਿਆ ਹੈ। ਪਹਿਲਾਂ ਜਿੱਥੇ ਜਿਸ ਨੂੰ ਆਖ ਰਹੇ ਨਾ ਗੁਰਬਾਣੀ, ਸੱਚ ਖੰਡ ਵਸੈ ਨਿਰੰਕਾਰ, ਪਹਿਲਾਂ ਮਨ ਦੇ ਵਿੱਚ ਨਿਰੰਕਾਰ ਨਹੀਂ ਵਸ ਰਿਹਾ ਸੀ, ਮਨ ਦੇ ਵਿੱਚ ਧਰਮ ਨਹੀਂ ਵਸ ਰਿਹਾ ਸੀ, ਮਨ ਦੇ ਵਿੱਚ ਨਾਮ ਨਹੀਂ ਵਸ ਰਿਹਾ ਸੀ। ਹੁਣ ਮਨ ਦੇ ਵਿੱਚ ਧਰਮ ਵਸਾ ਲਿਆ ਮਨ ਨੇ, ਹੁਣ ਉਹ ਮਨ ਧਰਮ ਵਾਲਾ ਰਾਜਾ ਬਣ ਗਿਆ ਹੈ। ਧਰਮ ਵਾਲਾ ਰਾਜਾ ਬਣ ਗਿਆ ਤੇ ਇਸ ਪੁਰੀ ਨੂੰ ਕੀ ਆਖਦੇ ਨੇ? ਇਸ ਪੁਰੀ ਨੂੰ ਆਖਦੇ ਨੇ ਗੁਰਪੁਰ ਵਾਸੀ। ਗੁਰਪੁਰ ਵਾਸੀ ਹੋ ਗਿਆ ਮਨ, ਗੁਰੂ ਦੀ ਪੁਰੀ ਵਿੱਚ ਨਿਵਾਸ ਕਰ ਰਿਹਾ, ਧਰਮ ਦੀ ਪੁਰੀ ਵਿੱਚ ਨਿਵਾਸ ਕਰ ਰਿਹਾ, ਇਹਨੂੰ ਆਖਦੇ ਨੇ ਸੱਚਖੰਡ ਵਿੱਚ ਨਿਵਾਸ ਕਰ ਰਿਹਾ। ਲੇਕਿਨ ਜਦੋਂ ਅਸੀਂ ਆਪਣੇ ਮਨ ਨੂੰ ਦੂਜੇ ਭਾਵ ਦੇ ਵਿੱਚ ਜਦੋਂ ਸਾਡਾ ਮਨ ਦੁਸ਼ਟ ਹੋ ਜਾਂਦਾ ਹੈ, ਜਿਸ ਨੂੰ ਆਖਦੇ ਨੇ ਦੂਜੇ ਭਾਏ ਦੁਸ਼ਟ, ਉੱਥੋਂ ਫਿਰ ਇਹ ਮਨ ਦੀ ਸ੍ਰਿਸ਼ਟੀ ਦੀ ਸਰਕਾਰ, ਜੰਮ ਦੀ ਸਰਕਾਰ, ਉਸਨੂੰ ਆਖਦੇ ਨੇ ਜੰਮਪੁਰ ਬੱਧੇ ਮਾਰੀਅਨ ਕੋਏ ਨਾ ਸੁਣੇ। ਉਹ ਫਿਰ ਅੰਦਰ ਵਾਲੀ ਸ੍ਰਿਸ਼ਟੀ ਦਾ ਨਾਮ ਪੈ ਜਾਂਦਾ ਹੈ ਜੰਮਪੁਰ। ਉੱਥੇ ਫਿਰ ਧਰਮ ਰਾਏ ਨਹੀਂ ਬਹਿ ਕੇ ਉਹ ਸਤਿਗੁਰੂ, ਉੱਥੇ ਫਿਰ ਰਾਜਾ ਧਰਮ ਵਾਲਾ ਨਹੀਂ ਹੁੰਦਾ, ਉਹ ਰਾਜਾ ਹੁੰਦਾ ਹੈ ਜੰਮ ਵਾਲਾ, ਦੂਜੇ ਭਾਵ ਵਾਲਾ। ਦੂਜੇ ਭਾਵ ਦੇ ਵਿੱਚ ਚੱਲ ਰਿਹਾ, ਉਹ ਦੁਸ਼ਟ ਹੋ ਜਾਂਦਾ ਹੈ, ਦੂਜੇ ਪਾਏ ਦੁਸ਼ਟ। ਉੱਥੇ ਆਤਮਾ ਦੀ ਗੱਲ ਕਰ ਰਹੇ, ਆਤਮਾ ਉਹ ਤੇਰੀ ਸਰਕਾਰ। ਹੁਣ ਕੀ ਹੋ ਗਿਆ, ਜਿਹੜੀ ਆਤਮਾ ਅੰਦਰ ਬੈਠੇ ਨੇ, ਜੇ ਆਤਮਾ ਰੂਪੀ ਸਤਿਗੁਰੂ ਜੀ ਬੈਠਦੇ ਨੇ,
ਫਿਰ ਆਤਮਾ ਰੂਪੀ ਸਤਿਗੁਰੂ ਜੀ ਉਹ ਦੁਸ਼ਟ ਮਨ ਨੂੰ ਸਜ਼ਾ ਦਿੰਦੇ ਨੇ। ਭਾਵ ਉਸ ਦੁਸ਼ਟ ਮਨ ਦੇ ਗੁਣ ਗਲਣੇ ਸਟਾਰਟ ਹੋ ਜਾਂਦੇ ਨੇ। ਉਹ ਦੁਸ਼ਟ ਜਿਹੜਾ ਮਨ ਦੁਸ਼ਟ ਬਣ ਚੁੱਕਾ ਹੈ, ਧਰਮ ਕਮਾ ਕੇ ਸੱਚ ਨਹੀਂ ਬਣਿਆ, ਉਹ ਮਨ ਜਿਹਨੇ ਧਰਮ ਕਮਾ ਕੇ ਸੱਚ ਬਣਨਾ ਸੀ ਉਹ ਸੱਚ ਨਹੀਂ ਬਣਿਆ। ਜਿਸ ਨੂੰ ਸਤਿਗੁਰੂ ਜੀ ਅੱਜ ਵਾਲੇ ਸ਼ਬਦ ਵਿੱਚ ਆਖਦੇ ਨੇ ਨਾ, ਹੁਕਮੇ ਕੱਢਦਾ ਸਾਹਾ ਹੈ। ਦੋ ਤਰ੍ਹਾਂ ਨਾਲ ਗੁਰਬਾਣੀ ਦੇ ਵਿੱਚ ਇਹ ਐਕਸਪਲੇਨ ਕੀਤਾ ਗਿਆ, ਜਮ ਕਾਢ ਲਏਗਾ ਸਾਹਾ ਹੈ ਤੇ ਹੁਕਮੇ ਕੱਢਦਾ ਸਾਹਾ ਹੈ। ਜਮ ਕਾਢ ਲਏਗਾ ਸਾਹਾ ਹੈ ਉਹ ਸੀ ਆਤਮਕ ਮੌਤ। ਉਹ ਆਤਮਕ ਮੌਤ ਵਾਲੀ ਗੱਲ ਹੈ, ਜਦੋਂ ਸਾਡੇ ਮਨ ਤੇ ਦੂਜੇ ਭਾਵ ਦਾ ਕੰਟਰੋਲ ਹੋ ਜਾਂਦਾ, ਦੂਜਾ ਭਾਵ ਵਸ ਜਾਂਦਾ ਹੈ, ਉਹ ਜਮ ਕੀ ਸਰਕਾਰ ਹੋ ਜਾਂਦੀ ਹੈ। ਉਹ ਸਾਨੂੰ ਸਤਿਗੁਰੂ ਜੀ ਦੀ ਸਿੱਖਿਆਵਾਂ ਤੋਂ ਵਿਛੋੜ ਦਿੰਦਾ। ਇਸ ਨੂੰ ਆਖਦੇ ਨੇ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਗੁਰਬਾਣੀ ਦੇ ਵਿੱਚ ਆਉਂਦੇ ਨੇ, ਕਹਿੰਦੇ ਨੇ ਮਿਰਤਕ ਕਉ ਪਾਇਓ ਤਨ ਸਾਸਾ ਵਿਛਰਤ ਆਨ ਮਿਲਾਇਆ। ਇਹ ਜਿਹੜਾ ਹੁਕਮੇ ਕੱਢਦਾ ਸਾਹਾ ਹੈ, ਇਹ ਕੀ ਸੀ? ਜਿਹੜਾ ਮਨ ਪਹਿਲਾਂ ਜਮਾ ਰੂਪੀ ਮੱਤ ਦੇ ਵਿੱਚ ਆਤਮਕ ਮੌਤ ਵਿੱਚ ਮਰਿਆ ਹੋਇਆ ਸੀ ਤੇ ਜਮਾ ਵਾਲੇ ਪਵਨ ਦੇ ਵਿੱਚ ਜੀ ਰਿਹਾ ਸੀ। ਜਿਸ ਨੂੰ ਆਖਦੇ ਨੇ ਨਾ, ਇੱਕ ਤਾਂ ਹੈ ਪਵਨ ਗੁਰੂ, ਗੁਰੂ ਦੀ ਮੱਤ ਵਾਲੀ ਪਵਨ, ਇੱਕ ਹੈ ਜਮ ਦੀ ਮੱਤ ਵਾਲੀ ਪਵਨ, ਜਮ ਵਾਲੀ ਮੱਤ ਵਾਲੀ ਆਕਸੀਜਨ। ਪਵਨ ਨੇ ਨਾ ਮਨ ਨੇ ਤਾਂ ਚੱਲਣਾ, ਪਵਨ ਲੈਣੀ ਹੀ ਲੈਣੀ ਹੈ। ਉਹ ਪਵਨ ਕਿਹੜੀ ਹੈ? ਗੁਰੂ ਵਾਲੀ ਪਵਨ। ਗੁਰੂ ਵਾਲੀ ਹੈ ਕਿ ਪਵਨ ਦੂਜੇ ਭਾਵ ਵਾਲੀ ਹੈ? ਜਦੋਂ ਮਨ ਦੂਜੇ ਭਾਵ ਵਾਲੀ ਆਕਸੀਜਨ ਦੇ ਨਾਲ ਜੀਂਦਾ ਹੈ ਤਾਂ ਅੰਦਰ ਵਾਲੀ ਜਿਹੜੀ ਸਤਿਗੁਰੂ ਜੀ ਦੀ ਵੱਲ ਗੁਰੂ ਵਾਲੀ ਆਕਸੀਜਨ ਹੈ, ਜਿਸ ਨੂੰ ਆਖਦੇ ਨੇ ਜਮ, ਉਹ ਸਾਹ ਕੱਢ ਲੈਂਦਾ ਹੈ। ਇਸ ਨੂੰ ਗੁਰਬਾਣੀ ਇਸ ਤਰ੍ਹਾਂ ਕਹਿੰਦੇ ਨੇ ਮਿਰਤਕ ਕਉ ਪਾਇਓ ਤਨ ਸਾਸਾ। ਇਹਦਾ ਭਾਵ ਕੀ ਹੈ? ਮਿਰਤਕ ਕਉ ਪਾਇਓ ਤਨ ਸਾਸਾ ਭਾਵ ਵਿਛਰਤ ਆਨ ਮਿਲਾਇਆ। ਜਦੋਂ ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੇ ਨਾਲ ਮਿਲਾ ਲੈਂਦੇ ਨੇ, ਜਦੋਂ ਮਨ ਨਾਮ ਨੂੰ ਆਪਣੇ ਅੰਦਰ ਵਸਾ ਲੈਂਦਾ, ਇਸ ਨੂੰ ਆਖਦੇ ਨੇ ਹੁਕਮੇ ਕੱਢਦਾ ਸਾਹਾ ਹੈ। ਭਾਵ ਹੁਣ ਜਿਹੜਾ ਮਿਰਤਕ ਹੋ ਗਿਆ ਸੀ ਉਹਦੇ ਵਿੱਚ ਦੁਬਾਰਾ ਸਾਹ ਪੈ ਗਏ। ਸਾਹ ਕਿਹੜੇ ਪੈ ਗਏ? ਜਮ ਵਾਲੇ ਸਾਹ ਕੱਢ ਲਿੱਤੇ ਸਤਿਗੁਰੂ ਜੀ ਨੇ, ਦੂਜੇ ਭਾਵ ਵਾਲੇ ਸਵਾਸ ਕੱਢ ਲਏ, ਦੂਜੇ ਭਾਵ ਵਾਲੀ ਪਵਨ ਨਿਕਲ ਗਈ। ਹੁਣ ਉੱਥੇ ਪਵਨ ਕਿਹੜੀ ਸਟਾਰਟ ਹੋ ਗਈ? ਪਵਨ ਗੁਰੂ ਵਾਲੀ, ਪਵਨ ਹੁਕਮ ਵਾਲੀ। ਹੁਕਮੇ ਦੇ ਜਦੋਂ ਸਾਡੇ ਅੰਦਰ ਸਤਿਗੁਰੂ ਜੀ ਨਿਵਾਸ ਕਰਦੇ ਹਨ, ਜਦੋਂ ਸਾਡੇ ਮਨ ਵਿੱਚ ਨਾਮ ਦਾ ਨਿਵਾਸ, ਹੁਕਮ ਦਾ ਨਿਵਾਸ ਹੋ ਜਾਂਦਾ ਹੈ, ਤਾਂ ਸਤਿਗੁਰੂ ਜੀ ਸਾਡੇ ਸਭ ਤੋਂ ਪਹਿਲੇ ਮਿਰਤਕ ਹੋ ਚੁੱਕੇ, ਆਤਮਕ ਤੌਰ ਤੇ ਮਰੇ ਹੋਏ ਸਾਡੇ ਮਨ ਨੂੰ ਮਿਰਤਕ ਕੋ ਪਾਇਓ ਤਨ ਸਾਸਾ ਕਰਦੇ ਨੇ। ਉਸ ਪਾਇਓ ਤਨ ਸਾਸਾ ਦਾ ਭਾਵ ਕੀ ਹੈ? ਕਹਿੰਦੇ ਨੇ ਵਿਛਰਤ ਆਨ ਮਿਲਾਇਆ ਕਰ ਰਹੇ, ਆਪਣੇ ਸ਼ਬਦ ਦੇ ਨਾਲ ਮਿਲਾਣਾ, ਇਹ ਹੈ ਹੁਕਮੇ ਕੱਢਦਾ ਸਾਹਾ ਹੈ। ਤੇ ਜਦੋਂ ਅਸੀਂ ਦੂਜੇ ਭਾਵ ਵਿੱਚ ਜੀਵਨ ਬਤੀਤ ਕਰਦੇ ਹਾਂ, ਉਸ ਨੂੰ ਆਖਦੇ ਨੇ, ਸਤਿਗੁਰੂ ਜੀ ਆਖਦੇ ਨੇ, ਉਸ ਨੂੰ ਕਹਿੰਦੇ ਨੇ ਮਿਰਤਕ ਹੋ ਗਿਆ ਉਹ ਬੰਦਾ, ਉਹ ਆਤਮਕ ਮੌਤ ਮਰਿਆ ਹੋਇਆ। ਸਤਿਗੁਰੂ ਜੀ ਹੁਕਮ ਦੇ ਨਾਲ ਆਤਮਕ ਮੌਤ ਵਾਲਾ ਸਾਹ ਕੱਢ ਕੇ ਸਾਨੂੰ ਤਨ ਸਾਸਾ ਪਾ ਲੈਂਦੇ, ਭਾਵ ਆਪਣੇ ਨਾਲ ਮਿਲਾ ਲੈਂਦੇ ਨੇ। ਇੱਥੇ ਉਹ ਗੱਲ ਉੱਚੀ ਆਤਮਕ ਅਵਸਥਾ ਵਾਲੀ ਗੱਲ ਕਰ ਰਹੇ ਨੇ। ਹਰਜੀਓ ਕੀ ਸਰਕਾਰਾਂ ਨੂੰ ਐਕਸਪਲੇਨ ਕਰ ਰਹੇ ਨੇ ਇਸ ਸੰਬੰਧ ਵਿੱਚ। ਹਰਜੀਓ ਕੀ ਸਰਕਾਰ ਕਿਵੇਂ ਕੰਮ ਕਰਦੀ ਹੈ? ਜਦੋਂ ਜਮ ਕੀ ਸਰਕਾਰ ਹੁੰਦੀ ਹੈ ਤਾਂ ਉਹ ਸਾਨੂੰ ਆਤਮਕ ਮੌਤ ਮਾਰ ਦਿੰਦੀ ਹੈ। ਜਦੋਂ ਸਤਿਗੁਰੂ ਜੀ ਦੀ ਸਰਕਾਰ ਆਉਂਦੀ ਹੈ ਮਨ ਤੇ, ਜਦੋਂ ਸਤਿਗੁਰੂ ਜੀ ਦਾ ਨਾਮ ਵਸਦਾ, ਫਿਰ ਉਹ ਨਾਮ ਸਤਿਗੁਰੂ ਮਨ ਨਾਮ ਦੇ ਨਾਲ ਸਰਕਾਰ ਚਲਾਉਂਦਾ ਹੈ, ਹੁਕਮ ਦੇ ਨਾਲ ਸਰਕਾਰ ਚਲਾਉਂਦਾ ਹੈ। ਉਹਦੇ ਵਿੱਚ ਕੀ ਕਰਦੇ ਨੇ? ਸਭ ਤੋਂ ਪਹਿਲਾਂ ਦੂਜੇ ਭਾਵ ਨੂੰ ਮਾਰ ਦਿਆ ਜਾਂਦਾ ਹੈ, ਦੂਜੇ ਭਾਵ ਨੂੰ ਅੰਦਰੋਂ ਖਤਮ ਕਰ ਦਿੱਤਾ ਜਾਂਦਾ ਹੈ। ਉਸ ਨੂੰ ਕਹਿੰਦੇ ਨੇ ਹੁਕਮੇ, ਉਹ ਦੂਜੇ ਭਾਵ ਦਾ ਸਾਹ ਕੱਢ ਦਿੱਤਾ। ਉੱਥੇ ਹੁਣ ਕਿਹੜੇ ਸਾਹ ਚੱਲ ਰਹੇ ਨੇ? ਮਿਲਾਪ ਵਾਲੇ, ਵਿਛਰਤ ਆਣ ਮਿਲਾਇਆ ਹੋ ਗਿਆ। ਹੁਣ ਹੁਕਮ ਦੇ ਨਾਲ ਮਨ ਮਿਲਿਆ ਹੈ ਤੇ ਮਨ ਹੁਣ ਆਪਣੀ ਪ੍ਰਜਾ ਨੂੰ ਵੀ, ਜਿਸ ਨੂੰ ਕਹਿੰਦੇ ਨੇ ਇੰਦਰੇ ਕਰਮ ਇੰਦਰੇ, ਆਪਣੇ ਤਨ ਨੂੰ ਵੀ ਮਿਲਾ ਕੇ ਰੱਖਦਾ ਹੈ। ਹਾਂਜੀ, ਬੜੀ ਖੂਬਸੂਰਤੀ ਨਾਲ ਵੀਰ ਜੀ ਆਪ ਜੀ ਨੇ ਸ਼ਬਦ ਨੂੰ ਖੋਲਣਾ ਕੀਤਾ ਹੈਗਾ। ਅੰਤ ਕਾਲ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੋ ਮਰੇ। ਬਿਲਕੁਲ ਉਹੀ ਦ੍ਰਿਸ਼ਾਂਤ ਆਪ ਜੀ ਨੇ ਪੂਰੀ ਤਰ੍ਹਾਂ ਮਾਨੋ ਇਸ ਸ਼ਬਦ ਵਿੱਚ ਖੋਲ ਕੇ ਰੱਖ ਦਿੱਤਾ ਹੈਗਾ ਕਿ ਜਿਸ ਜਿਹੜਾ ਨਾਰਾਇਣ ਨੂੰ ਸਿਮਰਦਾ ਹੈ ਉਹ ਆਪਾ ਭਾਵ ਤੋਂ ਮਰ ਜਾਂਦਾ ਹੈਗਾ। ਹਾਂ, ਬੜੀ ਖੂਬਸੂਰਤੀ ਨਾਲ ਆਪਨੇ ਵਿਚਾਰ ਦਿੱਤਾ ਹੈਗਾ। ਗੁਰਮੁਖ ਸਾਚੈ ਕੀਆ ਆਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ। ਗੁਰਮੁਖ ਹੋਵੈ ਸੋ ਸੱਚ ਬੂਝੈ, ਸ਼ਬਦ ਸੱਚੈ ਸੁਖ ਤਾਹਾ ਹੈ। ਗੁਰਮੁਖ
साचै किया आकारा। पहले गुरमुख अखर बारे गल कर लिए क्योंकि अगले कुछ पद्यां विच गुरमुख अखर बार बार रिपीट होना है। गुरमुख तो पावे गुरु दे मुख तो निकले हुए बोल, गुरमुख तो पावे गुरु वल मुंह करके जो बैठा। जो गुरु बोल रहा है और जो मनुख उसनों सुन रहा है, गुरमुख या इंज समझ लीए वो मन जिहड़ा गुरु दे बोल नूं सुन रहा है, वो मन जिहड़ा है गुरमुख बन गया है। गुरमुख और जो गुरमुख बन गया है, जिहड़ा अपने मन दे पिछे नहीं टुर रहा, वो गुरमुख बनिया जो हुण मन की गल नहीं मान रहा, गुरु की गल मान रहा है। गुरमुख साचै किया आकारा। कहते हुण जो गुरु दे बोल तो सहमत हो गया ना, उसकी समझ बदल गई है। पहला समझ सी माया के प्रभाव हेठ, माया का चश्मा लगा के असी संसार नूं तकदे सीगे, माया दा चश्मे दे नाल मानो असी सारे संसार नूं सुणदे सीगे। माया दे प्रभाव हेठ असी जो बोलदे सी, जो कर्म करदे सी, माया दे प्रभाव हेठ करदे सीगे। हुण जदों गुरु दे बोल मन विच वस गए, जदों गुरु दे बोलां तो मन प्रभावित हो गया, हुण की समझ विच आया? साचे किया अकारा। हुण समझ आ गया कि यह हुण साचा है, अकर साचे आया, साचे ने किया आकारा। सारा संसार, सारी सृष्टि जेड़ी है, आकार जेड़ा बनाया है, वो साचे ने बनाया है, उसदे हुक्म विच बनया है। गुरमुख पसरिया सब पासारा। गुरमुख, फिर अखर गुरमुख आया। गुरमुख अखर हुण सानू काफी हद तक क्लियर हो गया होना है। जिन्नू जेड़ा गुरु दी गल तो मन सहमत हो गया है, उसकी समझ विच आ गया, पसरिया सब पासारा। उसदे पसरिया सब पासारा, सारा पसारा जेड़ा पसरिया होया है, उसदे हुक्म विच ही सारा आकार सृष्टि बनी हैगी। सारा पसारा जेड़ा है उसदे विच वो वसदा, मानो ਉਹਦਾ ਹੁਕਮ ਵਰਤਦਾ ਉਹਨੂੰ ਨਜ਼ਰ ਆ ਰਿਹਾ ਹੈ। ਗੁਰਮੁਖ ਹੋਵੇ ਸੋ ਸੱਚ ਬੂਝੈ। ਕਹਿੰਦੇ ਜੋ ਗੁਰੂ ਦਾ ਅਨੁਸਾਰੀ ਹੋ ਜਾਏ ਨਾ, ਜੋ ਗੁਰੂ ਵੱਲ ਮੂੰਹ ਕਰ ਲਵੇ, ਸੋ ਸੱਚ ਬੂਝੈ, ਉਹ ਸੱਚ ਨੂੰ ਬੂਝ ਲੈਂਦਾ ਹੈਗਾ, ਸੱਚ ਨੂੰ ਸਮਝ ਲੈਂਦਾ ਹੈਗਾ। ਹੁਣ ਦੇਖੋ, ਗੁਰਮੁਖ ਹੋਵੇ ਸੋ ਸੱਚ ਬੂਝੈ, ਸ਼ਬਦ ਸੱਚਾ ਸੁਖਤਾ ਹੈ। ਹੁਣ सच नूं भी बूझण दी लोड़ है। गुरमुख होवे सो सच बूझे। देखो, जदों तक असी भरम विच हैगे आ ना, तद तक असी सानू भुलेखा पै जांदा है कि सच है ते की सच नहीं। असी भुलेखे विच पए रहिंदे हैगे आ, असी भरम विच पए रहिंदे आ, असी भरम नूं ही धर्म समझी जांदे हैगे। इस लई सच नूं समझण दी लोड़ है, सच नूं बूझण दी लोड़ है, सच नूं परखण दी लोड़ हैगी है, हुक्म नूं बुझण दी लोड़ है। नानक के घर केवल नाम, नानक दे घर केवल नाम हैगा। एक उदाहरण दे के आप जी दे नाल इस गल नूं थोड़ी जी खोलण दी कोशिश कर रहा हैगा, क्योंकि जिहड़ा पिछला असीं पता करके पढ़ के आए हैं ना, हर जीव की है सब सिरकारा, और उस तो पहला भी असीं पाठ पढ़िया है, से मनमुख जो शब्द ना पछाणे। ਉਹ ਮਨਮੁਖ ਹਨ ਜਿਹੜੇ ਸ਼ਬਦ ਨੂੰ ਪਛਾਣ ਨਹੀਂ ਰਹੇ। ਤੇ ਅੱਜ ਗੁਰੂ ਸਾਹਿਬ ਸਮਝਾ ਰਹੇ ਹਨ, ਗੁਰਮੁਖ ਹੋਵੇ ਸੋ ਸੱਚ ਬੂਝੇ। ਤੇ ਇਸ ਗੱਲ ਨੂੰ ਅਸੀਂ ਥੋੜਾ ਹੋਰ ਸਮਝਣ ਦੀ, ਅੱਜ ਦੇ ਹਾਲਾਤ ਨੂੰ ਨਾਲ ਲੈ ਕੇ, ਅੱਜ ਦੀ ਸਾਡੇ ਮਨ ਦੀ ਦੁਬਿਧਾ ਨੂੰ ਨਾਲ ਲੈ ਕੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਇੱਕ ਉਦਾਹਰਨ ਲੈ ਕੇ ਮੈਂ ਅੱਗੇ ਚੱਲਣਾ ਕਰ ਰਿਹਾ ਹੈਗਾ। ਕਿਸੇ ਨਾਲ ਗੱਲਬਾਤ ਹੋ ਰਹੀ ਸੀਗੀ, ਕੋਈ ਇੰਝ ਸਮਝ ਲਈਏ ਕੋਈ ਵਿਅਕਤੀ ਆਇਆ, ਉਹਨੇ ਮੈਨੂੰ 2000 ਰੁਪਏ ਦਾ ਨੋਟ ਦਿੱਤਾ ਤੇ ਕਹਿੰਦਾ ਮੈਨੂੰ ਸੌਦਾ ਦੇ ਦੇ ਕੋਈ। ਤੇ ਮੈਂ ਕਿਹਾ ਇਹ 2000 ਰੁਪਏ ਦਾ ਨੋਟ ਤੇ ਤੇਰਾ ਨਕਲੀ ਹੈ। ਕਹਿੰਦਾ ਕਿਉਂ ਨਕਲੀ ਹੈ? ਮੈਂ ਉਹਨੂੰ ਕਈ ਕਾਰਨ ਉਹਨੂੰ ਦਿੱਤੇ, ਕਈ ਕਾਰਨ ਸਮਝਾਏ, ਪਰ ਕਹਿੰਦਾ ਨਹੀਂ, ਤੁਸੀਂ ਅਸਲੀ ਨੋਟ ਕੱਢੋ ਤਾਂ ਮੈਂ ਸਮਝਾਂਗਾ। ਮੈਂ ਅਸਲੀ ਨੋਟ ਜਦੋਂ ਕੱਢਣਾ ਕੀਤਾ ਤੇ ਕਹਿੰਦਾ ਹੁਣ ਇਹ ਤੁਸੀਂ ਦੇਖੋ, ਤੁਹਾਡੇ ਨੋਟ ਤੇ ਵੀ 2000 ਲਿਖਿਆ, ਮੇਰੇ ਨੋਟ ਤੇ ਵੀ 2000 ਲਿਖਿਆ ਹੈਗਾ। ਇਹ ਦੇਖੋ, ਤੁਹਾਡੇ ਨੋਟ ਤੇ ਵੀ ਸ਼ੇਰ ਬਣਿਆ, ਮੇਰੇ ਨੋਟ ਤੇ ਵੀ ਸ਼ੇਰ ਬਣਿਆ, ਤੁਹਾਡੇ ਨੋਟ ਤੇ ਵੀ ਗਾਂਧੀ ਦੀ ਫੋਟੋ ਹੈ, ਮੇਰੇ ਨੋਟ ਤੇ ਵੀ ਗਾਂਧੀ ਦੀ ਫੋਟੋ ਹੈ, ਫਿਰ ਮੇਰਾ ਨੋਟ ਨਕਲੀ ਕਿਸ ਤਰ੍ਹਾਂ ਹੋਇਆ?
ਤੇ ਮੈਂ ਉਹਨੂੰ ਇੱਕ ਗੱਲ ਕਰਨੀ ਕੀਤੀ, ਮੈਂ ਕਿਹਾ ਜਿਹੜਾ ਤੇਰਾ ਨੋਟ ਹੈ ਨਾ, ਜਿਹੜੀ ਵਕਤ ਦੀ ਸਰਕਾਰ ਹੈ ਨਾ, ਉਹਦੀ ਪ੍ਰਵਾਨਗੀ ਨਹੀਂ ਹੈ ਤੇਰੇ ਨੋਟ ਨੂੰ। ਜਿਹੜਾ ਇਹ ਅਸਲੀ ਨੋਟ ਹੈ ਨਾ, ਇਹਨੂੰ ਪ੍ਰਵਾਨਗੀ ਹੈਗੀ ਹੈ। ਇਸ ਨੋਟ ਨੂੰ ਪ੍ਰਵਾਨਗੀ ਹੈਗੀ ਹੈ, ਤੇਰੇ ਨੋਟ ਨੂੰ ਪ੍ਰਵਾਨਗੀ ਨਹੀਂ ਹੈਗੀ। ਮੈਂ ਦੂਜੇ ਪਾਸੇ ਰਿਲੇਟ ਕਰਨ ਜਿਹੜੀ ਮਨ ਦੇ ਵਿੱਚ ਦੁਬਿਧਾ ਪਈਆਂ ਨਾ, ਕਿਉਂਕਿ ਬੁੱਝਣ ਦੀ ਗੱਲ ਆ ਰਹੀ ਹੈ, ਸ਼ਬਦ ਪਛਾਣਨ ਦੀ ਗੱਲ ਆ ਰਹੀ ਹੈ, ਬਾਰ-ਬਾਰ ਗੁਰੂ ਸਾਹਿਬ ਇੱਕ ਇਸ਼ਾਰਾ ਕਰ ਰਹੇ ਹੈਗੇ। ਅੱਜ ਥੋੜੀ ਜਿਹੀ ਖੁੱਲ ਕੇ ਵਿਚਾਰ ਕਰ ਲਈਏ, ਉਸ ਬਾਬਤ ਵੀ ਵਿਚਾਰ ਕਰ ਲਈਏ, ਕਿਉਂਕਿ ਮਨ ਦੇ ਵਿੱਚ ਅਸੀਂ ਬੜੀਆਂ ਦੁਬਿਧਾਵਾਂ ਲੈ ਕੇ ਤੁਰ ਰਹੇ ਹੈਗੇ। ਰੋਜ਼ਾਨਾ ਅਸੀਂ ਗੁਰਦੁਆਰੇ ਵਿੱਚ ਪੜ੍ਹਦੇ ਹਾਂ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਬੜੀ ਉੱਚੀ ਉੱਚੀ, ਔਰ ਦਿਨ ਵਿੱਚ ਜੇ 10 ਵਾਰੀ ਅਰਦਾਸ ਕਰਦੇ ਹਾਂ, 10 ਵਾਰੀ ਪੜ੍ਹਦੇ ਹਾਂ ਜੇ, ਔਰ ਸਾਰੇ ਹਜ਼ਾਰਾਂ ਗੁਰਦੁਆਰੇ ਸਾਰਿਆਂ ਵਿੱਚ ਪੜੀਆਂ ਜਾਂਦੀਆਂ, ਫਿਰ ਵੀ ਸਾਡੇ ਮਨ ਵਿੱਚ ਦੁਬਿਧਾ ਬੰਨੀ ਹੋਈ ਹੈ। ਜੇ ਮਨ ਵਿੱਚ ਇਹ ਗੱਲ ਕਲੀਅਰ ਹੋ ਜਾਏ ਨਾ ਕਿ ਗੁਰੂ ਸਾਹਿਬ ਨੇ ਜਿਹੜੇ ਬੋਲਾਂ ਨੂੰ ਪ੍ਰਵਾਨਗੀ ਦਿੱਤੀ ਹੈਗੀ ਹੈ, ਉਹੀਓ ਬੋਲ ਜਿਹੜੇ ਹੈਗੇ ਪ੍ਰਵਾਨ ਹਨ। ਦੂਜੇ ਬੋਲਾਂ ਨੂੰ ਜਿਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ, ਉਹਨਾਂ ਦੇ ਨਾਲ ਅਸੀਂ ਕੀ ਲੈਣਾ ਦੇਣਾ। ਅਸਲੀ ਨੋਟ ਔਰ ਨਕਲੀ ਨੋਟ ਦੀ ਪਛਾਣ ਸਾਨੂੰ ਸ਼ਾਇਦ ਅੱਖਾਂ ਨਾਲ ਨਹੀਂ ਹੋ ਸਕਦੀ, ਪਰ ਪ੍ਰਵਾਨਗੀ ਜਿਹੜੀ ਹੈ, ਜੇਕਰ ਅਸੀਂ ਇਸ ਗੱਲ ਨੂੰ ਸਮਝ ਲਈਏ ਨਾ, ਅਸੀਂ ਫਿਰ ਉਸ ਗੱਲਾਂ ਤੋਂ ਨਿਕਲ ਜਾਵਾਂਗੇ। ਅਸੀਂ ਇਹ ਦੇਖੋ ਜੀ, ਫਲਾਣੀ ਜਗ੍ਹਾ ਤੇ ਫਲਾਣੀ ਗੱਲ ਨੂੰ ਇਸ ਤਰੀਕੇ ਦੇ ਨਾਲ ਕਿਹਾ ਹੋਇਆ, ਇਹ 2000 ਲਿਖਿਆ ਹੈ, ਇਹ ਸ਼ੇਰ ਲਿਖਿਆ ਹੈ, ਇਹ ਦੇਖੋ ਜੀ ਇਹ ਗਾਂਧੀ ਦੀ ਫੋਟੋ ਬਣੀ ਹੈਗੀ ਹੈ, ਅਸੀਂ ਉਸ ਵਿਚਾਰ ਤੋਂ ਉਪਰਾਂ ਮੁੜ ਜਾਵਾਂਗੇ। ਦੇਖੋ ਹੁਣ ਮੈਂ ਗੱਲ ਕਰ ਰਿਹਾ, ਇਹ ਗੱਲ ਕਰਨ ਦੀ ਬਹੁਤ ਲੋੜ ਹੈ ਅੱਜ ਦੇ ਸਮੇਂ ਵਿੱਚ। ਕਿਉਂ ਲੋੜ ਹੈਗੀ ਹੈ? ਲੋੜ ਇਸ ਵਜ੍ਹਾ ਕਰਕੇ ਹੈਗੀ ਹੈ ਕਿ ਅਸੀਂ ਇੱਕ ਪਹਿਲਾਂ ਜਿਹੜਾ ਵਿਚਾਰ ਅਸੀਂ ਕਰਕੇ ਆਇਆ ਗਿਆ ਨਾ, ਸਾਰਿਆਂ ਨੇ ਸਾਂਝ ਪਾਈ ਹੈ, ਇੱਕ ਗੱਲ ਸਾਨੂੰ ਬਿਲਕੁਲ ਕਲੀਅਰ ਹੋ ਗਿਆ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਵਾ। ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ। ਜੋ ਮੈਂ ਅੱਜ ਲਿਖ ਰਿਹਾ, ਮੇਰਾ ਕੱਲ ਬਣਨਾ ਹੈ। ਇਸ ਗੱਲ ਤੋਂ ਬਿਲਕੁਲ ਅਸੀਂ ਸਾਰੇ ਸਹਿਮਤ ਹਾਂ, ਇਹ ਗੱਲ ਸਾਡੇ ਸਾਰਿਆਂ ਨੂੰ ਕਲੀਅਰ ਹੋ ਚੁੱਕੀ ਹੈ। ਜੋ ਮੈਂ ਅੱਜ ਲਿਖ ਰਿਹਾ, ਉਸਦਾ ਮੇਰਾ ਕੱਲ ਬਣਨਾ ਹੈ। ਹੁਣ ਸਾਮੂਹਿਕ ਤੌਰ ਤੇ ਅਸੀਂ ਸਮਝਣਾ ਕਰੀਏ, ਸਾਮੂਹਿਕ ਤੌਰ ਤੇ ਅਸੀਂ ਜੋ ਅੱਜ ਲਿਖ ਰਹੇ ਹਾਂ, ਉਹ ਸਾਡਾ ਕੱਲ ਬਣਨਾ ਹੈ। ਉਸੇ ਆਧਾਰ ਤੇ ਸਾਡਾ ਕੱਲ ਬਣਨਾ ਹੈ। ਅਸੀਂ ਇੱਕ ਸੈਕਿੰਡ ਨੂੰ ਅਸੀਂ ਇਹ ਸਾਰੀ ਦੁਬਿਧਾਵਾਂ ਛੱਡ ਦਈਏ ਕਿ ਕਿਹੜਾ ਗ੍ਰੰਥ ਕਿੰਨੇ ਲਿਖਿਆ, ਕਿਹੜਾ ਗ੍ਰੰਥ ਸੱਚ ਹੈ, ਕਿਹੜੇ ਗ੍ਰੰਥ ਵਿੱਚ ਕਿਹੜੀ ਕਹਾਣੀਆਂ, ਜਾਂ ਅਸੀਂ ਉਸ ਸਾਰੇ ਗੱਲਾਂ ਨੂੰ ਅਸੀਂ ਛੱਡ ਦਈਏ ਇੱਕ ਸੈਕਿੰਡ ਦੇ ਲਈ। ਅਸੀਂ ਕੇਵਲ ਇਸ ਗੱਲ ਦੀ ਵਿਚਾਰ ਕਰਨਾ ਕਰੀਏ ਕਿ ਅੱਜ ਅਸੀਂ ਕੀ ਕਰੀਏ ਕਿ ਸਾਡਾ ਕੱਲ ਸੁਧਰ ਜਾਏ। ਕਿਉਂਕਿ ਜਿਹੜੀ ਰਾਹ ਤੇ ਅਸੀਂ ਟੁਰਨਾ ਹੈ ਨਾ, ਮੰਜ਼ਿਲ ਸਾਨੂੰ ਉਹੀਓ ਪ੍ਰਾਪਤ ਹੋਣੀ ਹੈ। ਜਿਹੜੀ ਰਾਹ ਤੇ ਅੱਜ ਅਸੀਂ ਟੁਰਾਂਗੇ, ਅਸੀਂ ਮੰਜ਼ਿਲ ਉਸੇ ਤੇ ਪਹੁੰਚਾਂਗੇ। ਜਿਸ ਤਰ੍ਹਾਂ ਰਿਲੇ ਰੇਸ ਹੁੰਦੀ ਹੈ ਨਾ, ਇੱਕ ਰਿਲੇ ਦੌੜਨ ਵਾਲਾ ਬੈਟਨ ਲੈ ਕੇ ਦੂਜੇ ਨੂੰ ਪਕੜਾਉਂਦਾ ਤੇ ਦੂਜਾ ਦੌੜਦਾ ਹੈ, ਅੱਗੇ ਨੂੰ ਦੌੜਦਾ ਹੈ। ਤੇ ਸਾਡੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਨੂੰ ਕੀ ਪਕੜਾ ਰਹੀ ਹੈ ਕਿ ਉਹਨਾਂ ਦਾ ਭਵਿੱਖ ਸੁਧਰੇ। ਅਸੀਂ ਇਸ ਦ੍ਰਿਸ਼ਟਾਂਤ ਨੂੰ ਲੈ ਕੇ ਜੇਕਰ ਚੱਲਣਾ ਕਰੀਏ ਨਾ, ਕਿ ਅੱਜ ਅਸੀਂ ਐਸਾ ਕਿਹੜਾ ਕੰਮ ਕਰੀਏ ਜਿਸਦੇ ਨਾਲ ਕੱਲ ਸਾਡਾ ਸੁਧਰ ਜਾਏ। ਬਾਰ-ਬਾਰ ਗੁਰੂ ਸਾਹਿਬ ਕਹਿ ਰਹੇ ਹੈਗੇ ਕਿ ਬੁੱਝੋ, ਸਮਝੋ। ਕਿਸ ਨੂੰ ਬੁੱਝੋ? ਨਾਨਕ ਕੇ ਘਰ ਕੇਵਲ ਨਾਮ। ਨਾਮ ਕੀ ਹੈਗਾ? ਜਿਹੜਾ ਸੱਚ ਦਾ ਸਿਧਾਂਤ ਹੈ, ਜਿਹੜਾ ਸੱਚ ਦਾ ਗਿਆਨ ਹੈ। ਸੱਚ ਨਾਲ ਜੁੜਿਆ ਮੰਜ਼ਿਲ ਸੱਚ ਦੀ ਪ੍ਰਾਪਤ ਹੋਣੀ ਹੈ। ਸੱਚ ਨਾਲ ਜੁੜਿਆ ਆਨੰਦਮਈ ਜੀਵਨ ਬਣਨਾ ਹੈ। ਸੱਚ ਨਾਲ ਜੁੜਿਆ ਸਾਡਾ ਇਹੋ ਲੋਕ ਸਵਰਗ ਵਰਗਾ ਬਣ ਜਾਣਾ ਹੈ। ਸਾਰਾ ਹੀ ਸੰਸਾਰ ਸੁਧਰ ਜਾਣਾ ਹੈਗਾ। ਝੂਠ ਨਾਲ ਜੁੜਿਆ ਨਰਕ ਬਣਨਾ ਹੈਗਾ। ਝੂਠ ਨਾਲ ਜੁੜਿਆ ਗੰਦਗੀ ਫੈਲਣੀ ਹੈ। ਝੂਠ ਨਾਲ ਜੁੜਿਆ ਸਾਰੀ ਬਰਬਾਦੀ ਹੈ। ਸੱਚ ਨਾਲ ਜੁੜਿਆ ਆਬਾਦੀ ਹੈਗੀ ਹੈ। ਬਸ ਸੱਚ ਨੂੰ ਸਮਝਣ ਦੀ ਲੋੜ ਹੈ। ਅਸੀਂ ਇਹੋ ਸਮਝ ਲਈਏ ਨਾ ਕਿ ਜਿਸ ਨੂੰ ਪ੍ਰਵਾਨਗੀ ਗੁਰੂ ਸਾਹਿਬ ਦੇ ਗਏ, ਅਸੀਂ ਉਸ ਤੋਂ ਡਾਵਾਂਡੋਲ ਨਾ ਹੋਈਏ। ਜਿਹਨੂੰ ਗੁਰੂ ਸਾਹਿਬ ਨੇ ਪ੍ਰਵਾਨ ਕਰ ਦਿੱਤਾ, ਸਾਨੂੰ ਸਾਡੀ ਕੀ ਮਿਆਦ ਹੈ, ਸਾਡੀ ਕੀ ਔਕਾਤ ਹੈ ਕਿ ਅਸੀਂ ਕਹੀਏ ਕਿ ਇਹ ਚੀਜ਼ ਠੀਕ ਹੈ ਤੇ ਇਹ ਚੀਜ਼ ਠੀਕ ਨਹੀਂ ਹੈਗੀ। ਕਿ ਅਸੀਂ ਸਾਡੀ ਸਮਝ ਗੁਰੂ ਸਾਹਿਬ ਜੀ ਦੀ ਸਮਝ ਤੋਂ ਉੱਤੇ ਸਮਝ ਹੈਗੀ। ਅਸੀਂ ਮੰਨਦੇ ਹਾਂ ਕਿ ਗੁਰੂ ਸਾਹਿਬ ਗੁਰੂ ਹੈਗੇ ਹਨ, ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਜਿਹੜੇ ਲੜ ਗੁਰੂ ਸਾਹਿਬ ਲੈ ਗਏ, ਜਿਹੜੇ ਲੜ ਗੁਰੂ ਸਾਹਿਬ ਨੇ ਲਾ ਦਿੱਤਾ ਹੈਗਾ, ਅਸੀਂ ਉਸ ਤੇ ਵੀ ਦੁਬਿਧਾ ਮਨ ਵਿੱਚ ਪਾਈ ਬੈਠੇ ਹੈਗੇ। ਅਸੀਂ ਇੰਝ ਸੋਚਣਾ ਕਰੀਏ ਕਿ ਸਿਰਫ ਸਿੱਖਾਂ ਦੀ, ਸਿਰਫ ਕੌਮ ਦਾ ਨਾ ਸੋਚੀਏ, ਸਾਰੇ ਦੇਸ਼ ਦਾ, ਸਾਰੇ ਸੰਸਾਰ ਦਾ ਸੋਚੀਏ। ਇਹ ਜਿਹੜਾ ਸਿਧਾਂਤ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਗਏ ਨਾ,
ਇਹ ਸਿਰਫ ਸਿੱਖਾਂ ਲਈ ਨਹੀਂ ਦਰਜ ਕਰ ਗਏ, ਸਾਰੇ ਦੇਸ਼ ਲਈ, ਸਾਰੇ ਸੰਸਾਰ ਲਈ ਦੇ ਗਏ ਹੈਗੇ ਹਨ। ਤੇ ਮਨ ਦੇ ਵਿੱਚੋਂ ਜਦੋਂ ਤੱਕ ਅਸੀਂ ਦੁਬਿਧਾ ਨਹੀਂ ਕੱਢਾਂਗੇ, ਜਦੋਂ ਤੱਕ ਸਾਡੇ ਮਨ ਰੋਸ਼ਨ ਨਹੀਂ ਹੋਏਗਾ, ਅਸੀਂ ਅੱਗੇ ਰੋਸ਼ਨੀ ਨਹੀਂ ਦੇ ਪਾਵਾਂਗੇ। ਮੈਂ ਮਾਫੀ ਚਾਹੁੰਦਾ ਹੈਗਾ, ਸਿੱਖਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ ਕਿ ਸਾਰੇ ਸੰਸਾਰ ਨੂੰ ਰੋਸ਼ਨ ਕਰਨ, ਪਰ ਅਸੀਂ ਦੁਬਿਧਾ ਪਾ ਕੇ ਆਪ ਹੀ ਹਨੇਰੇ ਵਿੱਚ ਬਹਿ ਗਏ ਤੇ ਘਸੀਟ ਕੇ ਸਾਰਿਆਂ ਨੂੰ ਅੰਧੇਰੇ ਵਿੱਚ ਖਿੱਚੀ ਜਾ ਰਹੇ ਹੈਗੇ ਆ। ਤੇ ਅਸੀਂ ਗੁਰੂ ਸਾਹਿਬ ਇੱਥੇ ਬਾਰ-ਬਾਰ ਸਾਨੂੰ ਇੱਕ ਤਰ੍ਹਾਂ ਤੋਂ ਸਮਝ ਲਈਏ, ਸਾਨੂੰ ਬਾਰ-ਬਾਰ ਸਮਝਾ ਰਹੇ ਹਨ, ਬਾਰ-ਬਾਰ ਝਿੜਕ ਰਹੇ ਹਨ, ਬਾਰ-ਬਾਰ ਸਾਨੂੰ ਸੁਚੇਤ ਕਰ ਰਹੇ ਹਨ, ਗੁਰਮੁਖ ਹੋਵੇ ਸੋ ਸੱਚ ਬੁਝੇ, ਸੱਚ ਨੂੰ ਬੁਝ ਲਈਏ। ਸ਼ਬਦ ਸੱਚੇ ਸੁਖ ਤਾਹਾ ਹੈ, ਸ਼ਬਦ ਸੱਚੇ, ਸੱਚੇ ਦੇ ਸ਼ਬਦ ਦੇ ਰਾਹੀਂ ਸੁਖ ਤਾਹਾ ਹੈ, ਤਾਹਾ ਤੋਂ ਭਾਵੇ ਉਸਨੂੰ। ਜਦੋਂ ਤੱਕ ਅਸੀਂ ਆਪ ਸੁਖੀ ਨਹੀਂ ਹੋਵਾਂਗੇ, ਹੋਰਾਂ ਨੂੰ ਸੁਖ ਕੀ ਦਵਾਂਗੇ? ਸੁਖ ਤਾਹਾ ਹੈ। ਜਦੋਂ ਤੱਕ ਸਾਡਾ ਮਨ ਆਨੰਦ ਨਹੀਂ ਹੋਏਗਾ, ਆਨੰਦ ਵਿੱਚ ਨਹੀਂ ਹੋਏਗਾ, ਤਦ ਤੱਕ ਅਸੀਂ ਆਨੰਦ ਨਹੀਂ ਬਣ ਸਕਦੇ, ਤਦ ਤੱਕ ਅਸੀਂ ਅੱਗੇ ਆਨੰਦ ਨਹੀਂ ਦੇ ਸਕਦੇ। ਸੁਖ ਤਾਹੇ ਤੋਂ ਪਾਵੇ, ਸਾਰਿਆਂ ਦੇ ਆਨੰਦ ਦਾ ਜ਼ਿਕਰ ਕਰ ਰਹੇ ਹੈਗੇ, ਸਾਰਿਆਂ ਦੇ ਆਨੰਦ ਦੀ ਗੁਰੂ ਸਾਹਿਬ ਗੱਲ ਕਰ ਰਹੇ ਹਨ। ਕੁਝ ਅਤ ਕਤਨੀ ਹੋ ਗਈ ਹੋਏ ਤੇ ਮਾਫੀ ਚਾਹੁੰਦਾ ਹੈਗਾ ਜੀ। ਅਰਵਿੰਦਰ ਜੀ, ਅਸੀਂ ਜਦੋਂ ਸਿੱਧ ਕੋਸ਼ ਦੀ ਬਾਣੀ ਪੜ੍ਹਨੇ ਆ ਨਾ, ਸਿੱਧ ਕੋਸ਼ ਦੀ ਬਾਣੀ ਵਿੱਚ ਇੱਕ ਥਾਂ ਦੇ ਉੱਤੇ ਗੁਰੂ ਸਾਹਿਬ ਜ਼ਿਕਰ ਕਰਦੇ ਪਏ ਨੇ ਵੀ ਰੱਬ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕਿਉਂ ਕੀਤੀ, ਇਹਦਾ ਮਨੋਰਥ ਕੀ ਸੀ, ਵੀ ਸਾਰਾ ਜੋ ਰੱਬ ਨੇ ਖੇਡ ਸਜਾਇਆ ਹੋਇਆ ਹੈ, ਸਾਰਾ ਨੇ ਇਤਨਾ, ਇਹਦਾ ਮਨੋਰਥ ਕੀ ਹੈ? ਉਹਦੇ ਅੰਦਰ ਇੱਕੋ ਪੰਕਤੀ ਆਂਦੀ, ਕਹਿੰਦੇ ਨੇ ਗੁਰਮੁਖ ਧਰਤੀ ਸਾਚੈ ਸਾਜੀ, ਤਿਸ ਮੈਂ ਓਪਤ ਖਪਤ ਸੋ ਬਾਜੀ। ਰੱਬ ਨੇ ਗੁਰਮੁਖਾਂ ਦੀ ਪਰਖ, ਕਹਿੰਦੇ ਗੁਰਮੁਖ ਧਰਤੀ ਸਾਚੇ ਸਾਜੀ, ਗੁਰਮੁਖਾਂ ਦੀ ਪਰਖ ਕਰਨ ਵਾਸਤੇ ਕਿਹੜੇ ਬੰਦੇ ਗੁਰਮੁਖ ਬਣ ਕੇ ਨਿਤਰ ਜਾਣਗੇ, ਕਿਹੜੇ ਬੰਦੇ ਇਹਦੇ ਵਿੱਚ ਮਨਮੁਖ ਬਣ ਕੇ ਨਾ, ਕਹਿੰਦੇ ਤੂੰ ਆਪੇ ਗੁਰਮੁਖ ਮੁਕਤ ਕਰਾਵੇਂ, ਤੂੰ ਆਪੇ ਮਨਮੁਖ ਜਨਮ ਭੁਆਵੇਂ। ਵੀ ਇਹ ਕਹਿੰਦੇ ਵੀ ਉਹਨੇ ਗੁਰਮੁਖਾਂ ਦੀ ਪਰਖ ਕਰਨ ਵਾਸਤੇ ਹੀ ਸਾਰੀ ਜਿਹੜੀ ਸ੍ਰਿਸ਼ਟੀ ਦੀ ਖੇਡ ਰਚੀ ਹੈ ਨਾ, ਕਹਿੰਦੇ ਨੇ ਗੁਰਮੁਖ ਧਰਤੀ ਸਾਚੈ ਸਾਜੀ, ਤਿਸ ਮੈਂ ਓਪਤ ਖਪਤ ਸੋ ਬਾਜੀ। ਇਹ ਖੇਡ ਕੀ ਹੈ? ਕੋਈ ਬੰਦਾ ਤੇ ਜਿਹੜਾ ਹੈ ਨਾ, ਉਹ ਤੇ ਰੱਬ ਦੇ ਨਾਮ ਦੇ ਨਾਲ ਜੁੜ ਕੇ ਜਿਹਨੂੰ ਗੁਰੂ ਮਿਲ ਜਾਏਗਾ, ਉਹ ਗੁਰੂ ਪਰਮਾਤਮਾ ਦੇ ਨਾਮ ਦੀ ਸਾਂਝ ਪਾ ਦੇਗਾ। ਉਹ ਪਰਮਾਤਮਾ ਦੀ ਸਾਂਝ ਦੇ ਦੁਆਰਾ ਉਹ ਬੰਦਾ ਇਸ ਜੀਵਨ ਵਾਲੀ, ਉਹ ਕਹਿੰਦਾ ਸੋ ਜਿਣ ਲਾਹਾ ਤੋਂ ਇੱਕ ਦੂਜਾ ਸ਼ਬਦ ਆਂਦਾ, ਕਹਿੰਦੇ ਗੁਰਮੁਖ ਗਵਾਏ ਜੀਓ। ਜਿਹੜੇ ਗੁਰਮੁਖ ਬਣ ਜਾਣਗੇ ਨਾ, ਉਹ ਇਹ ਜਿਹੜੀ ਪਰਮਾਤਮਾ ਨੇ ਖੇਡ ਰਚੀ ਹੋਈ ਹੈ ਨਾ। ਇੱਕ ਹੋਰ ਪੰਕਤੀ ਆਂਦੀ ਹੈ, ਮੇਰੇ ਖਿਆਲ ਨਾਲ ਸ਼ਾਇਦ ਦੱਖਣੀ ਓਂਕਾਰ ਤੋਂ, ਬਟ ਆਈ ਐਮ ਨॉट ਵੈਰੀ ਸ਼ੋਰ ਕਿ ਉਹ ਕਿਸ ਬਾਣੀ ਤੋਂ ਹੈ। ਉਹਦੇ ਅੰਦਰ ਉਹ ਪੰਕਤੀ ਹੈ, ਕਹਿੰਦੇ ਓਨ ਗੁਰਮੁਖ ਕੀਆ ਆਕਾਰਾ, ਓਨ ਦਾ ਓਨਕਾਰ ਔਰ ਰੱਬ, ਓਨ ਗੁਰਮੁਖ ਕੀਆ ਆਕਾਰਾ। ਰੱਬ ਨੇ ਸਾਰੀ ਸ੍ਰਿਸ਼ਟੀ ਬਣਾਈ। ਜਦੋਂ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੱਦਾਂ ਪਾਲਕ। ਰੱਬ ਨੇ ਸਾਰੀ ਸ੍ਰਿਸ਼ਟੀ ਦਾ, ਰੱਬ ਨੇ ਕਹਿ ਲਓ ਆਪਣੇ ਪੁੱਤਰ ਨੂੰ, ਜੀਵਾਤਮਾ ਨੂੰ ਕਹਿ ਲਓ, ਉਹ ਪਰਮਾਤਮਾ ਹੈ, ਅਸੀਂ ਜੀਵਾਤਮਾ ਵਾਂ। ਉਹਨੇ ਸਾਨੂੰ ਸਾਰਿਆਂ ਨੂੰ ਕਹਿੰਦਾ ਵੀ ਉਹ ਕਹੇ ਨਾਨਕ ਸ੍ਰਿਸ਼ਟ ਦਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਅਸੀਂ ਸਾਰੇ ਉਹਦੀ ਸੰਤਾਨ ਸਰੀਰ ਵਿੱਚ ਆ ਗਏ। ਉਹਨੇ ਸਾਨੂੰ ਕਹਿੰਦਾ ਗੁਰਬਿਨ ਕਿਹਨੇ ਸਮਝਾਈਏ, ਮਨ ਜਿਹੜਾ ਹੈ ਉਹ ਮਨ ਖੁੱਟਰ ਹੈ, ਮਨ ਖੁੱਟ ਹਰ ਤੇਰਾ ਨਹੀਂ ਬਿਸਾਸਾ, ਤੂੰ ਮਹਾ ਉਦਮਾਦਾ। ਜਾਂ ਕਹਿ ਲਓ ਵੀ ਜੋ ਮਨ ਦੀ ਪ੍ਰਥਾਈ ਕਹਿੰਦੇ ਵੀ ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਤੇ ਜਿਸ ਨੂੰ ਜਿਹੜਾ ਬੰਦਾ ਗੁਰਮੁਖ ਬਣ ਜਾਏਗਾ, ਜਿਹੜਾ ਗੁਰੂ ਕੋਲ ਜਾਣਾ ਸ਼ੁਰੂ ਹੋ ਜਾਏਗਾ, ਕਹਿੰਦੇ ਗੁਰੂ ਤੋਂ ਬਿਨਾਂ, ਕਹਿੰਦੇ ਗੁਰਬਿਨ ਕਿਹਨੇ ਸਮਝਾਈਏ, ਮਨ ਰਾਜਾ ਸੁਲਤਾਨ। ਗੁਰੂ ਤੋਂ ਬਿਨਾਂ, ਤੇ ਰੱਬ ਨੇ ਸਾਰੀ ਸ੍ਰਿਸ਼ਟੀ ਦਾ ਖੇਡ ਹੀ ਉਹਦੇ ਵਾਸਤੇ ਬਣਾਇਆ ਹੋਇਆ। ਕੌਣ ਇਸ ਨੂੰ ਪਾਸ ਹੋਏਗਾ, ਕੌਣ ਫੇਲ ਹੋਏਗਾ? ਗੁਰਮੁਖ ਧਰਤੀ ਸਾਚੇ ਸਾਜੀ, ਤਿਸ ਮੈਂ ਓਪਤ ਖਪਤ ਸੋ ਬਾਜੀ। ਤੇ ਉਹ ਇੱਥੇ ਜਿਹੜਾ ਕਹਿੰਦੇ ਬਣੇ ਵੀ ਗੁਰਮੁਖ ਸਾਚੇ ਕੀਆ ਆਕਾਰਾ। ਰੱਬ ਨੇ ਇਹ ਸਾਰੀ ਖੇਡ ਜਿਹੜੀ ਬਣਾਈ ਹੈ ਨਾ, ਉਹ ਕੇਵਲ ਤੇ ਕੇਵਲ ਗੁਰਮੁਖਾਂ ਦੇ ਪਰਖਣ ਵਾਸਤੇ। ਕਿਹੜੇ ਬੰਦੇ? ਨਾਲ ਨਾਲ ਗੁਰੂ ਸਿਧਾਂਤ ਵੀ ਦੇ ਦਿੱਤੇ, ਨਾਲ ਨਾਲ ਉਹਨੇ ਮਾਇਆ ਮਮਤਾ ਕਰਤੇ ਲਾਈ ਵੀ ਕਰ ਦਿੱਤੀ। ਹੁਣ ਗੁਰੂ ਕਹਿੰਦੇ ਇਹਦੇ ਵਿੱਚ ਰਹਿ ਕੇ, ਕਹਿੰਦਾ ਜੈਸੇ ਜਲ में कमल निरालम, माया हमको माया में जो रहे उदास, कहो कबीर हों ताको दास। ਵੀ ਤੂੰ ਇਹ ਮਾਇਆ ਦੇ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਵੀ, ਕਹਿੰਦੇ ਸੁਰਤ ਸ਼ਬਦ, ਵੀ ਉਹ ਕਹਿੰਦਾ ਵੀ ਉਹ ਦੁਨੀਆ ਸਾਗਰ ਦੁੱਤਰ ਕਹੀਏ ਕਿ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇ ਸੱਚਾ ਵਿਚਾਰੋ। ਉੱਥੇ ਕਹਿੰਦੇ ਸੁਰਤ ਸ਼ਬਦ ਭਉ ਸਾਗਰ ਤਰੀਏ।
ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾਈ ਰੱਖਿਆ, ਤੂੰ ਇਹ ਸੰਸਾਰ ਸਾਗਰ ਤੋਂ ਪਾਰ ਨਿਕਲ ਸਕਣਾ ਹੈ। ਐਸੀ ਹੋਈ ਗੱਲ ਕਰਦਾ ਨੇ, ਗੁਰਮੁਖ ਸਾਚੈ ਕੀਆ ਆਕਾਰਾ। ਆਕਾਰ ਪਾਉ ਸਾਰੀ ਸ੍ਰਿਸ਼ਟੀ। ਰੱਬ ਨੇ ਇਹ ਸਾਰੀ ਸ੍ਰਿਸ਼ਟੀ ਕਿਉਂ ਬਣਾਈ? ਕਹਿੰਦੇ ਇਹ ਤੇ ਗੁਰਮੁਖਾਂ ਦੀ ਪਰਖ ਕਰਨ ਵਾਸਤੇ ਕਿ ਇਸ ਗੁਰਮੁਖ ਕੌਣ ਨੇ। ਉਹ ਜਿਹੜੇ ਨਾ ਵੀ ਉਹ ਕਹਿੰਦੇ ਤਿਸਮੇ ਓਪਤ ਖਪਤ, ਇੱਕ ਜਿਹੜੇ ਨੇ ਉਤਪਤੀ ਹੋ ਜਾਏਗੀ, ਇੱਕ ਜਿਹੜੇ ਨੇ ਉਹ ਖੱਪ ਜਾਣਗੇ, ਇਹਦੇ ਵਿੱਚ ਉਹ ਮਾਇਆ ਦੇ ਜੰਜਾਲ ਵਿੱਚ ਖੱਪੇ ਰਹਿਣਗੇ। ਕਹਿੰਦੇ ਗੁਰਮੁਖ ਪਸਰਿਆ ਸਭ ਪਾਸਾਰਾ। ਇਹ ਰੱਬ ਨੇ ਸਾਰਾ ਪਸਾਰਾ ਜਿਹੜਾ ਨਾ ਇਹ ਗੁਰਮੁਖਾਂ ਦੀ ਪਰਖ ਕਰਨ ਵਾਸਤੇ ਹੀ ਪਸਾਰਿਆ ਹੋਇਆ ਹੈ। ਇਹਨਾਂ ਵਿੱਚੋਂ ਕਹਿੰਦੇ ਗੁਰਮੁਖ ਹੋਵੇ ਸੋ ਸੱਚ ਬੂਝ ਹੈ। ਜਿਹੜੇ ਤੇ ਬੰਦੇ ਗੁਰੂ ਦੇ ਸਨਮੁਖ ਆ ਸਾਨੂੰ ਸਮਝ ਲੈਣਗੇ, ਬੁੱਝ ਲੈਣਗੇ। ਗੁਰਮੁਖ ਹੋਵੇ ਸੋ ਸੱਚ ਬੂਝ ਹੈ। ਉਹਨੂੰ ਪਤਾ ਚੱਲ ਜਾਏਗਾ ਫਰੀਦਾਪੁਰੇ ਦਾ ਭਲਾ ਕਰਨਾ ਚਾਹੀਦਾ। ਉਹਨੂੰ ਪਤਾ ਲੱਗ ਜਾਏਗਾ ਪਰ ਤੇਰਾ ਰੂਪ ਨਾ ਪੇਖੇ ਨੇਤਰ। ਉਹਨੂੰ ਬਤੋ ਨਿਮਕ ਕਾਮ ਸਵਾਦ ਕਾਰਨੇ ਕੋਟ ਜਨਮ ਦੁਖ ਪਾਵੇ, ਜਿਸ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਈ ਭਲਾ। ਉਹਨੂੰ ਜਿਹੜਾ ਗੁਰਮੁਖ ਹੋਵੇਗਾ ਕਹਿੰਦੇ ਉਸ ਨੂੰ ਇਹ ਸੱਚਾ ਨਿਯਮ, ਸੱਚਾ ਨਾਮ, ਸੱਚੇ ਹੁਕਮ ਉਹਨਾਂ ਨੂੰ ਬੁੱਝ ਲਏਗਾ। ਕਹਿੰਦਾ ਸ਼ਬਦ ਸੱਚਾ ਸੁਖ ਤਾਂ ਹੈ। ਇਸ ਸੱਚੇ ਸ਼ਬਦ ਦੇ ਵਿੱਚ ਰਤਿਆਂ ਤਾਹਾ ਤੋਂ ਪਾਓ ਉਸ ਨੂੰ, ਜਿਹੜਾ ਗੁਰਮੁਖ ਜਿਹੜਾ ਸ਼ਬਦ ਨੂੰ ਬੁੱਝ ਚੁੱਕਾ ਹੈ, ਜੋ ਸੱਚ ਨੂੰ ਬੁੱਝ ਚੁੱਕਾ ਹੈ। ਕਹਿੰਦੇ ਇਸ ਸ਼ਬਦ ਵਿੱਚ ਰਤਿਆਂ, ਉਸ ਸੱਚੇ ਸ਼ਬਦ ਵਿੱਚ ਰਤਿਆਂ ਉਹ ਬੰਦੇ ਦਾ ਜੀਵਨ ਜਿਹੜਾ ਹੈ ਨਾ ਉਹ ਸੁਖੀ ਹੋ ਜਾਏਗਾ। ਸ਼ਬਦ ਸੱਚਾ ਸੁਖ ਤਹਾਂ ਹੈ। ਹਾਂਜੀ ਜੀ ਵੀਰ ਜੀ, ਵੀਰ ਜੀ ਆਪ ਜੀ ਓਂਕਾਰ ਦਾ ਜ਼ਿਕਰ ਕਰ ਰਹੇ ਸੀਗੇ ਨਾ, ਉਹ ਰਾਮਕਲੀ ਮਹਿਲਾ ਪਹਿਲਾ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ, ਅੰਕ ਨੰਬਰ 225 सिद्ध गोश बाणी तो बिल्कुल पहली एक बड़ी पहले वे नोट्स सारे वीर बेशक नोट कर लो 929 नंबर। बड़ी खूबसूरत अखरां विच गुरु साहब ने ओंकार दे बारे उत्ते बयान किया है। सारे आप भी पढ़न दी चेष्टा करिए। भुपिंदर वीर जी ने ज्वाइन किया। भुपिंदर वीर जी आप जी दोगे विचार? वाह जी खालसा जी फतेह। सतबीर जी तुसी बस तां ही ज्वाइन किया तुहाडा और हरविंदर जी दा सुन लिया। सुखविंदर जी की बोलणगे? जी जी सुखविंदर जी बोले। जी सुखविंदर जी आप जी कंटिन्यू करो। ਮੁਖ ਸਾਚੈ ਕੀਆ ਆਕਾਰਾ। ਇੱਥੇ ਕਹਿੰਦੇ ਨੇ ਉਹ ਜਿਹੜਾ ਮਨ ਸੀ ਨਾ, ਜਿਹੜਾ ਹੁਣ ਗੁਰੂ ਦੇ ਵੱਲ ਜਿਸਨੇ ਮੁਖ ਕੀਤਾ, ਪਹਿਲਾ ਜਿਹਦਾ ਜਮ ਵੱਲ ਦੂਜੇ ਭਾਵ ਵੱਲ ਮੁਖ ਸੀ ਤੇ ਉਹਦੇ ਅੰਦਰ ਜਮ ਕੀ ਸਰਕਾਰ ਚੱਲ ਰਹੀ ਸੀ। ਹੁਣ ਕਹਿੰਦਾ ਉਸਨੇ ਗੁਰੂ ਦੀ ਸ਼ਰਨ ਲਿੱਤੀ, ਸ਼ਬਦ ਸੱਚੇ ਦੀ ਸ਼ਰਨ ਲਿੱਤੀ ਤੇ ਉਹਨੂੰ ਕੀ ਸੁੱਖ ਮਿਲਿਆ? ਸੱਚ ਦਾ। ਉਹਨੂੰ ਸੱਚ ਦੀ ਪ੍ਰਾਪਤੀ, ਉਹਨੇ ਸੱਚ ਨੂੰ ਬੁੱਝ ਲਿਆ। ਉਹਨੇ ਗੁਰਮੁਖ ਹੋਵੇ, ਉਹਨੇ ਜਦੋਂ ਤੋਂ ਉਹ ਸ਼ਬਦ ਦੇ ਵੱਲ ਉਸਨੇ ਆਪਣਾ ਮੁਖ ਕੀਤਾ, ਉਸਨੂੰ ਸੱਚ ਬੁੱਝਿਆ। ਇਸਨੂੰ ਆਖਦੇ ਨੇ ਨਾਨਕ ਹੁਕਮੈ ਜੇ ਬੁੱਝੈ। ਉਸਨੇ ਹੁਕਮ ਨੂੰ ਬੁੱਝਿਆ, ਕਿਉਂਕਿ ਉੱਪਰ ਜੇ ਆਖਰੀ ਸੀ ਨਾ ਵੀ ਹੁਕਮ ਦੇ ਵਿੱਚ ਹੀ ਉਹ ਚੱਲ ਰਿਹਾ, ਉਸਦੇ ਹੁਕਮ ਨੂੰ ਹੁਕਮਾ ਰਿਹਾ ਹੈ। ਹੁਕਮ ਦੇ ਵਿੱਚ ਹੀ ਉਹ ਕੀ ਕਹਿੰਦੇ ਸਾਹਾ ਕੱਢ ਰਿਹਾ, ਜਿਸ ਨੂੰ ਆਪਾਂ ਉੱਪਰ ਆਖਦੇ ਨਾ ਹੁਕਮੀ ਬੰਦਾ ਹੁਕਮ ਕਮਾਵੇ, ਹੁਕਮ ਹੀ ਕੱਢਦਾ ਸਾਹਾ ਹੈ। ਕਿਉਂ ਹੁਕਮ ਦੇ ਵਿੱਚ, ਹੁਕਮ ਦਾ ਬੰਦਾ ਕਿਉਂ ਬਣਿਆ? ਹੁਕਮ ਨੂੰ ਕਿਉਂ ਕਮਾ ਰਿਹਾ ਹੈ? ਹੁਕਮ ਵਿੱਚ ਸਾਹ ਕਿਵੇਂ ਕੱਢ? ਕਿਉਂਕਿ ਉਹਨੇ ਹੁਕਮ ਨੂੰ ਬੁੱਝਿਆ, ਉਹ ਗੁਰਮੁਖ ਹੋਇਆ। ਪਹਿਲਾਂ ਉਸਨੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਦੀ ਸ਼ਰਨ ਵੱਲ ਆਪਣੇ ਮਨ ਦਾ ਮੁਖ ਕੀਤਾ, ਸ਼ਬਦ ਵਿੱਚ ਉਸਨੂੰ ਸੱਚ ਬੁੱਝ ਲਿਆ, ਸੱਚ ਦੀ ਸਮਝ ਆਈ, ਜਿਸਨੂੰ ਆਖਦੇ ਹੁਕਮ ਹੈ ਜੇ ਬੁੱਝਿਆ ਵੀ ਆਖਦੇ ਨੇ, ਸੱਚ ਬੁੱਝਿਆ ਵੀ ਆਖਦੇ ਨੇ। ਦੋਨਾਂ ਦੇ ਭਾਵ ਇੱਕੋ ਹੀ ਹੈ। ਹੁਕਮ ਨੂੰ ਬੁੱਝਿਆ ਭਾਵ ਸੱਚ ਨੂੰ ਬੁੱਝਿਆ, ਤਾਂ ਉਹ ਹੁਕਮ ਵਿੱਚ ਚੱਲ ਰਿਹਾ, ਹੁਕਮ ਨੂੰ ਕਮਾ ਰਿਹਾ ਹੈ। ਹੁਕਮ ਦਾ ਉਸਨੇ ਅੰਦਰ ਹੁਣ ਪਸਾਰਾ। ਅੱਛਾ, ਹੁਣ ਜਿਸਨੂੰ ਕਹਿੰਦੇ ਨਾ ਸੱਚ ਬੁੱਝਿਆ, ਫਿਰ ਉਸਨੇ ਕੀ ਕੀਤਾ? ਉਸਨੇ ਫਿਰ ਹੁਣ ਅੰਦਰ ਜਿਹੜਾ ਪਹਿਲਾ ਆਕਾਰ ਝੂਠਾ ਆਕਾਰ ਸੀ ਨਾ, ਹੁਣ ਉਸ ਦੀ ਜਗ੍ਹਾ ਸੇ ਉਸਨੇ ਆਪਣੇ ਅੰਦਰ ਸਾਚੈ ਕੀਆ ਆਕਾਰਾ। ਉਸਨੇ ਖੁਦ ਮਨ ਨੇ ਆਪਣੇ ਅੰਦਰ ਆਕਾਰਾ ਕੀਤਾ। ਹੁਣ ਇਸ ਨੂੰ ਆਪਾਂ ਗੱਲ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਵੀ ਇਹੀ ਗੱਲਾਂ ਸਮਝਾ ਰਹੇ ਨੇ। ਜਦੋਂ ਮਨ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਦਾ ਹੈ ਨਾ, ਸਤਿਗੁਰੂ ਜੀ ਕਿਵ ਸਚਿਆਰਾ ਹੋਈ ਹੈ, ਮੈਂ ਸਚਿਆਰ ਬਣਨਾ ਚਾਹੁੰਦਾ, ਮੈਨੂੰ ਤੁਸੀਂ ਰਸਤਾ ਦੱਸੋ, ਮੈਨੂੰ ਤੁਸੀਂ ਮਿਹਰ ਕਰੋ, ਮੈਨੂੰ ਸਮੱਤ ਬਖਸ਼ੋ। ਸਤਿਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲ, ਜਿਹੜਾ ਤੇਰੇ ਨਾਲ ਲਿਖਿਆ। ਕਹਿੰਦੇ ਕੀ ਹੋਏਗਾ ਹੁਕਮ ਦੇ? ਕਹਿੰਦੇ ਤੇਰੇ ਹੁਕਮ ਵਿੱਚ ਚੱਲਣ ਦੇ ਨਾਲ ਜਦੋਂ ਤੂੰ ਹੁਕਮ ਨੂੰ ਬੁੱਝ ਲਏਗਾ ਤੇ ਫਿਰ ਤੂੰ ਹੁਕਮ ਨੂੰ ਆਪਣੇ ਅੰਦਰ ਵਸਾ ਲਏਗਾ। ਕਹਿੰਦੇ ਤੇਰੇ ਅੰਦਰ ਹੁਕਮ ਵਸ ਜਾਏਗਾ।
ਤੇਰੇ ਅੰਦਰ ਸ਼ਬਦ ਵਸ ਜਾਏਗਾ, ਤੇਰੇ ਅੰਦਰ ਬਾਣੀ ਵਸ ਜਾਏਗੀ, ਜਿਸ ਨੂੰ ਆਖਦੇ ਨੇ ਸੱਚਖੰਡ ਵਸੈ ਨਿਰੰਕਾਰ। ਤੇਰੇ ਅੰਦਰ ਹੁਕਮ ਵਸ ਜਾਏਗਾ, ਤੇਰੇ ਅੰਦਰ ਸੱਚ ਵਸ ਜਾਏਗਾ, ਤੇ ਉਹਦੇ ਨਾਲ ਕੀ ਹੋਏਗਾ ਕਹਿੰਦੇ ਨੇ, ਕਹਿੰਦੇ ਤੇਰਾ ਇੱਕ ਆਕਾਰ ਬਣੇਗਾ ਉਸ ਹੁਕਮ ਦੇ ਨਾਲ। ਫਿਰ ਤੇਰਾ ਇੱਕ ਆਕਾਰ, ਹੁਕਮੀ ਹੋਵਨ ਆਕਾਰ। ਜਦੋਂ ਕਹਿੰਦੇ ਤੂੰ ਆਪਣੇ ਅੰਦਰ ਇੱਕ ਹੁਕਮ ਨੂੰ ਵਸਾ ਲੇਗਾ ਤਾਂ ਉਸ ਹੁਕਮ ਤੋਂ ਬਾਅਦ ਤੇਰਾ ਜਿਹੜਾ ਆਕਾਰ ਬਣੇਗਾ, ਉਸਨੂੰ ਉਸ ਉਰੇ ਆਖ ਰਹੇ ਨੇ ਗੁਰਮੁਖ ਸਾਚੈ ਕੀਆ ਆਕਾਰਾ। ਉਹ ਇੱਥੇ ਉਸਨੇ ਮਨ ਨੇ ਜਿਹਨੇ ਸੱਚ ਨੂੰ ਬੁੱਝ ਕੇ ਉਹ ਆਕਾਰ ਇੱਥੇ ਬਣਾਉਣਾ ਸਟਾਰਟ ਕਰ ਦਿੱਤਾ, ਜਿਸ ਨੂੰ ਆਖ ਰਹੇ ਨੇ ਹਰ ਜੀਓ ਕੀ ਹੈ ਸਭ ਸਰਕਾਰਾ। ਹੁਣ ਮਨ ਦੀ ਸਰਕਾਰ ਸ਼ਬਦ ਦੇ ਨਾਲ ਚੱਲ ਰਹੀ ਹੈ ਹੁਕਮ ਰੂਪ ਵਿੱਚ। ਮਨ ਸਤਿਗੁਰੂ ਜੀ ਦੇ ਹੁਕਮ ਨੂੰ ਨਾਲ ਲੈ ਕੇ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਨਾਲ ਲੈ ਕੇ ਆਕਾਰ ਬਣਾ ਰਿਹਾ। ਉਸ ਆਕਾਰ ਵਿੱਚ ਕੀ ਹੋਇਆ, ਜਿਸ ਨੂੰ ਉਰੇ ਕਹਿ ਰਹੇ ਨੇ ਨਾ ਆਕਾਰ ਕੀਆ ਸੱਚ ਹੈ ਕੀਆ ਆਕਾਰਾ। ਜਪਜੀ ਸਾਹਿਬ ਵਿੱਚ ਉਸਨੂੰ ਆਖਦੇ ਨੇ ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸੇ ਰੁਤੀ ਮਹਾਕਵਨ ਜਿਤ ਹੋਆ ਆਕਾਰ। ਪਹਿਲਾਂ ਕਹਿ ਰਹੇ ਸੀ ਹੁਕਮੀ ਹੋਵਨ ਆਕਾਰ, ਕਹਿੰਦੇ ਉਸ ਹੁਕਮ ਦੇ ਨਾਲ ਤੇਰਾ ਇੱਕ ਆਕਾਰ ਹੋਏਗਾ। ਹੁਣ ਕਹਿ ਰਹੇ ਨੇ ਜਿਤ ਹੋਆ ਆਕਾਰ, ਉਹ ਆਕਾਰ ਹੋ ਗਿਆ। ਕਿਹੜਾ ਆਕਾਰ, ਉਸ ਨੂੰ ਫਿਰ ਸੱਚਖੰਡ ਵਾਲੀ ਅਵਸਥਾ ਵਿੱਚ ਬਿਆਨ ਕਰਦੇ ਨੇ। ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖ, ਉਹ ਸੱਚਖੰਡ ਵਸੈ ਨਿਰੰਕਾਰ। ਉਸ ਵਿੱਚ ਅੱਗੇ ਜਾ ਕੇ ਆਖਦੇ ਨੇ ਤਿਥੈ ਲੋ ਲੋ ਆਕਾਰ। ਉੱਥੇ ਕੀ ਹੁੰਦਾ, ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਉਹਨਾਂ ਦੀ ਹੁਣ ਕਾਰ ਹੁਕਮ ਦੇ ਦੁਆਰਾ, ਹੁਣ ਜੋ ਹੁਕਮ ਸਤਿਗੁਰੂ ਜੀ ਦਿੰਦੇ ਨੇ, ਜੋ ਸਤਿਗੁਰੂ ਜੀ ਦਾ ਹੁਕਮ ਹੈ, ਅੰਦਰਲੇ ਵਾਲੇ ਸਾਰੇ ਆਕਾਰ ਦਾ ਭਾਵ ਅੰਦਰ ਵਾਲੀ ਸਾਰੀ ਸ੍ਰਿਸ਼ਟੀ ਦਾ ਹੁਣ ਉਹ ਕਾਰ ਹੁਕਮ ਦੇ ਵੱਲੀ ਹੋ ਜਾਂਦੇ, ਜਿਸ ਨੂੰ ਆਖਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ। ਦੇਖੋ ਹੁਣ ਆਪਾਂ ਥੋੜਾ ਜਿਹਾ ਕਾਰ ਤੇ ਵੀ ਕਾਰ ਦੀ ਗੱਲ ਵੀ ਸਮਝਣ ਦੀ ਗੱਲ ਕਰੀ। ਇੱਥੇ ਲਿਖਿਆ ਹੋਇਆ ਅਕਾਰਾ। ਇੱਕ ਹੁੰਦਾ ਕਾਰ, ਕਾਰ ਹੁੰਦਾ, ਇੱਕ ਹੁੰਦਾ ਅਕਾਰਾ, ਇੱਕ ਹੁੰਦਾ ਵੇਕਾਰ। ਗੁਰਬਾਣੀ ਵਿੱਚ ਵਿਕਾਰ ਵੀ ਆਇਆ। ਇਹ ਕਾਰ ਦਾ ਨੈਗੇਟਿਵ ਸੈਂਸ ਹੈ, ਜਿਸ ਨੂੰ ਗੁਰਬਾਣੀ ਆਖਦੀ ਹੈ ਜਦੋਂ ਮਨ ਕੁੜਿਆਰ ਸੀ ਨਾ, ਉਦੋਂ ਮਨ ਅਰਦਾਸ ਕਰਦਾ ਸੀ ਸਤਿਗੁਰੂ ਜੀ। ਜਦੋਂ ਗੁਰਮੁਖ ਹੋਇਆ ਨਾ, ਉਹਨੇ ਆ ਕੇ ਕੀ ਅਰਦਾਸ ਕੀਤੀ, ਕਹਿੰਦਾ ਹਉ ਢਾਡੀ ਵੇਕਾਰ ਕਾਰੈ ਲਾਇਆ। ਕਹਿੰਦਾ ਮੈਂ ਨਾ, ਮੇਰੀ ਜਿਹੜੀ ਕਾਰ ਸੀ ਨਾ ਬੜੀ ਵਿਕਾਰਾਂ ਵਾਲੀ ਮੇਰੀ ਕਾਰ ਸੀ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਚ ਆਇਆ, ਮੈਨੂੰ ਸਚਿਆਰ ਬਣਨਾ, ਮੈਨੂੰ ਸਮੱਤ ਬਖਸ਼ੋ। ਕਹਿੰਦੇ ਨੇ ਫਿਰ ਸਤਿਗੁਰੂ ਜੀ ਨੇ ਕੀ ਕੀਤਾ, ਹਉ ਢਾਡੀ ਵਿਕਾਰ, ਕਹਿੰਦੇ ਨੇ ਉਹਨੇ ਕਾਰੈ ਲਾਇਆ, ਮੈਨੂੰ ਇੱਕ ਕਾਰ ਦੇ ਨਾਲ ਲਗਾਇਆ। ਉਹ ਕਾਰ ਕਿਹੜੀ ਸੀ, ਕਹਿੰਦੇ ਨੇ ਜਿਸ ਨੂੰ ਆਖਦੇ ਨੇ ਹਉ ਮੂਰਖ ਕਾਰੈ ਲਾਇਆ ਨਾਨਕ ਹਰ ਕੰਮੈ। ਉਸ ਨੂੰ ਗੁਰਬਾਣੀ ਆਖਦੀ ਹੈ ਹਰ ਨਾਮੈ ਕੀ ਸਤਿਗੁਰ ਹਮਕੋ ਕਾਰ ਕੁੰਨੀ ਦੀ। ਹਰ ਨਾਮ ਦੀ ਸਾਨੂੰ ਸੱਚੇ ਹੁਕਮ ਦੀ, ਜਿਸ ਨੂੰ ਕਹਿੰਦੇ ਨੇ ਆਦ ਸੱਚ ਦੀ, ਉਹ ਸੱਚ ਰੂਪੀ ਕਾਰ ਸਾਨੂੰ ਸਤਿਗੁਰੂ ਜੀ ਨੇ ਦਿੱਤੀ। ਉਸ ਨੂੰ ਕਹਿੰਦੇ ਨੇ ਵਿਕਾਰਾਂ ਤੋਂ ਸਾਡਾ ਆਕਾਰ। ਆਕਾਰਾ ਪੋਜ਼ਿਟਿਵ ਸੈਂਸ ਵਿੱਚ, ਕਾਰ ਤੋਂ ਆਕਾਰਾ। ਇੱਕ ਤਾਂ ਹੁੰਦਾ ਸਿਰਫ ਕਾਰ, ਕੋਈ ਕੰਮ ਕਰਨਾ, ਲੇਕਿਨ ਇੱਕ ਹੈ ਵਿਕਾਰ ਵਾਲੇ ਕੰਮ ਕਰਨੇ, ਵਿਕਾਰਾਂ ਵਾਲੇ ਕੰਮ ਕਰਨੇ, ਉਸ ਨੂੰ ਕਹਿੰਦੇ ਨੇ ਵਿਕਾਰਾ। ਇੱਕ ਕਹਿੰਦੇ ਨੇ ਆਕਾਰਾ, ਕਾਰ ਤਾਂ ਕਰਨੀ ਹੈ ਲੇਕਿਨ ਬਹੁਤ ਚੰਗੇ ਉੱਚੇ ਉੱਚੇ ਖਿਆਲਾਂ ਵਾਲੀ ਆਕਾਰ, ਆਕਾਸ਼ਾਂ ਵਾਲੀ, ਆਦ ਆਕਾਸ਼ਾਂ ਵਾਲੀ ਕਾਰ, ਭਾਵ ਉੱਚੇ ਉੱਚੇ ਉੱਚੀ ਮੱਤ ਵਾਲੇ ਕਾਰ, ਜਿਸ ਨੂੰ ਕਹਿੰਦੇ ਨੇ ਹਰ ਨਾਮੈ ਕੀ ਸਤਿਗੁਰ ਕਾਰ ਕੁੰਨੀ ਦੀ। ਜਦੋਂ ਨਾਮ ਦੀ ਕਾਰ ਜਦੋਂ ਅਸੀਂ ਕਰਨ ਲੱਗ ਜਾਂਦੇ ਹਾਂ, ਸਤਿਗੁਰੂ ਜੀ ਜਿਸ ਨੂੰ ਆਖਦੇ ਨੇ ਨਾ ਹਰ ਆਕਾਰ, ਸੱਚ ਮਨ ਸੱਚ ਬੁੱਝ ਹੈ, ਜਿਸ ਨੂੰ ਇਸ ਅਖੀਰਲੇ ਬੰਦ ਦੇ, ਇਸ ਬੰਦ ਦੇ ਅਖੀਰਲੀ ਤੁਕ ਵਿੱਚ ਆਖ ਰਹੇ ਨੇ ਸੋ ਸੱਚ ਬੁੱਝ ਹੈ। ਜਦੋਂ ਅਸੀਂ ਸੱਚ ਰੂਪੀ ਕਾਰ, ਨਾਮ ਰੂਪੀ ਕਾਰ ਨੂੰ ਬੁੱਝ ਲੈਂਦੇ ਹਾਂ ਤਾਂ ਸਾਡੀ ਉਹ ਆਕਾਰ, ਸਾਡੇ ਮਨ ਦਾ ਹੁਕਮ ਸਾਡਾ ਆਧਾਰ ਬਣ ਜਾਂਦਾ। ਫਿਰ ਮਨ ਉਸ ਦੇ ਨਾਲ ਆਪਣੇ ਅੰਦਰਲਾ ਆਕਾਰ ਰਚਦਾ। ਉਹ ਜਿਸ ਨੂੰ ਆਖ ਰਹੇ ਸੀ ਨਾ ਹੁਕਮੀ ਹੋਵਨ ਆਕਾਰ, ਉਹ ਕਹਿੰਦੇ ਨੇ ਹੋ ਗਿਆ ਸੱਚ ਹੈ ਕੀਆ ਆਕਾਰਾ, ਹੋ ਗਿਆ। ਹੁਣ ਇਹਦੇ ਵਿੱਚ ਕੀ ਹੋ ਰਿਹਾ, ਹੁਣ ਇਹਦੇ ਚ ਕੀ, ਇਸ ਆਕਾਰ ਚ ਕੀ ਚੱਲ ਰਿਹਾ ਹੈ, ਇਸ ਸ੍ਰਿਸ਼ਟੀ ਚ ਕੀ ਚੱਲ ਰਿਹਾ ਹੈ, ਜਿਵ ਜਿਵ ਹੁਕਮ ਤੇ ਵੈ ਤੇ ਵਿਕਾਰ। ਹੁਣ ਹੁਕਮ ਵਾਲੀ ਕਾਰ ਨਿਰੰਤਰ ਮਨ ਦੇ ਥਰੂ ਚੱਲ ਰਹੀ ਹੈ। ਔਰ ਕਹਿੰਦੇ ਇਹ ਕਾਰ ਕਿੱਥੇ ਕਿੱਥੇ ਚੱਲ ਰਹੀ ਹੈ, ਕਹਿੰਦੇ ਪਸਰਿਆ ਸਭ ਪਸਾਰਾ। ਇਹ ਹੁਕਮ ਦੀ ਕਾਰ ਪੂਰੇ ਪਸਾਰੇ ਵਿੱਚ, ਅੰਦਰ ਵਾਲੇ ਪੂਰੇ ਪਸਾਰੇ ਵਿੱਚ ਚੱਲ ਰਹੀ ਹੈ। ਲੇਕਿਨ ਇਹ ਹੋਇਆ ਕਦੋਂ, ਕਿਵੇਂ, ਕਹਿੰਦੇ ਮਨ ਗੁਰਮੁਖ ਹੋਇਆ, ਤੇ ਗੁਰਮੁਖ ਹੋ ਕੇ ਸਤਿਗੁਰੂ ਜੀ ਨੇ ਜੋ ਸੱਚ ਦੀ ਨੂੰ ਸਿੱਖਿਆ ਦਿੱਤੀ ਸੀ, ਇਸ ਨੇ ਉਹ ਬੁੱਝ ਲਈ। ਜੋ ਸ਼ਬਦ ਨੇ ਸੱਚੀ ਸਿੱਖਿਆ ਦਿੱਤੀ ਸੀ ਉਹ ਬੁੱਝ ਲਈ, ਤੇ ਤਾਂ ਇਹਨੂੰ ਇਹ ਸੁੱਖ ਪ੍ਰਾਪਤ ਹੋਇਆ।
ਤੇ ਉਹਦੇ ਨਾਲ ਹੁਣ ਇਹਦਾ ਅੰਦਰਲਾ ਜਿਹੜਾ ਸਾਰਾ ਪਸਾਰਾ ਹੁਕਮ ਦੇ ਵਿੱਚ ਕਾਰ ਕਰ ਰਿਹਾ ਹੈ। ਹਾਂਜੀ ਬਹੁਤ ਸੋਹਣੇ ਤਰੀਕੇ ਨਾਲ ਸੁਖਵਿੰਦਰ ਵੀਰ ਜੀ ਆਪ ਜੀ ਨੇ ਆਕਾਰ ਨੂੰ ਵੀ ਤੇ ਜਿਵ ਜਿਵ ਹੁਕਮ ਤੇ ਕਾਰ ਹੁਕਮ ਦੇ ਜਿਹੜੀ ਉਹ ਪੌੜੀ ਹੈ ਉਹਨੂੰ ਵੀ ਆਪ ਜੀ ਨੇ ਬੜੀ ਖੂਬਸੂਰਤੀ ਨਾਲ ਖੋਲਣਾ ਕੀਤਾ ਹੈਗਾ। ਇਹ ਸੱਚਖੰਡ ਵਾਲੀ ਅਵਸਥਾ ਇਸ ਬੰਦ ਵਿੱਚ ਸਤਿਗੁਰੂ ਜੀ ਐਕਸਪਲੇਨ ਕਰ ਰਹੇ ਹਨ। ਜੀ ਜੀ ਬੜੇ ਖੂਬਸੂਰਤ ਅੱਖਰਾਂ ਨਾਲ ਆਪ ਜੀ ਨੇ ਕੀਤਾ ਹੈਗਾ। ਬਾਹਰਲੇ ਆਕਾਰ ਤੋਂ ਅੰਦਰ ਦਾ ਆਕਾਰ ਜਿਹੜਾ ਬਣਨਾ ਹੈਗਾ, ਅੰਦਰ ਦੇ ਆਕਾਰ ਨੂੰ ਆਪ ਜੀ ਨੇ ਖੋਲ ਕੇ ਸਮਝਾਉਣਾ ਕਰ ਦਿੱਤਾ ਹੈਗਾ। ਜੀ ਭੁਪਿੰਦਰ ਵੀਰ ਜੀ। ਹਾਂਜੀ ਅਸੀਂ ਨਾ ਜਦੋਂ ਸੌਰੀ ਮੈਂ ਲੇਟ ਜੁਆਇਨ ਕੀਤਾ, ਕੱਲ ਨਾ ਅਸੀਂ 7ਵੇਂ ਪਦੇ ਤੇ ਛੋੜਿਆ ਸੀ। ਉਹ ਜਦੋਂ ਹਰਜੀਓ ਬਣ ਜਾਂਦਾ ਹੈ ਸਾਡਾ ਮਨ, ਤਾਂ ਉਹ ਸਤਿਗੁਰੂ ਦੀ ਮੱਤ ਲੈ ਚੁੱਕਾ ਹੈ ਔਰ ਬੇਪਰਵਾਹ ਹੋ ਜਾਂਦਾ ਹੈ। ਉਸ ਤੋਂ ਅਗਲਾ ਪਤਾ ਹੈ ਤੁਸੀਂ ਵਿਚਾਰ ਚੁੱਕੇ ਹੋ, ਪਰ ਮੈਂ ਲੇਟ ਜੁਆਇਨ ਕੀਤਾ ਇਸ ਕਰਕੇ ਉਸ ਲਿੰਕ ਨੂੰ ਲੈ ਕੇ ਹਰਜੀਓ ਕੀ ਹੈ ਸਭ ਸਿਰਕਾਰਾ। ਹੁਣ ਉਹ ਜਿਹੜਾ ਮਨ ਅੰਦਰ ਰੱਬ ਜੀ ਨਾਲ ਮਰਜ ਹੋ ਚੁੱਕਾ ਹੈ ਨਾ, ਉਸ ਨੂੰ ਹਰਜੀਓ ਕਹਿੰਦੇ ਨੇ। ਔਰ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਅੰਦਰ ਦੀ ਵੀ ਕਾਰ ਕਮਾਣ ਜੋਗਾ ਹੋ ਗਿਆ ਤੇ ਉਹ ਸਾਰੇ ਅੰਗਾਂ ਤੇ ਆਪਣੀ ਸਾਰੀ ਸ੍ਰਿਸ਼ਟੀ ਤੇ ਆਪਣੇ ਰੋਮ ਰੋਮ ਤੇ ਉਹ ਵਾਲੀ ਕਾਰ ਚਲਾਉਂਦਾ ਹੈ। ਇਹ ਜਮ ਕਿਆ ਕਰੇ ਵਿਚਾਰਾ, ਫਿਰ ਉਸ ਨੂੰ ਵਿਕਾਰ ਸਤਾਉਂਦੇ ਨੇ। ਵਿਕਾਰ ਬੌਦਰ ਨਹੀਂ ਕਰਦੇ ਨੇ ਉਸਦੇ। ਇਹ ਸਾਰੇ ਪਹਿਲਾਂ ਜਿਹੜੇ ਅੰਗ ਸੀ ਨਾ, ਇਹਨਾਂ ਨੂੰ ਬੌਦਰ ਕਰਦੇ ਸਨ ਅੰਗ ਜਿਤਨੇ ਵੀ ਨੇ, ਕਿਉਂਕਿ ਮਨ ਆਪ ਜਮਾ ਦੇ ਵਸ ਪਿਆ ਇਸ ਨੂੰ ਜਮ ਕੀ ਮੱਤ ਕਹਿੰਦੇ ਨੇ। ਸੋ ਹਰਜੀਓ ਕੀ ਹੈ ਸਭ ਸਿਰਕਾਰਾ। ਅਸੀਂ ਨਾ ਜਦੋਂ ਜਪਜੀ ਵਿਚਾਰਨਾ ਸ਼ੁਰੂ ਕੀਤਾ ਸੀ ਨਾ, ਤਾਂ ਅਸੀਂ ਸਮਝੇ ਸੀ ਕੱਲ ਦਾ ਕੁਐਸਚਨ ਇਹਦੇ ਨਾਲ ਆਨਸਰ ਹੋਏਗਾ ਕਿ ਬਾਹਰ ਸ੍ਰਿਸ਼ਟੀ ਵਿੱਚ ਰੱਬ ਕਿਸ ਤਰ੍ਹਾਂ ਹੈ। ਤਾਂ ਅਸੀਂ ਇਹ ਸਮਝੇ ਸੀ ਸਾਰੀ ਸ੍ਰਿਸ਼ਟੀ ਵਿੱਚ ਰੱਬ ਮਤਲਬ ਉਹ ਸਭ ਜਗ੍ਹਾ ਆਪਣੇ ਹੁਕਮ ਵਿੱਚ ਨਿਯਮ ਵਿੱਚ ਵਸ ਰਿਹਾ। ਉਹਨੂੰ ਕਹਿੰਦੇ ਨੇ ਕਣ ਕਣ ਮੇਂ ਭਗਵਾਨ ਹੈ, ਸਭ ਜਗ੍ਹਾ ਹੈ। ਭਾਵ ਉਹਨੇ ਆਪਣੇ ਨਿਯਮ ਚਲਾਏ ਉਹਨੇ ਔਰ ਆਪਣੇ ਨਿਯਮਾਂ ਤੋਂ ਵੱਖ ਕਿਧਰੇ ਨਹੀਂ ਬੈਠਾ ਹੋਇਆ। ਸੋ ਇਹ ਨਿਯਮ ਜਿਹੜੇ ਇਨਐਵਿਟੇਬਲ ਸਭ ਜਗ੍ਹਾ ਸਾਰਿਆਂ ਵਾਸਤੇ ਬਰਾਬਰ, ਹਿੰਦੂ ਮੁਸਲਮਾਨ ਸਿੱਖ ਈਸਾਈ ਐਥਿਸਟ ਕਮਿਊਨਿਸਟ ਸਾਰਿਆਂ ਵਾਸਤੇ ਇੱਕੋ ਜਿਹੇ ਉਹਦੇ ਹੁਕਮ ਨਿਯਮ ਚੱਲ ਰਹੇ ਨੇ ਨਾ ਇਸ ਸ੍ਰਿਸ਼ਟੀ 'ਚ। ਉਹ ਵਾਲੀ ਕਾਰ ਨਾ ਮਨ ਨੂੰ ਵੀ ਸਮਝ ਆ ਗਈ ਹੈ ਕਿ ਉਹ ਵਾਲੀ ਕਾਰ ਮੇਰੇ ਸਰੀਰ ਅੰਦਰ ਵੀ ਸੇਮ ਨਿਯਮ ਚੱਲ ਰਹੇ ਨੇ। ਸੋ ਇੱਕ ਉਹ ਅਹੰਕਾਰ ਉਹ ਐ ਸਮਝ ਜਾਂਦਾ ਜਿਹੜੀ ਹੈ ਬਾਹਰ ਸ੍ਰਿਸ਼ਟੀ ਵਿੱਚ ਕਾਰ ਨਿਯਮ ਚੱਲ ਰਹੇ ਨੇ, ਉਹ ਵਾਲੇ ਨਿਯਮ ਮੇਰੇ ਉੱਤੇ ਵੀ ਚੱਲ ਰਹੇ ਨੇ, ਉਹ ਯੂਨੀਕ ਨੇ। ਸੋ ਉਹ ਵਾਲੇ ਨਿਯਮ ਸਮਝਦਾ, ਉਹਨੂੰ ਹੁਕਮ ਰਜ਼ਾਈ ਚੱਲਣਾ ਹੀ ਕਹਿੰਦੇ ਨੇ। ਨਿਯਮ ਸਮਝਦਾ ਤੇ ਕੁੜਿਆਰ ਤੋਂ ਸੁਚਿਆਰ ਹੁੰਦਾ ਹੈ। ਸੋ ਹਰਜੀਓ ਕੀ ਹੈ ਸਭ ਸਿਰਕਾਰਾ। ਇਹ ਪਹਿਲਾਂ ਜਮ ਕੀ ਸਿਰਕਾਰ ਤੇ ਚੱਲਦਾ ਸੀ। ਜਮ ਕੀ ਸਿਰਕਾਰ ਨੂੰ ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਹੈ, ਇਹ ਜਮ ਕੀ ਸਿਰਕਾਰ ਹੈ। ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਜਿਤਨਾ ਅਸੀਂ ਜਮ ਦੀ ਭਾਵ ਈਵਲਸ ਦੀ ਵਾਈਸਿਸ ਦੀ ਕਾਰ ਕਮਾਉਂਦੇ ਹਾਂ ਤੇ ਦੁਖੀ ਰਹਿੰਦੇ ਹਾਂ, ਮਨ ਨੂੰ ਇਹ ਗੱਲ ਸਮਝ ਆ ਗਈ। ਮਨ ਹੁਣ ਅੰਦਰ ਦੀ ਮੱਤ ਲੈ ਕੇ ਇਹ ਕਾਰ ਕਮਾਣ ਜੋਗਾ ਹੋ ਗਿਆ, ਆਪਣੇ ਸਾਰੇ ਅੰਗਾਂ ਨੂੰ ਹੀ ਦਿੰਦਾ ਹੈ। ਇਹਦੇ ਉੱਤੇ ਮੈਂ ਇੱਕ ਲੇਖ ਲਿਖਿਆ, ਮੈਂ ਜੇ ਲੱਭ ਗਿਆ ਤੇ ਮੈਂ ਸਾਂਝ ਕਰਾਂਗਾ। ਇਹਨੂੰ ਕਹਿੰਦੇ ਨੇ ਮਿੱਟੀ ਸਾਜਨਾ। ਆਪ ਜਦੋਂ ਸਾਡਾ ਮਨ ਅਗਿਆਨੀ ਹੁੰਦਾ ਹੈ ਨਾ, ਉਸ ਅਵਸਥਾ ਨੂੰ ਮਿੱਟੀ ਕਹਿੰਦੇ ਨੇ। ਇਸ ਸਰੀਰ ਨੂੰ ਮਿੱਟੀ ਨਹੀਂ ਕਹਿੰਦੇ। ਮਨ ਅਗਿਆਨਤਾ ਦੀ ਅਵਸਥਾ 'ਚ ਜਿਹੜਾ ਹੈ, ਉਸ ਵੇਲੇ ਮਨ ਕੀ ਮੱਤ 'ਚ ਹੈ, ਉਹਨੂੰ ਉਸ ਅਵਸਥਾ ਨੂੰ ਮਿੱਟੀ ਕਹਿੰਦੇ ਨੇ। ਤੇ ਇਸ ਮਿੱਟੀ ਨੂੰ ਸਾਜਿਆ ਜਾਂਦਾ ਹੈ, ਇਸ ਮਿੱਟੀ ਦੀ ਮੂਰਤ ਘੜੀ ਜਾਂਦੀ ਹੈ, ਇਸ ਮਿੱਟੀ ਦੀ ਸੁਰਤ ਮਤ ਬੁੱਧ ਘੜੀ ਜਾਂਦੀ ਹੈ। ਤਾਂ ਇਹ ਮਿੱਟੀ ਅੰਦਰ ਦੇ ਮੰਦਰ ਵਿੱਚ ਸਥਾਪਿਤ ਹੋਣ ਜੋਗੀ ਬਣ ਜਾਂਦੀ ਹੈ। ਅੰਦਰ ਦੇ ਮੰਦਰ ਅੰਦਰ ਮੂਰਤੀ ਸਥਾਪਿਤ ਕਰਨੀ ਸੀ, ਲੋਕੀ ਬਾਹਰ ਮੂਰਤੀਆਂ ਸਥਾਪਿਤ ਕਰ ਰਹੇ ਨੇ। ਸੋ ਅਸੀਂ ਇਸ ਨੂੰ ਜਪਜੀ ਸਮਝਿਆ ਸੀ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿੰਦਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਉਹ ਸਾਰਾ ਤੁਸੀਂ ਉਸ ਐਂਗਲ ਨੂੰ ਜ਼ਰੂਰ ਸੁਣਨਾ, ਭਾਵੇਂ ਐਕਸੈਪਟ ਨਾ ਹੋਏ ਤਾਂ ਕੋਈ ਗੱਲ ਨਹੀਂ। ਸੋ ਉਹ ਹਰਜੀਓ ਬਣ ਗਿਆ। ਉਹ ਜਿਹੜੀ ਕਾਰ ਨਿਯਮ ਹੈ ਉਸ ਨੂੰ ਅਪਲਾਈ ਕਰਦਾ ਹੈ, ਤਾਂ ਫਿਰ ਵਿਕਾਰ ਉਸ ਨੂੰ ਸਤਾਉਂਦੇ ਦਾ ਹੁਕਮ ਕਮਾਵੇ। ਫਿਰ ਇਹ ਹਰਜੀਓ ਜਿਹੜਾ ਹੈ ਨਾ, ਇਹ ਸਾਰੇ ਅੰਗ ਵੀ ਇਹ ਇਸੀ ਵਾਲਾ ਹੁਕਮ ਕਮਾਉਣ ਲੱਗ ਪੈਂਦੇ ਨੇ। ਤੇ ਉਹ ਇੱਥੇ ਆਇਆ, ਆਈ ਹੈਵ ਵਨ ਕੁਐਸਚਨ, ਕਿਸੇ ਨੇ ਪਾਇਆ।
जी तजिंदर वीर जी, आप जी ऑडियो ऑन करके पूछ लो सवाल। ਵੀਰ ਜੀ ਤੁਸੀਂ ਅੱਜ ਤੋਂ 3-4 ਦਿਨ ਪਹਿਲੇ ਇੱਕ ਸ਼ਬਦ ਦੀ ਵਿਚਾਰ ਸਾਂਝ ਕੀਤੀ ਸੀ। ਉਹ ਸ਼ਬਦ ਸੀਗਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਉਹ ਇਸ ਸ਼ਬਦ ਦੇ ਨਾਲ ਰਿਲੇਟਡ ਸੀਗਾ, ਇਸ ਲਈ ਮੈਂ ਵਿਚਾਰ ਤੁਹਾਨੂੰ ਡਿਸਟਰਬ ਕੀਤਾ, ਉਸ ਵਾਸਤੇ ਮਾਫੀ। ਵੀਰ ਜੀ ਤਾਂ ਤੁਸੀਂ ਵਿਚਾਰ ਵਿੱਚ ਦੱਸਿਆ ਸੀਗਾ ਕਿ ਜਿਹੜੀ ਇਹ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਇਹ ਸ਼ਬਦ ਜਿਹੜਾ ਹੈਗਾ ਇਹ ਸਾਡੇ ਸਰੀਰ ਵਾਸਤੇ ਸੰਬੋਧਿਤ ਕੀਤਾ ਗਿਆ ਹੈ। ਲੇਕਿਨ ਉੱਥੇ ਕੁਮਾਰ ਦਾ ਜ਼ਿਕਰ ਹੋ ਰਿਹਾ ਹੈ ਤੇ ਉੱਥੋਂ ਨਿਸ਼ਚੈ ਹੁੰਦਾ ਹੈ ਕਿ ਉਹ ਜਿਹੜੀ ਮਿੱਟੀ ਅਸੀਂ ਕਬਰਿਸਤਾਨ ਤੋਂ ਲੈ ਕੇ ਆਉਂਦੇ ਆ ਉਸ ਮਿੱਟੀ ਦਾ ਜ਼ਿਕਰ ਹੈਗਾ। ਤੇ ਤੁਸੀਂ ਉਸ ਸ਼ਬਦ ਨੂੰ ਵੀ ਔਰ ਇਸ ਸ਼ਬਦ ਨੂੰ ਵੀ ਆਪਣੇ ਸਰੀਰ ਰੂਪੀ ਆਤਮਾ ਨਾਲ ਜ਼ਿਕਰ ਕਰ ਰਹੇ ਹੋ। ਵੀ ਜੀ ਥੋੜਾ ਜਿਹਾ ਡਿਸਕਸ ਕਰਕੇ ਇਹਦੇ ਬਾਰੇ ਸਾਂਝ ਪਾ ਦੋਗੇ? ਜੀ हाँ जी, ये तो बड़ा प्रचलित है ही है कि कुम्हार जिहड़ा बाहर भांडे बनाता है, मिट्टी के बर्तन बनाता है, वो कब्रिस्तान तो मिट्टी लैके आंदा है। ये सारा बड़ा प्रचलित है। जिहड़ियां गल्लां तुसीं इत्थे सांझ कर रहे हो ना, ये गल्लां प्रचलित हैं ते प्रचलित गल्लां असीं भी सुनियां होईयां ते पढ़िया भी होया है कि कब्रिस्तान तो। ਤੇ ਮੈਂ ਜਦੋਂ ਕੁਵੈਤ ਗਿਆ ਸੀ, ਉੱਥੇ ਇੱਕ ਸੱਜਣ ਨੇ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਉਹਨਾਂ ਨੇ ਮੈਨੂੰ ਕਿਹਾ ਇੱਥੇ ਤਾਂ ਕੋਈ ਕਬਰਿਸਤਾਨ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ, ਕਬਰ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ, ਤੇ ਦੁਨੀਆ ਭਰ ਦੇ ਸਾਰੇ ਭਾਂਡੇ ਜਿੰਨੇ ਵੀ ਮਿੱਟੀ ਦੇ ਬਣਦੇ ਨੇ, ਭਾਵੇਂ ਚਾਈਨਾ ਅੰਦਰ ਬਣਦੇ ਨੇ, ਭਾਵੇਂ ਇੰਡੀਆ ਅੰਦਰ ਬਣਦੇ ਨੇ, ਕਿ ਸਾਰੇ ਕਬਰ ਦੀ ਮਿੱਟੀ ਲੈ ਕੇ ਹੀ ਬਣਦੇ ਨੇ। ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਮੈਂ ਅੱਜ ਕੱਲ੍ਹ ਆਸਾ ਕੀ ਵਾਰ ਖੋਜ ਰਿਹਾ ਹਾਂ, ਪਰ ਮੈਂ ਲੜੀਵਾਰ ਜਦੋਂ ਉਹਨੂੰ ਪੜ੍ਹਾਂਗਾ ਤਾਂ ਮੈਂ ਸਮਝਣ ਦਾ ਯਤਨ ਕਰਾਂਗਾ। ਤਾਂ ਫਿਰ ਬਾਅਦ ਵਿੱਚ ਮੈਂ ਉਹਨਾਂ ਨਾਲ ਸਾਂਝ ਕੀਤੀ ਸੀ, ਉਹੀ ਵਾਲਾ ਪੁਆਇੰਟ ਮੈਂ ਤੁਹਾਡੇ ਨਾਲ ਸਾਂਝ ਕੀਤਾ ਹੈ ਕਿ ਗੁਰੂ ਸਾਹਿਬ ਬਾਹਰਲੇ ਪੰਡਤ, ਬਾਹਰਲੇ ਜੋਗੀ, ਬਾਹਰਲੇ ਜਿਹੜੇ ਕਾਜ਼ੀ ਅਤੇ ਕੋਈ ਵੀ ਨੇ, ਉਹਨਾਂ ਦੇ ਬਦਲੇ अंदर दा पंडित समझाते ने जिहड़ा कबूल किया है। सो पंडित जो मन प्रबुद्ध है, सो जोगी जो जुगत पछाण है, वो अंदर दे कीते हुए ना। इस तरह ही सच्चा सुच्चा जिहड़ा मुसलमान बनता है ना, मुसलमान मोम दिल होवे वाला जिहड़ा मुसलमान बनता है, जिसदी सिदक दी सारी वो नमाज बारे गुरु साहब ने समझाया, वो वाली मिट्टी तां बनती है जे सतगुर कुम्हार कोलों कढ़वा लीए। हुण अपने ते अप्लाई होना चाहिए। वो मिट्टी कढ़न वास्ते सानू जपजी साहब कह रहे हैं कि इत्थे कढ़िया सुत मत मन। सो ये अपनी मिट्टी कढ़वांदा है। इस करके जिहड़ा मैं आर्टिकल लिखिया मैं लभ गया तो मैं तुहाडी सेवा जरूर हाजिर करांगा कि इनू मिट्टी साजना कहंदे ने। अपनी अवगुणी अज्ञानता की अवस्था के बदले अपनी मिट्टी नूं रब जी दे नाल इकमिक करन वाली, मंदिर दे अंदर स्थापित करने वाली मूर्ति। हम हर मंदिर सोई आखिया जिथों अर जाता, उस मंदिर अंदर सब भाव मन अंदर दरगाह विच मान पाके उत्थे पहुंच गया। सतगुर की जिसनों मताब है, सो सतगुर माए समाना। तू करता तू मुझ में। वीर जी थोप नहीं रहा, ए वाले अर्थ मिट्टी मुसलमान की वाले इम्पोज नहीं कर। मैं एक एंगल इस पक्षों समझण दा यतन किया कि जे सतगुर कुमार को जाइए तो वो साडी मिट्टी काट दिंदा है, सुरत मत बुद्ध काट दिंदा है। ये सारे एंगल नूं असीं उस पक्षों विचारिया सी। हाँ जी 4-5 दिन हो गए तेजिंदर जी, यू आर राइट। सो ये मन जदों हुक्मी बन जाता है तो हुक्म नूं कमाउंदा है, ते उस कार नूं कमाउंदा है, अपने अंगां नूं हुक्म देण जोगा हो जाता है। हुण इत्थे एक होर बड़ा कीमती पॉइंट आ, हुक्मे कढदा साहा है। ਇਹ ਕਿਹੜੇ ਸਾਹਾ ਨੇ? ਅਸੀਂ ਉਸ ਦਿਨ ਜਬ ਕੱਢਦਾ ਸਾਹਾ ਸਮਝ ਚੁੱਕੇ ਹਾਂ। ਹੁਣ आत्मक मौत नहीं मरदा, क्योंकि इन्हें जिहड़ा पौने पानी अग्नि का मेल, चंचल चप्पल बुद्ध का खेल जिहड़ा इन्हें वो वाली पौन सी ना, पौने पानी अग्नि का मेल, वो बाहरले शरीर की गल नहीं चल रही।
पौने पानी अग्नि का मेल, मैं एक ना भैड़ी हवा एक तृष्णा वाली अग्नि दे नाल अपनी चंचल चपल बुद्ध का खेल एक रचिया सी, मन नूं समझ आ जांदा है। वो जिहड़ी चंचल पौने पानी अग्नि का मेल जिहड़ी वो पवन सी ना, वो भैड़ी पवन सी। जदों साडे चों साडे घरां विच या गली विच ਅਸੀਂ ਕਿਸੇ ਬਦਮਾਸ਼ ਨੂੰ ਦੇਖਦੇ ਆ ਜਾਂ ਸਾਡਾ ਬੱਚਾ ਭਟਕ ਜਾਂਦਾ ਹੈ ਨੌਜਵਾਨੀ ਵਿੱਚ, ਤਾਂ ਬਜ਼ੁਰਗ ਉਹਨੂੰ ਕਹਿੰਦੇ ਆ ਆਜਕਲ ਕੌਣ ਸੀ ਹਵਾ ਮੇ ਘੁੰਮਤੇ ਹੋ। ਉਹ ਹਵਾ ਪਤਾ ਕਿਹੜੀ ਹੈ? ਇਹ ਵਾਲੇ ਬਾਹਰਲੀ ਸ੍ਰਿਸ਼ਟੀ ਦੀ ਹਵਾ ਨਹੀਂ, ਇੱਥੇ ਤ੍ਰਿਸ਼ਨਾ ਦੀ ਅਗਨੀ ਵਾਲੀ ਹਵਾ, ਉਹਨੂੰ ਕਾਰਬਨ ਡਾਈਆਕਸਾਈਡ ਦੁਨੀਆ ਵਿੱਚ ਕਹਿੰਦੇ ਨੇ, ਜਿਹਦੇ ਨਾਲ ਆਤਮਕ ਮੌਤ ਸਰੀਰਕ ਮੌਤ ਹੁੰਦੀ ਹੈ। ਇਹ ਆਤਮਕ ਮੌਤ, ਇਹਦੇ ਬਦਲੇ ਪਵਨ ਗੁਰੂ ਵਾਲੀ ਪਵਨ ਲੈਣੀ ਹੈ, ਉਹਨੂੰ ਆਕਸੀਜਨ ਕਵਾਂਗੇ। ਦੁਨਿਆਵੀ ਲੈਂਗੁਏਜ ਸਰੀਰ ਵਾਸਤੇ ਆਕਸੀਜਨ, ਮੇਰੇ ਆਤਮਕ ਮੌਤ ਨਾ ਹੋਏ ਉਹ ਵਾਲੀ। ਸੋਏ ਹੁਕਮੇ ਕੱਢਦਾ ਸਾਹਾ ਹੈ, ਇਹ ਭੈੜੀ ਹਵਾ ਵਾਲੇ ਸਾਹ ਖਤਮ ਕਰ ਦਿੰਦਾ, ਕਰਨ ਯੋਗ ਹੋ ਗਿਆ ਨਾ, ਕਿਉਂਕਿ ਇਹਨੂੰ ਸਿਰ ਕੀ ਕਾਰ ਕਮਾਣੀ ਆ ਗਈ, ਜਮ ਕੀ ਕਾਰ ਤੋਂ ਛੁੱਟਣਾ ਆ ਗਿਆ। ਜਮ ਕੀ ਕਾਰ ਵਾਲੇ ਹੀ ਸਾਹ ਕੱਢ ਲੈਂਦਾ। ਇਹਨੂੰ ਅਸੀਂ ਜਪਜੀ ਚ ਵਿਚਾਰਿਆ ਸੀ, ਗਾਵੇ ਕੋ ਵਿਰਲਾ ਮਨ ਇਹ ਗਾਣ ਲੱਗ ਪੈਂਦਾ, ਸਾਜ ਕਰੇ ਤਨ ਖੇ। ਇਹ ਤਨ ਕਿਹੜਾ ਖੇ ਕਰਦਾ? ਉਹ ਔਗਣੀ ਤਨ ਖੇ ਕਰਨ ਯੋਗ ਹੋ ਜਾਂਦਾ। ਔਗੁਣਾ ਵਾਲੇ ਤਨ ਨੂੰ ਖਤਮ ਕਰਨ ਯੋਗ ਹੋ ਜਾਂਦਾ ਹੈ। तो ਅਸੀਂ ਇਹਦੇ ਉੱਤੇ ਪੂਰਾ ਸੈਮੀਨਾਰ ਵੀ ਕੀਤਾ ਹੈ, ਪੌਣੇ ਪਾਣੀ ਅਗਨੀ ਕਾ ਮੇਲ। ਸਾਰੇ ਸੈਮੀਨਾਰ ਨਹੀਂ ਇੱਥੇ ਡਿਸਕਸ ਹੋ ਸਕਦੇ, ਸਾਰੀਆਂ ਟਰਮਸ ਨਹੀਂ ਡਿਸਕਸ ਹੋ ਸਕਦੀਆਂ, ਇਸ ਕਰਕੇ ਮੈਂ ਥੋੜਾ ਤੁਹਾਡੇ ਨਾਲ ਕੁਇਕ ਕਰਦਾ। ਪਰ ਮੈਂ ਬੇਨਤੀ ਕਰਦਾ, ਜਿੰਨੇ ਸੈਮੀਨਾਰਸ YouTube ਤੇ ਪਏ ਨੇ, ਤੁਸੀਂ ਉਹਨਾਂ ਨੂੰ ਡਿਟੇਲ ਨਾਲ ਸੁਣੋ, ਸਿਰਫ ਸੁਣੋ। ਤੇ ਸੁਣਨ ਵੇਲੇ ਇਹ ਕਹੋ, ਆਪਣੇ ਆਪ ਨੂੰ ਵੀ ਕਹੋ, ਜਿਹੜੀ ਪੁਰਾਣੀ ਪ੍ਰਚਲਿਤ ਥਿਉਰੀ ਹੈ ਅਤੇ ਜਿਹੜੀ ਟ੍ਰਾਂਸਲੇਸ਼ਨਸ ਲਿਖੀਆਂ ਹੋਈਆਂ ਅਤੇ ਜੋ ਸਾਡੇ ਪ੍ਰਚਾਰਕਾਂ ਨੇ ਸੁਣਾਇਆ, ਉਹ ਮੈਂ ਵੀ ਸੁਣਿਆ ਸੀ, ਉਹਨੇ ਵੀ ਸੁਣਿਆ ਸੀ, ਉਹਨੇ ਵੀ ਸੁਣਿਆ ਸੀ, ਪਰ ਜਿਸ ਐਂਗਲ ਤੋਂ ਇਹ ਜਪਜੀ ਸਾਹਿਬ ਹੁਣ ਵਿਚਾਰਿਆ ਜਾ ਰਿਹਾ ਹੈ, ਜਿਹਦੇ ਤੁਸੀਂ ਸ਼ਾਮੀ 5 ਵਜੇ ਟੇਪ ਵੀ ਦੇਖ ਰਹੇ ਹੋ, ਔਰ ਸਾਡੀ ਪੁਸਤਕ ਵੀ ਸਚਾਰਾ ਕਿਉਂ ਬਣੀ ਹੈ, ਕਾਸ਼ ਉਸ ਐਂਗਲ ਤੋਂ ਸਮਝੀਏ ਜਿਸ ਐਂਗਲ ਤੋਂ ਉਹਨੇ ਸੁਖਵਿੰਦਰ ਜੀ ਨੇ ਗੱਲ ਕੀਤੀ ਕਿ ਉਹ ਹੁਕਮੀ ਹੋਵਨ ਆਕਾਰ ਆਪਣੇ ਬਣਾ ਜੋ ਹੋ ਜਾਂਦਾ ਹੈ। ਚੰਗੇ ਚੰਗੇ ਗੁਣਾ ਦੇ ਆਕਾਰ ਬਣਾਣਾ ਬ੍ਰਹਮਾ ਦੀ ਅਵਸਥਾ। ਜਦੋਂ ਚੰਗੇ ਗੁਣਾ ਦਾ ਆਕਾਰ ਬਣਾਉਣ ਹੋ ਜਾਂਦਾ ਨਾ, ਉਹਨੂੰ ਉਸ ਕਹਿੰਦੇ ਨੇ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁੱਤੀ ਮਾਂ ਕਵਣ ਜਿਤ ਹੁਆ ਆਕਾਰ। ਕੋਈ ਕਲੇਮ ਨਹੀਂ ਕਰ ਸਕਦਾ ਮੈਂ ਕਿਹੜੇ ਕਰਮ ਕਾਂਡ ਕਰਕੇ, ਕਿਹੜੇ ਰੁੱਤ ਮਹੀਨੇ ਵਿੱਚ, ਕਿਹੜੇ ਸਮੇਂ ਵੇਲੇ ਆਪਣੇ ਅੰਦਰ ਦਾ ਆਕਾਰ ਬਣਾਇਆ। when I got transformed, ਉਹ ਘੜੀ, ਉਹ ਪਲ, ਉਹ ਦਿਨ, ਉਹ ਰਾਤ, ਉਹ ਰੁੱਤਾਂ, ਉਹ ਮਹੀਨੇ ਲੱਭੇ ਨਹੀਂ ਜਾ ਸਕਦੇ। ਕੋਈ ਪੰਡਤਾਈ ਨਾਲ ਵੀ ਨਹੀਂ ਲੱਗ ਸਕਦਾ। ਵੇਲ ਨਾ ਪਾਈਆ ਪੰਡਤੀ, ਤੂੰ ਪੰਡਤਾਈ ਧਾਰ ਲੈ, ਇੱਥੇ ਜਿਤਨੇ ਮਰਜੀ ਗ੍ਰੰਥ ਪੜ ਲੈ, ਤੂੰ ਨਹੀਂ ਸਮਝ ਸਕਦਾ ਕਿ ਚੰਗਾ ਆਕਾਰ ਕਿਵੇਂ ਬਣਦਾ ਤੇ ਕਦੋਂ ਬਣਦਾ ਹੈ। ਜੇ ਤੂੰ ਕੋਈ ਦੱਸੇਗਾ ਐਸੇ ਐਸੇ ਬਣता है, तो लोग वाले ऐसे ऐसे वाले बाहरले कर्म कांड करने शुरू कर देंगे। फलाने महीने में बनता है, फलानी रुत में बनता है ना, वेल ना पाइया पंडित जी होगा लेकिन वक्त न पायो कादियां। ये सारे बाहरले ग्रंथ पढ़ के तू जिस तरह मर्जी हो जा, अपने अंदर दे आकार बारे क्लेम नहीं कर सकता किस वेले नवा आकार बनया। सो इसनूं समझदा है, अपने अंदर दे नवे आकार बनाण जूगा हो जांदा है। ओदा हुणे तुहाडा तीजा पदा आया, पदा नंबर 9, गुरमुख साचे किया आकारा। गुरु दे मुख तो निकली हुई बात। मैनू बाणी पढ़ के समझ आया सी, मेरी तुच्छ बुद्धि होएगी, मेरी लिमिटेड सोच होएगी, मेरी ज्यादा खोज नहीं है, इस करके मैनू यह समझ आया बाणी चों किसी मनुख नूं गुरमुख नहीं कहते।
ਬਾਣੀ ਪੜ੍ਹੀ, ਜਪਜੀ ਸਾਹਿਬ ਪੜ੍ਹਿਆ, ਅੱਖਾਂ ਅੱਡੀਆਂ ਰਹਿ ਗਈਆਂ ਕਿ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਗੁਰਮੁਖ ਨਾਦੰ, ਉਹਨੂੰ ਹੀ ਨਾਦ ਕਹਿੰਦੇ ਨੇ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਤ ਨੂੰ ਹੀ ਵੇਦੰ ਕਹਿੰਦੇ ਨੇ। ਤਾਂ ਇੱਥੇ ਵੀ ਅਸੀਂ ਕਿਸੇ ਮਨੁੱਖ ਨੂੰ ਨਹੀਂ ਕਹਾਂਗੇ ਗੁਰਮੁਖ। ਉਹਦਾ ਮਨ ਜਦੋਂ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਨੂੰ ਸਮਝ ਲੈਂਦਾ ਹੈ, ਆਪ ਉਸ ਨੂੰ ਸਮਝ ਕੇ ਜੀਂਦਾ ਹੈ, ਸਾਚਾ ਬਣ ਜਾਂਦਾ ਹੈ, ਆਪਣਾ ਆਕਾਰ ਬਣਾਉਣ ਜੋਗਾ ਹੁੰਦਾ ਹੈ। ਗੁਰਮੁਖ ਪਸਰਿਆ ਸਭ ਪਸਾਰਾ, ਆਪਣੇ ਸਾਰੇ ਇਸ ਸ੍ਰਿਸ਼ਟੀ ਜਗ ਨੂੰ ਨਾ ਉਹ ਫਿਕਸਅਪ ਕਰਨ ਜੋਗਾ ਹੋ ਜਾਂਦਾ ਹੈ। ਗੁਰਮੁਖ ਹੋਵੇ ਸੋ ਸੱਚ ਬੁਝੈ, ਉਹ ਗੁਰੂ ਦੇ ਮਤ ਲੈ ਕੇ ਸੱਚ ਨੂੰ ਬੁਝਦਾ। ਸ਼ਬਦ ਸੱਚਾ ਸੁਖ ਤਾਹਾ ਹੈ। ਫਿਰ ਮਾਈ ਮੇਰੇ ਮਨ ਕੋ ਸੁਖ सदीवी सुख हो गया। मन मेरो तावन ते छूटे, तावन की सी जाम की कार। सच्चा सुख ताहा है। मैं ना सही अर्थ करण योग नहीं हाँ। मैं किसी नूं नहीं कह सकता तुहाडे अर्थ गलत ने। मैं किसी नूं नहीं कह सकता मैनू फॉलो करो। अते मैं इस पक्षों अर्थ साझ करन दी कोशिश कर रहा कि कॉमन मैन अपने नाल रिलेट करके अपने अंदर दी सृष्टि नूं समझ सके, अपने अंदर दे काया अंदर खंड मंडल पताला समझ सके। तुसी सतबीर जी कल कोट कीता सी ना, पताला पताला खा गासा गास। तो जो असीं जब दी विचार रहे सां 3 दिन पहला ही ये एपीसोड वजिया सी, ओनू तुसी सुन भी सकदे हो। पाताला पाताल मंदे लखा ख्याल आंदे ने मैनू, आगासा आगास चंगे भी आंदे ने। अच्छा पाताली ख्यालां नूं भी मैं सतगुर दी मत लैके जदों मैं कुड़ियार तो सचार हो जा तो मेरे पाताली ख्याल भी आगासी बन सकते ने। ओनू कहंदे ने वैरी मित्र सब कीतियां न मंगे मंदा। मेरी सारी सृष्टि अंदर दी फिक्सअप हो सकती है। उसी नूं ते कहे ना काया अंदर खंड मंडल पाताला। उसी दे बारे असी कहंदे आ घर में धरती धौल पताला, घर ही मैं प्रीतम बसै गोपाला, इस तरीके का शब्द है। प्रीतम बाला हारदी बाला या मैनू याद नहीं आ रहा। और ये सारी सृष्टि अंदर दी साजन दी असी गल करनी है ना, डिपेंड करता है कि असी बाहरली सृष्टि दी गल करते रहिए, बाहर वाले रब जी दी गल करते रहिए। अल्टीमेटली असी समझांगे जेड़ा बाहर नियम चल रहे ने वो अंदर भी चल रहे ने। बाहर दी सृष्टि नूं मैं चेंज नहीं कर सकदा पिया, अंदर दी सृष्टि ते चेंज करन दी रिस्पोंसिबिलिटी लवां ना। अंदर दी सृष्टि बारे कह रहे ने मैं कुड़ियार तो किवें सचियार होवां। आज मैं सारी दुनिया नूं कह रहा यार गल गल ते टिश्यू पेपर ना यूज करो, बहुते पेड़ कटने पैंदे ने कागज बनाने वास्ते। लोग ही नहीं मान रहे। मैं सब नूं मना सकदा? जे मैं सब नूं बेनती करा ढेर सारा असी एसी चला रहे हाँ, ढेर सारियां कारां चला रहे हैं, पॉल्यूशन क्रिएट हो रहा, लोग ही नहीं मान रहे, की कर सकते हैं? अंदर दी सृष्टि ते मैं फिक्सअप करा ना अपनी। मेरे अंदर कितने अवगुण हैं? मैं अंदरों रोगी हाँ। माधो अविद्या हितकीन विवेक दीप मलीन। मेरे अंदर दा दीवा ते ठीक करो ना। बाहरले दीवे बाहरलियां किरिया करन तो छुट गया, अंदर दे वास्ते मैनू काम करन दी आदत पा रहे ने गुरु साहब। एक होर बेनती, जिस एंगल तो असीं सांझ कर रहे हैं ना, ओनू प्लीज अपने मन दे डायलॉग नू स्टॉप करके अपने कंप्यूटर्स दियां पंक्तियां नू 1 मिनट स्टॉप करके, तो जितनियां पंक्तियां याद ने उन्होंने 1 मिनट स्टॉप करके सुनना ही है। सेमिनार जिस दिन असी दिल्ली शुरू किया सी ना 1996 में, पहले दिन बेनती की सी फिक्स डिपॉजिट कराण जाओ ना बैंक अंदर तो 2 चाबियां मिलदियां ने। एक चाबी बैंक वाले कोल होंदी है, तुसी जाके चाबी लांदे हो, अंदर कुछ खोलदे हो ते पांदे हो या कड्डदे हो। वो चाबी तो हर मनुख कोल है, अपनी चाबी। साडी बेनती है तुसी अपने हिरदे दा फिक्स डिपॉजिट ताला खोलो। जे साडा माल चंगा लगे तो पा लवो,
ना लगे तो ताला मारी रखो, चाबी तुहाडी है, हिरदा तुहाडा है, सोचनी तुहाडी है। वी आर नॉट इंपोजिंग। ਅਸੀਂ ਤੇ ਅੰਦਰ ਦੇ ਖਜ਼ਾਨੇ ਦੀ ਗੱਲ ਕਰ ਰਹੇ ਹਾਂ। ਅੰਦਰ ਦਾ ਖਜ਼ਾਨਾ ਮਿਲ ਜਾਂਦਾ, ਮਾਈ ਖਾਟ ਆਇਓ ਘਰ ਪੁੱਤਾ, ਉਹਨੂੰ ਕਹਿੰਦੇ ਨੇ ਖਾਵੋ ਖਰਚੋ ਟੋਟ ਨਾ ਆਵੇ ਹਲਤ ਪਲਤ ਕੇ ਸੰਗੇ। ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ, ਇਹ ਮਨ ਹਰ ਰੰਗ ਰੰਗੇ। ਅਸੀਂ ਉਸ ਖਜ਼ਾਨੇ ਦੀ ਗੱਲ ਕਰਦੇ ਪਏ ਹਾਂ। ਉਹਦੇ ਕੀ ਮਾੜ ਹੈ? ਅੰਦਰ ਦੇ ਖਜ਼ਾਨੇ ਦੀ ਗੱਲ ਲੱਭਣਾ ਕੀ ਮਾੜ ਹੈ? ਜਿਹਦਾ ਦਿਲ ਹੈ ਉਹ ਚਾਬੀ ਖੋਲੋ, ਆਪਣਾ ਇੱਥੇ ਪਾ ਲਵੋ, ਆਪਣਾ ਫਿਕਸ ਡਿਪੋਜ਼ਿਟ ਖੋਲੋ। ਅਸੀਂ ਕਿਸੇ ਨੂੰ ਟੌਂਟ ਵੀ ਨਹੀਂ ਕਰ ਰਹੇ ਹਾਂ, ਨਾ ਕਿਸੇ ਨੂੰ ਜ਼ਬਰਦਸਤੀ ਪੜਾ ਰਹੇ ਹਾਂ, ਨਮਰਤਾ ਨਾਲ ਬੇਨਤੀ ਤੇ ਕਰ ਰਹੇ ਹਾਂ। ਗੁਰੂ ਦੀ ਮੱਤ ਲੈ ਲਈਏ, ਅੰਦਰ ਦੀ ਸ੍ਰਿਸ਼ਟੀ ਫਿਕਸ ਅਪ ਕਰ ਸਕਦੇ ਹਾਂ। ਕਾਇਆ ਅੰਦਰ ਖੰਡ ਮੰਡਲ ਪਤਾਲਾ ਫਿਕਸ ਅਪ ਕਰ ਸਕਦੇ ਹਾਂ। ਅੰਦਰ ਦੀ ਸ੍ਰਿਸ਼ਟੀ ਫਿਕਸ ਅਪ ਨਹੀਂ ਨਾ ਹੋਈ, ਬਾਹਰਲੀ ਨੂੰ ਵੀ ਬਰਬਾਦ ਕਰਾਂਗੇ ਔਰ ਆਪ ਅੰਦਰੋਂ ਵੀ ਬਰਬਾਦ ਰਵਾਂਗੇ। ਮੈਂ ਬਾਹਰਲੀ ਦੁਨੀਆ ਦਾ ਨਰਕ ਬਾਅਦ ਵਿੱਚ ਬਣਾਉਂਦਾ ਹਾਂ, ਪਹਿਲਾਂ ਆਪਣੇ ਅੰਦਰ ਨਰਕ ਘੋਲਦਾ ਹਾਂ, ਆਪਣੇ ਅੰਦਰ ਵਿਸ ਘੋਲਦਾ ਹਾਂ, ਆਪਣੇ ਅੰਦਰ ਢੇਰ ਸਾਰੀਆਂ ਗਾਲਾਂ ਇਕੱਠੀਆਂ ਕਰਕੇ ਰੱਖਦਾ। ਜਦੋਂ ਮੌਕਾ ਮਿਲਦਾ ਫਿਰ ਗਾਲਾਂ ਕੱਢਦਾ ਹਾਂ ਬਾਹਰ। ਜੋ ਇੱਥੇ ਮੈਂ ਇਕੱਠਾ ਕੀਤਾ ਹੈ ਨਾ, ਇਸ ਸ੍ਰਿਸ਼ਟੀ ਨੂੰ ਸਾਫ਼ ਕਰਨਾ, ਕੁੜਿਆਰ ਤੋਂ ਸਚਿਆਰ ਬਣਨਾ, ਇਹਦੀ ਗੱਲ ਚੱਲ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨਾ ਪਾਂਡੇ ਨੂੰ, ਮੁੱਲਾ ਕਹੋ ਨਿਆ ਖੁਦਾਈ, ਤੇਰੇ ਮਨ ਦਾ ਭਰਮ ਨਾ ਜਾਈ। ਉਹ ਬਾਹਰਲੇ ਰੱਬ ਦੀਆਂ ਗੱਲਾਂ ਕਰੀ ਜਾਂਦਾ ਹੈ, ਆਪਣੇ ਮਨ ਦਾ ਭਰਮ ਠੀਕ ਕਰ। ਅੰਦਰ ਦਾ ਤੇਰਾ ਚੋਕਾ ਝੂਠਾ ਕੀਤਾ ਹੋਇਆ ਹੈ, ਉੱਪਰ ਆਏ ਬੈਠੇ ਕੁੜਿਆਰ ਬਿਠਾਇਆ ਹੋਇਆ ਤੂੰ ਚੋਕੇ ਉੱਤੇ, ਬਾਹਰਲੇ ਚੋਕੇ ਸੁੱਚੇ ਕਰੀ ਫਿਰਨਾ। ਕਾਰੀ ਕੱਢੀ ਕਿਆ ਥੀ ਇਹਦੇ ਚਾਰੇ ਬੈਠੀਆਂ ਨਾਲ ਤੇਰੇ। ਇਸ ਚੋਕੇ 'ਚ ਰੱਬ ਜੀ ਨਹੀਂ ਬੈਠ ਸਕਦੇ ਪਏ। ਜਿਹੜਾ ਬਰਸਾ ਮੇਘ ਸਖੀ ਘਰ ਪਾਹਨ ਆਏ, ਉਹਦੇ 'ਚ ਕਹਿੰਦੇ ਕਰੀ ਪਾਕਸਾ ਸੋਚ ਪਵਿੱਤਰਾ, ਮੇਰੀ ਐ ਕਿਚਨ ਨੂੰ ਠੀਕ ਕਰ ਦਿਓ ਨਾ, ਐ ਵਾਲੀ ਪਾਕਸਾਲ ਠੀਕ ਕਰ ਦਿਓ, ਇਹਦੇ ਚੰਗਾ ਖਾਣਾ ਬਣਾਉਣਾ ਆ ਜਾਵੇ, ਤਾਂ ਕਿ ਮੇਰਾ ਮਹਿਮਾਨ, ਮੇਰਾ ਸ਼ਾਹ ਬਹਿਰਾਮ, ਮੇਰਾ ਪ੍ਰੀਤਮ, ਮੇਰਾ ਬਿਲਵਡ ਆ ਕੇ ਖਾਵੇਗਾ। ਇਹਨੂੰ ਤੇ ਠੀਕ ਕਰ ਸਕਦੇ ਨਾ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰੀ ਰਾਏ। ਇਸ ਕਿਚਨ ਨੂੰ ਤੇ ਸਾਫ਼ ਕਰ ਸਕਦੇ ਆ ਨਾ। ਬਾਹਰਲੀਆਂ ਸਾਫ਼ ਕਰਦੇ ਰਹੇ, ਅੰਦਰ ਦੀ ਕੀਤੀ ਨਹੀਂ, ਇਸ ਕਰਕੇ ਸੰਤੋਖ ਦਾ ਭੋਜਨ ਪੱਕਿਆ ਹੀ ਨਹੀਂ। तो मैं समा ज्यादा लै गया। एक तो मैं लेट आया, फिर मैं पिछले 3 पदे नूं रिकैप किया। मनु माफी कर देना, पर मेरी बेनती है इस एंगल तो जरूर विचारना। थैंक यू। बिल्कुल जी, बिल्कुल ਇਹਦੇ ਵਿੱਚ ਦੋ ਰਾਏ ਨਹੀਂ ਹੈਗੀ ਕਿ ਅਲਟੀਮੇਟਲੀ ਅਸੀਂ ਅੰਦਰ ਦੀ ਸ੍ਰਿਸ਼ਟੀ ਹੀ ਸਵਾਰਨੀ ਹੈਗੀ ਹੈ, ਅੰਦਰ ਹੀ ਅਸੀਂ ਸਵਾਰ ਕਰਨਾ ਹੈਗਾ। ਜਦੋਂ ਤੱਕ ਅੰਦਰ ਸਵਰੇਗਾ ਅਸੀਂ ਬਾਹਰ ਨਹੀਂ ਸਵਾਰ ਪਾਵਾਂਗੇ। ਸੌਰੀ ਉਹਨੂੰ ਹੀ ਮਨ ਜੀਤਾ ਜਗਜੀਤ ਕਹਿੰਦੇ ਨੇ। ਅਸੀਂ ਬਾਹਰਲਾ ਜੱਗ ਨਹੀਂ ਜਿੱਤਣਾ, ਮਨ ਜੀਤਾ ਜੱਗ ਜੀਤ। ਆਪਣਾ ਜੱਗ ਜਿੱਤਣਾ ਹੈ, ਆਪਣੇ ਜੱਗ ਨੂੰ ਕਾਬੂ ਕਰਨਾ ਹੈ, ਆਪਣੇ ਆਪ ਨੂੰ ਸਮਝਣਾ ਹੈ। ठीक है ना? जी जी, बहुत अच्छे तरीके से आप जी ने समझाना किया है। ਤੇ ਸੁਖਵਿੰਦਰ ਵੀਰ ਜੀ ਨੇ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜੀ ਅੰਦਰ ਦੀ ਸ੍ਰਿਸ਼ਟੀ ਦੀ ਗੱਲ ਕੀਤੀ ਹੈਗੀ, ਬੜੀ ਖੂਬਸੂਰਤੀ ਨਾਲ ਸਮਝਾਣਾ ਕੀਤਾ। ਤੇ ਮੈਨੂੰ ਲੱਗ ਰਿਹਾ ਕਿ ਅੱਜ ਅੰਦਰ ਦੀ ਅਸੀਂ ਖੇਡ ਬਹੁਤ ਅੱਛੀ ਸਮਝਣੀ ਕੀਤੀ ਹੈ, ਤੇ ਇਹਨੂੰ ਹੀ ਅਸੀਂ ਇੱਥੇ ਹੀ ਇੰਨਾ ਹੀ ਅਸੀਂ ਸੰਪੋਜ਼ ਦਈਏ ਪਾਰਟ ਨੂੰ। ਤੇ ਜੋ ਸਿੱਖਿਆ ਅੱਜ ਉਨਾ ਹੀ ਸੰਭਾਲ ਲਈਏ ਤੇ ਉਹ ਵੀ ਕਾਫੀ ਕੁਝ ਹੋ ਜਾਏਗਾ। ਜਿੰਨਾ ਸਰਮਾਇਆ ਇਕੱਠਾ ਕੀਤਾ ਉਸੀ ਨੂੰ ਅਸੀਂ ਸਮੇਟ ਲਈਏ ਤੇ ਉਹੀਓ ਅੱਜ ਦੇ ਲਈ ਕਾਫੀ ਹੋ ਜਾਏਗਾ। 2 ਪਦਿਆਂ ਦਾ ਪਾਠ ਹੋਇਆ ਹੈਗਾ, 2 ਪਦਿਆਂ ਦਾ ਔਰ ਪਾਠ ਕਰ ਲਈਏਗੀ, ਫਿਰ ਪਾਠ ਦੇ ਸੈਸ਼ਨ ਦੀ ਸਮਾਪਤੀ ਹੈਗੀ। ਹਰ ਜੀਓ ਕੀ ਹੈ ਸਭ ਸਿਰਕਾਰਾ, ਐ ਜਮ ਕਿਆ ਕਰੇ ਵਿਚਾਰਾ,
हुक्मी बंदा हुक्म कमावे, हुक्मे कटदा साहे। गुरमुख साचै किया अकारा, गुरमुख पसरिया सब पासारा। गुरमुख होवे सो सच बूझै, शब्द सच्चै सुख ताहे। गुरमुख होवे सो सच बूझै, शब्द सच्चै सुख ताहे। होइया बेअंत भुलां दी खिमा। वाहिगुरू जी का खालसा, वाहिगुरू जी की फतेह। जी तजिंदर जी क्वेश्चन आंसर ਸੈਸ਼ਨ ਆਰੰਭ ਕਰਦੇ ਜੀ। ਵੀਰ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੇ ਹੈਂਡ ਰੇਜ਼ ਕੀਤਾ ਸੀਗਾ, ਉਹਨਾਂ ਦੀ ਫਰਸਟ ਟਰਨ ਹੈਗੀ ਹੈ। ਜੀ ਸੌਰੀ, ਮੈਂ ਗਲਤੀ ਨਾਲ ਹੋ ਗਿਆ ਸੀ, ਮੈਂ ਚੈਟ ਦੇਖ ਰਿਹਾ ਸੀਗਾ ਤੇ ਹੈਂਡ ਰੇਜ਼ ਹੋ ਗਿਆ ਸੀ। ਓਕੇ ਜੀ, ਸੈਕੰਡ ਕੁਐਸਚਨ ਫਿਰ ਜਿਨ੍ਹਾਂ ਦਾ ਪਹਿਲਾ ਸਵਾਲ ਹੈਗਾ ਪਲੀਜ਼ ਆਪਣਾ ਹੈਂਡ ਰੇਜ਼ ਕਰ ਲਓ ਜਾਂ ਆਪਣੀ ਮੈਸੇਜ ਵਿੱਚ ਲਿਖ ਦਿਓ ਕਿ ਤੁਹਾਡਾ ਸਵਾਲ ਹੈਗਾ ਤਾਂ ਕਿ ਅਸੀਂ ਕੁਐਸਚਨ ਪੁੱਟ ਆਨ ਕਰ ਸਕੀਏ। ਅਗਲੇ ਸਵਾਲ ਤੋਂ ਪਹਿਲੇ ਮੈਂ ਇੱਕ ਬੇਨਤੀ ਕਰਨਾ ਚਾਹ ਰਿਹਾ ਹੈਗਾ। ਅੱਜ ਸਵੇਰੇ ਇੱਕ ਵੀਰ ਦਾ ਫੋਨ ਆਇਆ, ਮੈਂ ਨਾਮ ਨਹੀਂ ਲੈਂਦਾ। ਉਹ ਕਹਿੰਦੇ ਨੇ ਕਿ ਇਸ ਪਲੇਟਫਾਰਮ ਦੇ ਰਾਹੀਂ ਹਜ਼ਾਰਾਂ ਲੋਕ ਸੁਣ ਰਹੇ ਹੈਗੇ ਤੇ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਹੈਗੀ ਉਹ ਕਹਿੰਦੇ ਨੇ ਬਾਕੀਆਂ ਤੱਕ ਵੀ ਪਹੁੰਚਾਈ ਜਾਏ। ਤੇ ਹੋਰ ਵੀਰਾਂ ਦੇ ਵੀ ਇਸੇ ਤਰੀਕੇ ਦੇ ਨਾਲ ਰਾਏ ਮਿਲ ਰਹੀ ਹੈਗੀ ਹੈ ਕਿ ਇਸ ਪਲੇਟਫਾਰਮ ਦੇ ਰਾਹੀਂ ਕਈ ਲੋਕ ਸੁਣਦੇ ਹੈਗੇ ਨੇ ਤੇ ਜਿਹੜੀ ਗੱਲ ਗੁਰਦੁਆਰੇ ਵਿੱਚ ਜਾਂ ਅਸੀਂ ਇੰਝ ਕਹਿ ਲਈਏ ਕਮੇਟੀਆਂ ਨਹੀਂ ਸੁਣ ਰਹੀਆਂ, ਉਹ ਜਿਹੜਾ ਉਹਨਾਂ ਨੂੰ ਠੀਕ ਤਰੀਕਾ ਲੱਗਦਾ ਹੈ ਉਹ ਚਾਹੁੰਦੇ ਹੈਗੇ ਕਿ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਦਿੱਤਾ ਕਰੀਏ, ਜਿਸਦੇ ਨਾਲ ਲੋਕਾਂ ਤੱਕ ਵੱਧ ਤੋਂ ਵੱਧ ਲੋਕਾਂ ਤੱਕ ਉਹ ਸੁਨੇਹਾ ਚਲਾ ਜਾਏ। ਅੱਜ ਇੱਕ ਵੀਰ ਦਾ ਹੋਰ ਵੀ ਸਵੇਰੇ ਫੋਨ ਆਇਆ ਜਦੋਂ ਪਾਠ ਆਰੰਭ ਹੋਣ ਵਾਲਾ ਸੀਗਾ। ਉਹਨਾਂ ਦੇ ਪੁੱਤਰ ਦੀ ਕੋਈ ਪਿੱਛੇ ਬ੍ਰੇਨ ਦਾ ਆਪਰੇਸ਼ਨ ਹੋਇਆ ਤੇ ਅੱਜ ਉਹ ਸਾਰੇ ਰੋਜ਼ਾਨਾ ਸਾਡੇ ਨਾਲ ਬੈਠਦੇ ਹਨ, ਸੁਣਦੇ ਹਨ ਪਾਠ। ਅੱਜ ਉਹ ਟੈਸਟ ਕਰਾਉਣ ਲਈ ਗਏ ਤੇ ਕਹਿੰਦੇ ਨੇ ਕਿ ਸੰਗਤੀ ਤੌਰ ਤੇ ਅਰਦਾਸ ਕਰ ਦਿੱਤੀ ਜਾਏ ਜਿਸਦੇ ਨਾਲ ਉਹਨਾਂ ਦੇ ਪੁੱਤਰ ਦੀ ਜਿਹੜੀ ਆਪਣਾ ਟੈਸਟ ਹੋਣੇ ਹਨ, ਕਿਉਂਕਿ ਉਹ ਥੋੜਾ ਜਿਹਾ ਇਮੋਸ਼ਨਲ ਵੀ ਹੋਏ ਸਨ ਤੇ ਸੰਗਤੀ ਤੌਰ ਤੇ ਅਸੀਂ ਅਰਦਾਸ ਕਰਦੇ ਹੈਗੇ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਹੈਗੀ ਹੈ ਟੈਸਟ ਹੋਣੇ ਹੈਗੇ ਉਹ ਪ੍ਰਮਾਤਮਾ ਮਿਹਰ ਕਰੇ। ਪ੍ਰਮਾਤਮਾ ਜਿਹੜਾ ਹੈਗਾ ਉਹਨਾਂ ਦੇ ਪੁੱਤਰ ਨੂੰ ਚੰਗੀ ਤਰੀਕੇ ਦੇ ਨਾਲ ਸਿਹਤ ਵਾਲਾ ਜੀਵਨ ਬਖਸ਼ੇ, ਗੁਰਮਤ ਦੇ ਆਧਾਰ ਤੇ ਜੀਵਨ ਬਖਸ਼ੇ। ਸੰਗਤੀ ਤੌਰ ਤੇ ਵੀ ਅਸੀਂ ਅਰਦਾਸ ਕਰਦੇ ਹਾਂ। ਤੇ ਹੁਣ ਕਿਸੇ ਨੇ ਸਵਾਲ ਕਰਨਾ ਹੈ ਤੇ ਬੇਸ਼ੱਕ ਆਡੀਓ ਔਨ ਕਰਕੇ ਆਪ ਜੀ ਕਰ ਲਓ। ਸ਼ਾਇਦ ਨਵਨੀਤ ਕੌਰ ਭੈਣ ਜੀ ਨੇ ਕੁਝ ਸਵਾਲ ਕਰਨਾ ਹੈ। ਨਵਨੀਤ ਕੌਰ ਭੈਣ ਜੀ ਜਬਲਪੁਰ ਤੇ ਹੈਗੇ। ਹਾਂ ਜੀ ਭੈਣ ਜੀ। नवनीत कौर भैन जी, अगर आप जी सुन रहे हो तो ऑडियो ऑन करके आप जी अपना सवाल पूछ लो। हाँ जी वीर जी, वाहिगुरू जी का खालसा वाहिगुरू जी की फतेह। जी जी भैन जी। वीर जी मैं कल सवाल पूछा सी हर जियो सब कुछ तेरे बस, मेरे हर जियो सब कुछ तेरे बस। इस लाइन विच इस शब्द विच हर जियो दा की मतलब है? जी सुखविंदर वीर जी। ਵੀਰ ਜੀ ਅੱਜ ਵਾਲੇ ਲਫ਼ਜ਼ ਵਿੱਚ ਅੱਜ ਸ਼ਬਦ ਵਿੱਚ ਵੀ ਹਰ ਜੀਓ ਕੀ ਹੈ ਸਿਰਕਾਰਾ ਆ ਗਿਆ, ਉਹ ਬਿਲਕੁਲ ਉਹ ਉਸ ਉਹਨਾਂ ਸ਼ਬਦਾਂ ਵਿੱਚ ਹੀ ਆ ਰਿਹਾ ਹਰ ਜੀਓ। ਜਦੋਂ ਆਪਣੇ ਜਿਹੜੇ ਅੰਦਰਲੇ ਜਿਸ ਨੂੰ ਗੁਰਬਾਣੀ ਰਈਅਤ ਵੀ ਬੋਲਦੀ ਹੈ, ਪ੍ਰਜਾ ਅੰਧੀ ਗਿਆਨ ਬਿਨ ਬੋਲਦੀ ਹੈ, ਉਹ ਜਦੋਂ ਜੰਮਦੀ ਸਰਕਾਰਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ। ਭਾਵ ਜਦੋਂ ਅਸੀਂ ਸਾਡੇ ਇੰਦਰੇ ਗਿਆਨ ਇੰਦਰੇ ਰੂਪੀ ਜਦੋਂ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਆਪਣੇ ਉਸ ਮਨ ਜੀ ਨੂੰ ਜਿਹੜਾ ਹੁਣ ਸੱਚ ਲੈ ਚੁੱਕਾ ਹੈ। ਅਸੀਂ ਉਸਨੂੰ ਇਹੀ ਅਰਦਾਸਾਂ ਕਰਦੇ ਹਾਂ, ਮੇਰੇ ਹਰ ਜੀਓ ਸਭ ਕੋ ਤੇਰਾ ਬਸ। ਸਾਨੂੰ ਪਤਾ ਲੱਗ ਗਿਆ ਹੈ ਕਿ ਸਾਰਾ ਕੁਝ ਤੇਰੇ, ਜੋ ਤੂੰ ਦੇਗਾ ਉਹ ਸਾਨੂੰ ਮਿਲੇਗਾ। ਅਗਰ ਤੂੰ ਹੁਕਮ ਨੂੰ ਬੁੱਝ ਕੇ ਹੁਕਮ ਦੇ ਅਨੁਸਾਰ ਹੁਕਮ ਨੂੰ ਵੰਡੇਗਾ ਤਾਂ ਸਾਨੂੰ ਹੁਕਮ ਦੀ ਪ੍ਰਾਪਤੀ ਹੋਵੇ। ਅਗਰ ਤੂੰ ਸੱਚ ਨੂੰ ਬੁੱਝੇਗਾ, ਸੱਚ ਪ੍ਰਾਪਤ ਕਰਕੇ ਸਾਨੂੰ ਸੱਚ ਵੰਡੇਗਾ, ਉਹ ਸਾਨੂੰ ਮਿਲੇਗਾ। ਜੋ ਮਨ ਘਾਲਣਾ ਕਰਕੇ ਖਾਂਦਾ, ਜਿਸਨੂੰ ਆਖਦੇ ਨੇ ਕਾਲ ਖਾਏ, ਉਹੀ ਹੱਥੋਂ ਦਿੰਦਾ ਕਿਛ ਹੱਥੋਂ ਦੇ। ਇਹੀ ਰਾਹ ਹੈ ਗੁਰਬਾਣੀ ਦਾ। ਤੇ ਉਹ ਜਿਹੜੇ ਸਾਡੇ ਇੰਦਰੇ ਗਿਆਨ ਇੰਦਰੇ ਰੋਮ ਰੋਮ ਸਾਡੀ ਪੂਰੀ ਬੋਡੀ ਜਿਸਨੂੰ ਆਖਦੀ ਹੈ ਗੁਰਬਾਣੀ, ਉਹ ਆਖਦੇ ਨੇ ਮੇਰੇ ਹਰ ਜੀਓ ਸਭ ਕੋ ਤੇਰਾ ਵਾ, ਅਸਾ ਜ਼ੋਰ ਨਾਹੀ ਜੇ ਕਿਛ ਕਰਮ ਸਕੇ, ਜਿਉ ਭਾਵੈ ਤਿਵੇਂ ਬਖਸ਼। ਕਹਿੰਦੇ ਜੋ ਚੀਜ਼ ਤੈਨੂੰ ਭਾ ਗਈ ਹੈ ਨਾ, ਉਹ ਕਹਿੰਦੇ ਉਹ ਸਾਨੂੰ ਵੀ ਬਖਸ਼ ਦੇ।
ਸਾਡੇ ਜਿਹੜੇ ਇੰਦਰੀ ਗਿਆਨ ਇੰਦਰੀਆਂ ਦੇ ਇਹ ਸਤਿਗੁਰੂ ਜੀ ਜਿਹੜਾ ਉਹ ਉਹਨਾਂ ਸਾਰਿਆਂ ਵੱਲੋਂ ਆਖਰੇ ਨੇ ਜਿਸ ਮਨ ਦੇ ਹੁਣ ਵਿਚਾਰੇ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ। ਮਨ ਨੂੰ ਰਾਮ ਪਸੰਦ ਆ ਗਿਆ ਸੀ, ਮਨ ਨੂੰ ਸਤਿਗੁਰੂ ਜੀ ਦੀ ਸਿੱਖਿਆ ਪਸੰਦ ਆ ਗਈ ਸੀ, ਮਨ ਨੇ ਆਪਣੇ ਅੰਦਰ ਹੁਣ ਸਿੱਖਿਆ ਵਸਾ ਲਈ। ਹੁਣ ਉਹ ਇੰਦਰੀ ਗਿਆਨ ਇੰਦਰੀ ਕਹਿੰਦੇ ਅਸੀਂ ਵੀ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ, ਅਸੀਂ ਹੁਣ ਵਿਕਾਰਾਂ ਦੀ ਸਰਕਾਰ ਨਹੀਂ ਰਿਹਾ, ਅਸੀਂ ਹੁਣ ਤੇਰੀ ਸਰਕਾਰ ਹੈ, ਤੇਰਾ ਹੁਣ ਸਾਡੇ ਤੇ ਰਾਹ ਚੱਲ ਰਿਹਾ, ਅਸੀਂ ਤੇਰੇ ਤੇ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਵੀ ਉਹ ਨਾਮ ਬਖਸ਼। ਇੱਥੇ ਸਾਨੂੰ ਨਾ ਅਰਦਾਸ ਕਰਨ ਦਾ ਤਰੀਕਾ ਦੱਸ ਰਿਹਾ ਕਿ ਸਾਨੂੰ ਚਾਹੇ ਕਿੰਨੀ ਵੀ ਸਤਿਗੁਰੂ ਜੀ ਤੋਂ ਸਾਨੂੰ ਮੱਤ ਪ੍ਰਾਪਤ ਹੋ ਜਾਏ, ਸੋਝੀ ਹੋ ਜਾਏ, ਸਾਨੂੰ ਤਰੀਕਾ ਦੱਸ ਰਹੇ ਨੇ ਕਿ ਫਿਰ ਵੀ ਅਸੀਂ ਸਤਿਗੁਰੂ ਜੀ ਨੂੰ ਅਰਦਾਸ ਕਰੀ ਹੀ ਜਾਣੀ ਹੈ। ਸਤਿਗੁਰੂ ਜੀ ਅਰਜ਼ ਕਰੀ ਹੀ ਜਾਣੀ ਹੈ ਜਨ ਬਣ ਕੇ ਕਿ ਸਤਿਗੁਰੂ ਜੀ ਸਾਨੂੰ ਨਾ ਤੁਸੀਂ ਆਪਣੀ ਸਮੱਤ ਦੇ ਹੀ ਜਾਓ, ਦੇ ਹੀ ਜਾਓ। ਜੋ ਤੁਹਾਨੂੰ ਚੰਗੀ ਪਸੰਦ ਸੀ ਉਹ ਹੁਣ ਮਨ ਨੇ ਵੀ ਪਸੰਦ ਆ ਗਈ, ਸਾਨੂੰ ਵੀ ਦੇ ਹੀ ਜਾਓ। ਸਾਨੂੰ ਜੋ ਤੁਹਾਨੂੰ ਪਸੰਦ ਆ ਰਿਹਾ, ਸਾਡੀ ਇਹ ਬੇਨਤੀ ਹੈ। ਨਾਨਕ ਸਾਚ ਕਹਿ ਬੇਨਤੀ ਸੱਚ ਦੇਵੋ ਸੱਚ ਸਮਾਹਾਏ। ਸਾਨੂੰ ਵੀ ਉਹ ਬਖਸ਼ ਜਿਸ ਨੂੰ ਆਖਦੇ ਨੇ ਜਿਉਂ ਭਾਵੈ ਤਿਵੇਂ ਬਖਸ਼। ਕਹਿੰਦੇ ਨੇ ਹੁਣ ਸੱਚ ਤੁਹਾਨੂੰ ਪਸੰਦ ਆ ਗਿਆ, ਸਾਡੀ ਵੀ ਇਹ ਬੇਨਤੀ ਹੈ ਸਾਨੂੰ ਵੀ ਸੱਚ ਦਿੰਦੇ ਰਹੋ। ਹਾਂਜੀ ਹਾਂਜੀ, ਥੈਂਕ ਯੂ ਵੀਰ ਜੀ। जी तजिंदर वीर जी, नेक्स्ट क्वेश्चन नहीं आया किसी का मैसेज? हाँ जी वीर जी, वाहिगुरू जी का खालसा वाहिगुरू जी की फतेह। जी जी वीर जी, परमजीत वीर जी। हाँ जी वीर जी, एक आशा की बात वीर जी क्वेश्चन आया है परमजीत सिंह शैंटी वीर जी का। जी हाँ जी वीर जी आगे वीर जी मैसेजेस में पाया परमजीत सिंह शैंटी वीर जी। हाँ जी वीर जी, आशा की बार एक शब्द हैगा है पहली पातशाही दा ਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਤ। ਤੇ ਇਹਦੀ ਵੀਰ ਜੀ ਕਿਸ ਰਿਲੇਟਡ ਹੈਗਾ? ਇੱਕ ਤੇ ਜਿਸ ਟਾਈਮ ਜਨੇਊ ਪਾਉਣ ਲੱਗੇ ਨੇ ਉਹ ਤਾਂ ਦੀ ਗੱਲ ਕੀਤੀ ਜਾਂ ਅੰਦਰ ਦੀ ਗੱਲ ਕੀਤੀ ਹੈ? ਇਹਨੂੰ ਪਲੀਜ਼ ਵੀਰ ਜੀ ਇੱਕ ਵਾਰ ਐਕਸਪਲੇਨ ਕਰ ਦੋਗੇ? ਜੀ ਵੀਰ ਜੀ। ਭੁਪਿੰਦਰ ਵੀਰ ਜੀ ਤੁਸੀਂ ਐਕਸਪਲੇਨ ਕਰ ਦਿਓ। ਸੁਖਿੰਦਰ ਜੀ ਤੁਸੀਂ ਬੜੇ ਸਹਿਜ ਵਿੱਚ ਕਰਦੇ ਹੋ, ਉਹਨੂੰ ਬੜਾ ਮੈਨੂੰ ਸੁਣ ਕੇ ਮਜ਼ਾ ਵੀ ਆਉਂਦਾ ਹੈ ਕਿ ਪਲੀਜ਼ ਤੁਸੀਂ ਬੋਲੋ ਵੀਰ ਜੀ। ਤੁਸੀਂ ਉਹ ਐਸਾ ਦੀ ਵਾਰ ਕਰ ਰਹੇ ਹੋ ਨਾ? ਹਾਂ ਮੈਂ ਹੁਣ ਉਹਦੀ ਕੁਝ ਕਰ ਰਿਹਾ। ਹਾਂਜੀ ਸਾਂਝ ਕਰ ਰਿਹਾ। ਉਹਨੇ ਤਾਂ ਉਹਦੀ ਮੈਂ ਕਾਫੀ ਗਹਿਰਾਈ ਵਿੱਚ ਉਹਨੂੰ ਸਮਝਣ ਦਾ ਯਤਨ ਕਰ ਰਿਹਾ ਨਾ। ਹਾਂ ਪਰ ਮੇਰੀ ਇਹਨਾਂ ਅੱਗੇ ਬੇਨਤੀ ਹੈ, ਇਹ ਪਰਮਜੀਤ ਵੀਰ ਜੀ ਮੈਂ ਇਹਨਾਂ ਨੂੰ ਜਾਣਦਾ, ਇਹ ਬੈਂਕਾਕ ਹੁੰਦੇ ਨੇ, ਇਹਨਾਂ ਨੂੰ ਮੈਂ ਬੜਾ ਪੁਰਾਣਾ ਜਾਣਦਾ, ਇਹ ਬਾਣੀ ਵਿਚਾਰਦੇ ਨੇ। ਇਸ ਵੇਲੇ ਇਹਨਾਂ ਦੇ ਨਾਲ ਬੈਂਕਾਕ ਤੋਂ ਨਰੋਤਮ ਸਿੰਘ ਜੀ, ਉਹਨਾਂ ਦਾ ਬੇਟਾ, ਅਤੇ ਸਾਹਿਬ ਸਿੰਘ ਜੀ, ਇਹ ਸਾਰੇ ਬਾਣੀ ਦੇ ਖੋਜੀ ਨੇ। ਤੇ ਫਿਲਹਾਲ ਮੈਂ ਇਤਨੀ ਬੇਨਤੀ ਕਰ ਸਕਦਾ ਕਿ ਅਸੀਂ ਇੱਕ ਸ਼ਬਦ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਸੱਜਣ ਠੱਗ ਕੋਲ ਗਏ ਸੀ ਤੇ ਸੱਜਣ ਠੱਗ ਨੂੰ ਉਹਨਾਂ ਨੇ ਕਿਹਾ ਸੀ ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਾਸ। ਹੁਣ ਇਹ ਤਾਂ ਅਸੀਂ ਸਟੋਰੀ ਨਾਲ ਸ਼ਬਦ ਸੁਣ ਲਿਆ, ਪਰ ਜੇ ਅਸੀਂ ਸਟੋਰੀ ਲੈ ਕੇ ਆਉਂਦੇ ਹਾਂ ਬਾਹਰਲੇ ਕਿਸੇ ਗ੍ਰੰਥ ਤੋਂ, ਉਹਦੇ ਬਦਲੇ ਭਾਈ ਬਾਲੇ ਦੀ ਜਨਮ ਸਾਖੀ ਤੋਂ ਜਾਂ ਕਿੱਥੋਂ ਵੀ, ਉਹਦੇ ਬਦਲੇ ਜੇਕਰ ਅਸੀਂ ਸਿੱਧਾ ਸ਼ਬਦ ਨੂੰ ਹੀ ਸਮਝਣਾ ਸ਼ੁਰੂ ਕਰੀਏ, ਰਹਾਉ ਤੂੰ ਸੱਜਣ ਸੇ ਨਾਲ ਮੈਂ ਚਲਦਿਆ ਨਾ ਚਲਾਂ, ਤਾਂ ਵੀ ਤਾਂ ਸਾਨੂੰ ਸਿੱਧਾ ਸ਼ਬਦ ਸਮਝ ਆਉਂਦਾ ਹੈ ਨਾ। ਸੋ ਹੁਣ ਅਸੀਂ ਕਿਸੇ ਵੀ ਇਤਿਹਾਸ ਨੂੰ ਗਲਤ ਨਹੀਂ ਕਹਿ ਰਹੇ, ਨਾ ਕ੍ਰਿਟਿਸਾਈਜ਼ ਕਰ ਰਹੇ ਹਾਂ, ਨਾ ਮਨਾ ਕਰ ਰਹੇ ਹਾਂ। ਅਸੀਂ ਤੇ ਇਹ ਰਿਕੁਐਸਟ ਕਰ ਰਹੇ ਹਾਂ ਕਿ ਸ਼ਬਦਾਂ ਨੂੰ ਆਪਣੇ ਅੰਦਰ ਬਾਰੇ ਸਮਝਣਾ। ਸੋ ਅੰਦਰ ਬਾਰੇ ਦਇਆ, ਸੰਤੋਖ, ਜਤ ਸਤ, ਇਹਨਾਂ ਦੇ ਨਾਲ ਤਿਆਰ ਕਰਕੇ ਆਪਣਾ ਜਨੇਊ ਅੰਦਰ ਦਾ ਪਾਈਦਾ ਹੈ। ਜਿਸ ਤਰ੍ਹਾਂ ਉਸ ਦਿਨ ਜਸਮੀਤ ਸਿੰਘ ਜੀ ਨੇ ਸ਼ਰਮ ਸੂਟ ਦਾ ਕੱਪੜਾ ਅਤੇ ਹੋਰ ਕਿਤਨੀਆਂ ਸਾਰੀਆਂ ਸਾਂਝਾ ਕੀਤੀਆਂ ਸੀ ਨਾ ਉਸ ਸ਼ਬਦ ਨਾਲ, ਗੋਪਾਲ ਤੇਰਾ ਆਰਤਾ ਚ, ਇੰਝ ਹੀ ਇਹ ਵੀ ਅਸੀਂ ਅੰਦਰ ਦੀ ਹੀ ਗੱਲ ਕਰਦੇ ਹਾਂ। ਅੰਦਰ ਦੀਆਂ ਗੱਲਾਂ ਸਿੱਖਾਂਗੇ ਤਾਂ ਕਬੀਰ ਜੀ ਦੇ ਬੜੇ ਸਾਰੇ ਸ਼ਬਦ ਖੁੱਲਣਗੇ। ਮੁਸਮੁਸ ਰੋਵੇ ਕਬੀਰ ਕੀ ਮਾਈ, ਕਬੀਰ ਜੀ ਦੀ ਬਾਇਓਲੋਜੀਕਲ ਮੰਮੀ ਰੋ ਰਹੀ ਹੈ ਜਾਂ ਕਬੀਰ ਜੀ ਦੇ ਅੰਦਰ ਦੀ ਗੱਲ ਚੱਲ ਰਹੀ ਹੈ। ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਉਹ ਦੁਨਿਆਵੀ ਜਿਹੜੀ ਖੱਡੀ ਤੇ ਧਾਗਾ ਉਣਦੇ ਸੀ ਉਹਨੂੰ ਕਬੀਰ ਨੇ ਛੋੜ ਦਿੱਤਾ, ਉਹਦੇ ਬਾਰੇ ਗੱਲ ਚੱਲ ਰਹੀ ਹੈ। ਕਿ ਜਿਹੜਾ ਅਸੀਂ ਇੱਥੇ ਤਾਣਾ ਬਾਣਾ ਕਰਦੇ ਰਹਿੰਦੇ ਹਾਂ ਚੰਗੇ ਮੰਦੇ ਖਿਆਲਾਂ ਦਾ, ਉਹਨੂੰ ਛੱਡਣ ਦੀ ਗੱਲ ਚੱਲ ਰਹੀ ਹੈ। ਇਸ ਤਰ੍ਹਾਂ ਅਸੀਂ ਆਪਣੀ ਆਦਤ ਪਾਈਏ
ਕਿ ਅਸੀਂ ਸ਼ਬਦ ਨੂੰ, ਸ਼ਬਦ ਦੇ ਰਹਾਓ, ਬਾਣੀ ਦੀ ਬਣਤਰ, ਅਗਲੇ ਪਿਛਲੇ ਸ਼ਬਦ ਕਿਸ ਕੰਟੈਕਸਟ ਵਿੱਚ ਆਇਆ ਹੈ, ਕਿਸ ਟੌਪਿਕ ਵਿੱਚ ਆਇਆ ਹੈ, ਉਹਨੂੰ ਸਮਝਣ ਦਾ ਯਤਨ ਕਰੀਏ। ਪਰ ਪਹਿਲੀ ਸ਼ਰਤ ਰੱਖੀਏ, ਇਹ ਮੇਰੇ ਤੇ ਕਿਵੇਂ ਅਪਲਾਈ ਹੁੰਦਾ ਹੈ। ਫੋਰ ਐਗਜ਼ਾਮਪਲ, ਅਸੀਂ ਪੜ੍ਹਦੇ ਹਾਂ ਗगन में थाल, रावचांद दीपक बने, तारका मंडल जनक मोती, ये शब्द पढ़ते हैं ना, तो ਅਸੀਂ ਸਾਰੇ ਸਟੋਰੀ ਸੁਣਦੇ ਹਾਂ। ਜਗਨਨਾਥਪੁਰੀ ਚ ਆਰਤੀ ਹੋ ਰਹੀ ਸੀ, ਉਹ ਥਾਲ ਵਿੱਚ ਦੀਵੇ ਬਾਲ ਕੇ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਰੱਬ ਦੀ ਆਰਤੀ ਹੋ ਰਹੀ ਹੈ, ਆਪੇ ਹੋ ਰਹੀ ਹੈ। ਬਸ ਅਸੀਂ ਆਪਣੀ ਕਹਾਣੀ ਸੁਣੀ, ਅਸੀਂ ਬਸ ਇੱਥੇ ਤੱਕ ਵਿਸਮਾਦਤ ਹੋ ਗਏ, ਖੁਸ਼ ਹੋ ਗਏ ਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਇੰਜ ਉਹ ਵਾਲੀ ਆਰਤੀ ਮਨਾ ਕਰ ਦਿੱਤੀ ਔਰ ਅਸਮਾਨ ਤੇ ਆਪੇ ਇਸ ਸ੍ਰਿਸ਼ਟੀ ਚ ਆਪੇ ਆਰਤੀ ਦੀ ਗੱਲ ਖਤਮ। ਪਰ ਸਾਡੀ ਜਿਹੜੀ ਪੁਸਤਕ ਆਈ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 2, ਉਹਦੇ ਚ ਅਸੀਂ ਸੋਹਿਲਾ ਬਾਣੀ ਦੇ 5 ਸ਼ਬਦ ਡਿਸਕਸ ਕੀਤੇ। ਉਹਨਾਂ ਚ ਅਸੀਂ ਗगन में थाल रावचंद ਤੇ ਸਮਝਿਆ। ਤਾਂ ਮੇਰੇ ਅੰਦਰ ਦੀ ਆਰਤੀ ਦੀ ਗੱਲ ਸ਼ੁਰੂ ਹੋ ਗਈ। ਭਾਵ ਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਇਹ ਅੰਦਰ ਅਨਹਤਾ ਸ਼ਬਦ ਵਾਜੰਤ ਭੇਰੀ ਕੀ ਹੁੰਦੀ ਹੈ? ਗगन में थाल, ਮੇਰਾ ਗगन ਕਿਹੜਾ ਹੈ? ਤਾਂ ਫਿਰ ਨਾ ਸਾਨੂੰ ਆਦਤ ਪਏਗੀ ਕਿ ਅਸੀਂ ਸ਼ਬਦਾਂ ਨੂੰ ਆਪਣੇ ਤੇ ਟੁਕਾ ਟੁਕਾ ਕੇ ਸਮਝਣਾ ਸ਼ੁਰੂ ਕਰਾਂਗੇ। ਤਾਂ ਫਿਰ ਅਸੀਂ ਬਾਹਰਲੀਆਂ ਗੱਲਾਂ, ਬਾਹਰਲੀਆਂ ਸਟੋਰੀਜ਼ ਤੋਂ ਆਪਣੇ ਅੰਦਰ ਦੀਆਂ ਵਿਚਾਰਾਂ ਕਰਨ ਯੋਗ ਹੋ ਜਾਵਾਂਗੇ। ਜਦੋਂ ਮੈਂ ਪੂਰੀ ਦੁਨੀਆ ਤੇ ਜਾਣਾ, ਲੋਕੀ ਅਰਥ ਸੁਣਨ ਸਾਰ ਜਾਂ ਤੇ ਆਪਣੇ ਤੇ ਅਪਲਾਈ ਕਰਨ ਲੱਗ ਪੈਂਦੇ ਨੇ, ਪਰ ਕਈ ਕਹਿੰਦੇ ਨਾ ਫਲਾਣੀ ਕਹਾਣੀ ਚ ਇਹ ਕਿਹਾ ਸੀ, ਉੱਥੇ ਉਹਨਾਂ ਨੇ ਇਹ ਵਾਲੇ ਅਰਥ ਕੀਤੇ ਨੇ, ਇੱਥੇ ਇਹ ਲਿਖਿਆ ਹੋਇਆ। ਤਾਂ ਅਸੀਂ ਫਿਰ ਮਾਫੀ ਮੰਗ ਲੈਂਦੇ ਹਾਂ। ਪਰ ਅਸੀਂ ਬੇਨਤੀ ਕੀ ਕਰ ਰਹੇ ਹਾਂ? ਅਸੀਂ ਬੇਨਤੀ ਇਹ ਕਰ ਰਹੇ ਹਾਂ, ਸਾਰੇ ਵਰਲਡ ਵਿੱਚ ਸਿੱਖ ਜਗਤ ਦੇ ਅੰਦਰ ਇਹ ਪਿਰਤ ਪਾਈਏ ਕਿ ਸ਼ਬਦ ਨੂੰ ਆਪਣੇ ਤੇ ਟੁਕਾ ਕੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਮਨ ਪੀਵੇ ਦੀ ਗੱਲ ਕਰੋ ਨਾ, ਸ਼ਬਦ ਵਿਚਾਰ ਦੀ ਗੱਲ ਕਰੋ ਨਾ। ਸ਼ਬਦ ਵਿਚਾਰ ਟ੍ਰਾਂਸਲੇਸ਼ਨ ਨੂੰ ਨਹੀਂ ਕਹਿੰਦੇ ਨੇ। ਮੇਰੇ ਵਾਂਗੂ ਲੰਬੇ ਲੰਬੇ ਅਰਥ ਕਰਕੇ ਲੈਕਚਰ ਨੂੰ ਨਹੀਂ ਕਹਿੰਦੇ ਨੇ ਸ਼ਬਦ ਵਿਚਾਰ। ਸ਼ਬਦ ਵਿਚਾਰ ਦਾ ਮਤਲਬ ਹੁੰਦਾ ਹੈ ਸ਼ੁੱਧ ਉਚਾਰਨ ਸਮਝਣਾ, ਉਹਦਾ ਰਹਾਉ ਸਮਝਣਾ, ਉਹਦੀ ਗ੍ਰਾਮਰ ਸਮਝਣਾ, ਫਿਰ ਉਸਦੇ ਸ਼ਬਦ ਦੇ ਪੂਰੇ ਕੰਟੈਕਸਟ ਨੂੰ ਸਮਝਣਾ, ਫਿਰ ਸਮਝਣ ਤੋਂ ਬਾਅਦ ਉਹ ਕਿਸ ਟੌਪਿਕ ਦੀ ਲੜੀ ਵਿੱਚ ਆ ਰਿਹਾ ਉਹਨੂੰ ਸਮਝਣਾ, ਸਮਝਣ ਤੋਂ ਬਾਅਦ ਆਪਣੇ ਤੇ ਅਪਲਾਈ ਕਰਨ ਵਾਲੇ ਭਾਵ-ਅਰਥ ਸਮਝਣੇ, ਫਿਰ ਆਪਣਾ ਜੀਵਨ ਭੈੜ ਵਾਲੇ ਪਾਸੋਂ ਚੰਗੇ ਪਾਸੇ ਦ੍ਰਿੜ ਕਰਨਾ, ਆਪਣੀ ਸੁਭਾਅ ਐਟੀਟਿਊਡ ਨੂੰ ਫਿਕਸ ਅਪ ਕਰਨਾ ਹੈ। ਪੂਰੇ ਪੈਕੇਜ ਨੂੰ ਸ਼ਬਦ ਵਿਚਾਰ ਕਰਨਾ। ਸੋ ਪਰਮਜੀਤ ਜੀ, ਮੇਰੀ ਬੇਨਤੀ ਹੈ ਕਿ ਮੈਨੂੰ ਸਮਾਂ ਦਿਓ। ਮੈਂ ਆਸਾ ਕੀ ਵਾਰ ਵਿਚਾਰਨ ਦਾ ਸਾਂਝ ਜ਼ਰੂਰ ਕਰਾਂਗਾ। ਫਿਲਹਾਲ ਆਪਣੇ ਤੇ ਟੁਕਾ ਕੇ ਖੋਜਣ ਦਾ ਕੰਮ ਸ਼ੁਰੂ ਕਰੀਏ। ਹਾਂਜੀ ਭੁਪਿੰਦਰ ਵੀਰ ਜੀ, ਆਪ ਜੀ ਠੀਕ ਬੋਲ ਰਹੇ ਹੋ, ਪਰ ਉਹੀਓ ਮੈਂ ਚੀਜ਼ ਕਹਿ ਰਿਹਾ ਕਿ ਇਸ ਸ਼ਬਦ ਨੂੰ ਆਪਣੇ ਉੱਤੇ ਕਿਵੇਂ ਟੁਕਾਵਾਂਗੇ। ਮੈਂ ਜਿਹੜੀ ਸਾਖੀਆਂ ਸੁਣਾਈਆਂ ਉਹਦੇ ਉੱਤੇ ਨਹੀਂ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿ ਇਸ ਸ਼ਬਦ ਨੂੰ ਅਸੀਂ ਆਪਣੇ ਉੱਤੇ ਕਿਵੇਂ ਮਤਲਬ ਕਿ ਟੁਕਾਵਾਂਗੇ, ਕਿਵੇਂ ਆਪਣੇ ਨਾਲ ਮਤਲਬ ਕਿ ਜੋੜਾਂਗੇ। ਉਹ ਬਸ ਉਹਦੇ ਵਿਚਾਰ ਚਾਹੀਦੇ ਸੀ। ਠੀਕ ਹੈ, ਮੈਂ ਇਹਦੀ ਸਾਂਝ ਫਿਰ ਤੁਹਾਡੇ ਨਾਲ ਕਰਾਂਗਾ ਨਾ, ਆਪਣੇ ਤੇ ਟੁਕਾਉਣ ਦਾ। ਸੁਖਵਿੰਦਰ ਵੀ ਜੀ ਮੇਰੇ ਅੰਦਰ ਜੀ ਮੇਰੇ ਅੰਦਰ ਜਾਤ ਸਤ ਦੀ ਗੱਲ ਬਣ ਗਈ, ਤਾਂ ਮੇਰਾ ਮਨ ਮੈਨੂੰ ਬਾਹਰਲੇ ਸ਼ੋਅ ਆਫ ਤੋਂ ਬਚਾ ਕੇ ਅੰਦਰ ਦਾ ਜਨੇਊ ਕੜਨ ਦੀ ਗੱਲ ਦੱਸੇਗਾ। ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ, ਨਾ ਜਾਏ। ਫਿਰ ਤੇ ਮੈਨੂੰ ਇਹ ਗੇਮ ਸਮਝ ਆ ਜਾਏਗੀ ਨਾ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲ ਪਾਏ, ਮੈਂ ਉਹ ਵਾਲਾ ਮਾਨਸ ਬਣ ਸਕਾਂਗਾ ਜੋ ਆਪਣੇ ਗੱਲ ਅੰਦਰ ਇਹ ਵਾਲੇ ਕੀਮਤੀ ਗੁਣਾ ਦਾ ਜਨੇਊ ਪਾ ਲੇਗਾ। तो मेरे ते अप्लाई होना शुरू हो जाएगा ना शब्द। परमजीत जी, सुखविंदर ਵੀਰ ਜੀ, ਸੁਖਵਿੰਦਰ ਵੀਰ ਜੀ ਇੱਕ ਜਰਾ। ਹਾਂਜੀ ਸੁਖਵਿੰਦਰ ਵੀਰ ਜੀ, ਤੁਸੀਂ ਵਿਚਾਰ ਕਰਦੇ ਹੋ ਜਾਂ ਹਰਵਿੰਦਰ ਵੀਰ ਜੀ ਹੈਗੇ ਨਾਲ? ਹਾਂਜੀ ਵੀਰ ਜੀ, ਗੁਰਬਾਣੀ ਦੇ ਵਿੱਚ ਨਾ ਅਗਰ ਦੇਖੋ ਇਹ ਵਾਲਾ ਜਿਹੜਾ ਜਨੇਊ ਜੁੜਿਆ ਹੈ ਨਾ ਹਿੰਦੂਇਜ਼ਮ ਦੀ ਫਿਲਾਸਫੀ ਦੇ ਵਿੱਚ, ਇਹ ਬ੍ਰਾਹਮਣ ਬਣਨ ਵਾਸਤੇ ਬਹੁਤ ਜ਼ਰੂਰੀ ਹੈ। ਗੁਰੂ ਉਹਨਾਂ ਨੇ ਜਿਹੜੀ ਐਗਜ਼ਾਮਪਲ ਦਿੱਤੀ ਹੈ ਉਹਨੂੰ ਉਹ ਕਹਿੰਦੇ ਨੇ ਕਿ ਜਿਹੜਾ ਬ੍ਰਾਹਮਣ ਹੁੰਦਾ ਹੈ, ਕੋਈ ਸਾਰੇ ਨਹੀਂ, 4 ਵਰਨਾਂ ਦੇ ਸਾਰੇ ਵਰਨ ਨਹੀਂ ਇਹ ਜਨੇਊ ਪਾ ਸਕਦੇ। ਕਹਿੰਦੇ ਜਿਹੜਾ ਬ੍ਰਾਹਮਣ ਹੈ ਨਾ, ਬ੍ਰਾਹਮਣ ਦੇ ਵਾਸਤੇ ਕਹਿੰਦੇ ਇੱਕ ਬਹੁਤ ਵੱਡੀ ਉਹਦੀ ਕੰਡੀਸ਼ਨ ਹੈ ਕਿ ਬ੍ਰਾਹਮਣ ਤਾਂ ਹੀ ਉਹ ਸੰਪੂਰਨ ਮੰਨਿਆ ਜਾਏਗਾ ਅਗਰ ਉਹ ਜਨੇਊ ਪਾਉਂਦਾ। ਜਨੇਊ ਧਾਰੀ ਨੂੰ ਹੀ ਬ੍ਰਾਹਮਣ ਗੁਰਬਾਣੀ ਦੇ ਵਿੱਚ, ਗੁਰਬਾਣੀ ਵਿੱਚ ਨਹੀਂ ਸੌਰੀ,
ਜਨੇਊਧਾਰੀ ਨੂੰ ਹੀ ਉਹਨਾਂ ਦੀ ਲੈਂਗੁਏਜ ਵਿੱਚ ਉਹ ਬ੍ਰਾਹਮਣ ਆਖ ਸਕਦੇ ਨੇ। ਕਹਿੰਦੇ ਬਿਨਾਂ ਜਨੇਊ ਤੋਂ ਬ੍ਰਾਹਮਣ ਨਹੀਂ, ਉਹਨਾਂ ਅਕੋਰਡਿੰਗ ਟੂ ਉਹਨਾਂ ਦੀ ਫਿਲਾਸਫੀ ਉਹ ਬ੍ਰਾਹਮਣ ਕਹਿੰਦੇ ਨਹੀਂ ਬਣ ਸਕਦਾ। ਗੁਰਬਾਣੀ ਵੀ ਕਹਿੰਦੀ ਹੈ ਜਿਹੜਾ ਸਾਨੂੰ ਬ੍ਰਾਹਮਣ ਬਣਾਉਂਦੀ ਹੈ ਨਾ ਗੁਰਬਾਣੀ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਉਹ ਬ੍ਰਾਹਮਣ ਸਾਨੂੰ ਬਣਾਉਂਦੀ ਹੈ ਨਾ। ਜਿਹੜਾ ਜਦੋਂ ਗੁਰਬਾਣੀ ਸਾਨੂੰ, ਅਗਰ ਅਸੀਂ ਉਹ ਵਾਲਾ ਬ੍ਰਾਹਮਣ ਬਣਨਾ, ਗੁਰੂ ਸੱਚ ਧਰਮ ਵਾਲਾ, ਇਹ ਸੱਚ ਧਰਮ ਪੂਰੀ ਦੁਨੀਆ ਦੇ ਵਿੱਚ, ਪੂਰੀ ਦੁਨੀਆ ਵਾਸਤੇ ਹੈ। ਇਹਦੇ ਵਿੱਚ ਬ੍ਰਾਹਮਣ ਨੂੰ ਕੱਢਿਆ ਨਹੀਂ ਜਾਏਗਾ, ਇਹਦੇ ਵਿੱਚ ਮੁਸਲਮਾਨ ਨੂੰ ਵੀ ਨਹੀਂ ਕੱਢਿਆ ਜਾਏਗਾ, ਇਹਦੇ ਵਿੱਚ ਹਿੰਦੂ ਨੂੰ ਵੀ ਕੱਢਿਆ ਨਹੀਂ ਜਾਏਗਾ, ਇਸ ਵਿੱਚ ਸਿੱਖ ਵੀ ਇਨਕਲੂਡ ਨੇ, ਸਾਰੇ ਹੀ ਇਨਕਲੂਡ ਹੈ। ਲੇਕਿਨ ਡੈਫੀਨੇਸ਼ਨ ਗੁਰਬਾਣੀ ਦੀ ਹੈ, ਇਹਦੇ ਵਿੱਚ ਕੀ ਹੈ, ਕਹਿੰਦੇ ਨੇ ਅਗਰ ਤੂੰ ਉਹ ਵਾਲਾ ਬ੍ਰਾਹਮਣ ਬਣਨਾ, ਕਿਹੜਾ ਬ੍ਰਾਹਮਣ? ਜਿਸ ਦਾ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਾਹਮਣ ਹੈ, ਜਿਸ ਨੂੰ ਗੁਰਬਾਣੀ ਕਹਿੰਦੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਗੁਰਬਾਣੀ ਦੀ ਜਿਹੜੀ ਡੈਫੀਨੇਸ਼ਨ ਦੇ ਅਕੋਰਡਿੰਗ ਅਗਰ ਅਸੀਂ ਬ੍ਰਾਹਮਣ ਬਣਾਂਗੇ, ਉਸ ਵਾਸਤੇ ਜਿਹੜਾ ਸਾਨੂੰ ਜਨੇਊ ਚਾਹੀਦਾ ਹੈ ਉਹ ਹੈ ਰੱਬ ਦੇ ਸੱਚੇ ਗੁਣ, ਜਿਸ ਨੂੰ ਆਖਦੇ ਨੇ ਦਇਆ। ਉਹ ਬਾਲ ਵਾਲਾ ਜਨੇਊ ਜਿਹੜਾ ਨਾ, ਉਹ ਜਿਹੜੀ ਚਾਰ ਚੀਜ਼ਾਂ ਦੇ ਨਾਲ ਬੰਦੇ, ਜਿਸ ਨੂੰ ਆਖਦੇ ਨੇ ਦਇਆ, ਉਹ ਕਪਾਹ ਨਾਲ ਬਣਦਾ ਹੈ। ਗੁਰਬਾਣੀ ਕਹਿੰਦੀ ਅੱਛਾ ਤੂੰ ਜਨੇਊ ਪਾਣਾ, ਤੂੰ ਬ੍ਰਾਹਮਣ ਬਣਨਾ, ਲੈ ਅੰਦਰ ਵਾਲਾ ਜਿਹੜਾ ਬ੍ਰਾਹਮਣ ਬਣਨਾ ਤੇ ਅੰਦਰ ਵਾਲਾ ਜਨੇਊ ਵੀ ਵੱਖਰਾ ਹੈ। ਉਹਦੀਆਂ ਜਿਹੜੀਆਂ ਜਿਸ ਚੀਜ਼ਾਂ ਨਾਲ ਬਣੇਗਾ ਉਹ ਚੀਜ਼ਾਂ ਵੀ ਵੱਖਰੀਆਂ। ਚੀਜ਼ਾਂ ਕਿਹੜੀਆਂ ਨੇ? ਇੱਕ ਦਇਆ, ਸੰਤੋਖ, ਜਤ, ਸਤ, ਇਹ ਜਨੇਊ ਜੀ ਕਾ। ਅੱਛਾ ਜੀ ਕਾ ਜਨੇਊ ਹੈ, ਸਰੀਰ ਵਾਲਾ ਨਹੀਂ। ਫਿਰ ਗੁਰਬਾਣੀ ਸਕੋਲ ਰਹੀ ਹੈ, ਇਹ ਬ੍ਰਾਹਮਣ ਵੀ ਜਿਹੜਾ ਗੁਰਬਾਣੀ ਜਿਸ ਨੂੰ ਆਖਰੀ ਹੈ ਨਾ ਗੁਰ ਬ੍ਰਾਹਮਣ ਕੀਆ, ਜਿਸ ਨੂੰ ਬ੍ਰਾਹਮਣ ਨੂੰ ਗੁਰਬਾਣੀ ਗੁਰ ਵੀ ਲਫ਼ਜ਼ ਵਰਤ ਰਹੀ ਹੈ, ਗੁਰ ਬ੍ਰਾਹਮਣ ਕੀਆ। ਜਦੋਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਸਾਡਾ ਮਨ ਜਦੋਂ ਜਿਸ ਨੂੰ ਆਖਦੇ ਨੇ ਨਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਬ੍ਰਹਮ ਕਿਸ ਨੂੰ ਆਖਦੀ ਹੈ ਗੁਰਬਾਣੀ? ਨਾਮ ਨੂੰ ਹੀ ਬ੍ਰਹਮ ਆਖਦੀ ਹੈ, ਨਾਮ ਨੂੰ ਹੀ ਬ੍ਰਹਮਾ ਆਖਦੀ ਹੈ, ਬਾਣੀ ਨੂੰ ਹੀ ਬ੍ਰਹਮਾ ਆਖਦੇ ਨੇ ਗੁਰਬਾਣੀ। ਬਾਣੀ ਹੀ ਬ੍ਰਹਮਾ ਵੇਦ ਨੇ, ਇਸ ਨੂੰ ਆਖਦੀ ਹੈ। ਕਹਿੰਦੇ ਜਦੋਂ ਸਾਡਾ ਮਨ ਬਾਣੀ ਰੂਪੀ ਬ੍ਰਹਮ ਨੂੰ ਵਿਚਾਰਨ ਲੱਗ ਜਾਂਦਾ ਹੈ ਤੇ ਇਹ ਬ੍ਰਾਹਮਣ ਬਣ ਜਾਂਦਾ ਹੈ। ਇਸ ਵਿਚਾਰਨ ਕਰਕੇ ਕੋਈ ਜਨਮ ਤੋਂ ਬ੍ਰਾਹਮਣ ਨਹੀਂ ਹੁੰਦਾ ਗੁਰਬਾਣੀ ਇਸ ਨੂੰ, ਨਾ ਹੀ ਕੋਈ ਜਨਮ ਤੋਂ ਸਿੱਖ ਹੁੰਦਾ ਹੈ, ਨਾ ਹੀ ਕੋਈ ਜਨਮ ਤੋਂ ਹਿੰਦੂ ਹੁੰਦਾ ਹੈ, ਨਾ ਹੀ ਕੋਈ ਜਨਮ ਤੋਂ ਮੁਸਲਮਾਨ ਹੁੰਦਾ ਹੈ। ਸੱਚ ਧਰਮ ਦੇ ਅਕੋਰਡਿੰਗਲੀ, ਦੁਨਿਆਵੀ ਸਿੱਖਿਆ ਅਕੋਰਡਿੰਗ ਠੀਕ ਹੈ, ਸੱਚ ਧਰਮ ਦੇ ਅਕੋਰਡਿੰਗਲੀ ਬ੍ਰਾਹਮਣ ਬਣਿਆ ਜਾਂਦਾ ਹੈ, ਮੁਸਲਮਾਨ ਬਣਿਆ ਜਾਂਦਾ ਹੈ, ਸਿੱਖ ਬਣਿਆ ਜਾਂਦਾ ਹੈ, ਹਿੰਦੂ ਬਣਿਆ ਜਾਂਦਾ ਹੈ। ਲੇਕਿਨ ਉਹ ਬ੍ਰਾਹਮਣ ਦੇ ਵਿੱਚ ਜਨੇਊ ਜਿਹੜਾ ਗੁਰਬਾਣੀ ਆਖਰੀ ਹੈ ਉਹ ਬਣੇਗਾ ਦਇਆ, ਸੰਤੋਖ, ਜਤ, ਸਤ। ਇਹ ਸਾਨੂੰ ਬ੍ਰਾਹਮਣ ਬਣਾਉਣਾ ਸਿਖਾ ਰਿਹਾ ਸਤਿਗੁਰੂ ਜੀ, ਜਿਸ ਨੂੰ ਆਖਦੇ ਨਾ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਉਹ ਬ੍ਰਾਹਮਣ ਦੀ ਡੈਫੀਨੇਸ਼ਨ ਦੱਸ ਰਿਹਾ, ਬ੍ਰਾਹਮਣ ਕਿਵੇਂ ਬਣਿਆ ਜਾਏਗਾ। ਇਹਨਾਂ ਚੀਜ਼ਾਂ ਦੇ ਨਾਲ ਬ੍ਰਾਹਮਣ, ਇਹ ਵਾਲੀਆਂ ਚੀਜ਼ਾਂ ਜਿਵੇਂ ਜਨੇਊ ਤੋਂ ਬਿਨਾਂ ਬ੍ਰਾਹਮਣ ਦੀ ਪਛਾਣ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖ, ਇਹ ਮਨ, ਜੇ ਤੂੰ ਵੀ ਅੰਦਰਲਾ ਬ੍ਰਾਹਮਣ ਬਣਨਾ ਨਾ, ਜਿਸ ਨੂੰ ਗੁਰਬਾਣੀ ਆਖਦੀ, ਤੈਨੂੰ ਵੀ ਇਹ ਚੀਜ਼ਾਂ ਚਾਹੀਦੀਆਂ ਨੇ। ਗੁਣ ਕਹਿ ਗੁਣੀ ਸਮਾਵਣਿਆ, ਇਹਨਾਂ ਦੇ ਗੁਣਾਂ ਦੇ ਨਾਲ ਹੀ ਤੂੰ ਗੁਣ ਰੂਪੀ ਬ੍ਰਾਹਮਣ ਬਣ ਸਕੇਗਾ। ਹਾਂਜੀ, ਬਹੁਤ ਖੂਬਸੂਰਤ ਨਾਲ ਵੀ ਜੀ ਆਪ ਜੀ ਨੇ ਖੋਲਣਾ ਕੀਤਾ। ਉਮੀਦ ਹੈ ਪਰਮਜੀਤ ਸਿੰਘ ਚੰਟੀ ਜੀ ਆਪ ਜੀ ਨੂੰ ਕਲੀਅਰ ਹੋ ਗਿਆ ਹੋਣਾ ਗੱਲ। ਹਾਂਜੀ, ਬੜੀ ਮਿਹਰਬਾਨੀ ਜੀ ਭੁਪਿੰਦਰ ਵੀਰ ਜੀ ਦੀ ਵੀ ਤੇ ਸੁਖਵਿੰਦਰ ਵੀਰ ਜੀ ਦੀ ਬਹੁਤ ਬਹੁਤ ਥੈਂਕ ਯੂ ਸੁਖਵਿੰਦਰ ਵੀਰ ਜੀ। ਜੀ ਤਜਿੰਦਰ ਵੀਰ ਜੀ ਨੈਕਸਟ ਕੁਐਸਚਨ ਪਲੀਜ਼। ਵੀਰ ਜੀ ਇੱਕ ਮੇਰਾ ਕੁਐਸਚਨ ਪੈਂਡਿੰਗ ਸੀਗਾ, ਮੈਂ ਚਾਹੁੰਦਾ, ਬੇਨਤੀ ਹੈਗੀ ਸੁਖਵਿੰਦਰ ਵੀਰ ਜੀ ਨੂੰ ਕਿ ਸ਼ਬਦ ਵਿਚਾਰ ਮੈਂ ਚਾਹੁੰਦਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਕਰ ਪਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਇਸ ਸ਼ਬਦ ਦੀ ਵਿਚਾਰ ਚਾਹੁੰਦਾ ਸੁਖਵਿੰਦਰ ਵੀਰ ਜੀ ਪਲੀਜ਼। ਵੀਰ ਜੀ ਦੇਖੋ, ਪਤਾ ਕਿ ਗੁਰਬਾਣੀ ਦੇ ਵਿੱਚ ਜਿੱਥੇ ਅਗਲ ਉਸ ਕਰਮਕਾਂਡੀ ਮੁਸਲਮਾਨ ਦੀ ਨਿਖੇਧੀ ਕੀਤੀ ਗਈ ਹੈ ਨਾ, ਤੇ ਨਾਲ ਇਹ ਵੀ ਦੱਸਿਆ ਗਿਆ ਜਿਸ ਤਰ੍ਹਾਂ ਹੁਣ ਬ੍ਰਾਹਮਣ ਸਤਿਗੁਰੂ ਜੀ ਬਣਾਣੇ, ਜੇ ਇੱਥੇ ਅਸੀਂ ਅਰਥ ਇਹ ਕਰਾਂਗੇ ਗੁਰ ਬ੍ਰਾਹਮਣ ਥੀਆ, ਉਹ ਮੂਆ ਝੜ ਪਿਆ, ਬ੍ਰਾਹਮਣ ਮਰ ਗਿਆ ਤੇ ਉਹਦਾ ਤਾਂ ਜਨੇਊ ਇੱਥੇ ਹੀ ਰਹਿ ਜਾਂਦਾ। ਜਿਵੇਂ ਸਾਨੂੰ ਕਹਾਣੀਆਂ ਵਿੱਚ ਸੁਣਾਇਆ ਜਾਂਦਾ ਵੀ ਬ੍ਰਾਹਮਣ ਮਰ ਗਿਆ, ਲੋਕਾਂ ਨੇ, ਦੁਨੀਆ ਨੇ ਬ੍ਰਾਹਮਣ ਨੂੰ ਗੁਰੂ ਧਾਰਨ ਕੀਤਾ ਹੋਇਆ ਸੀ, ਬ੍ਰਾਹਮਣ ਮਰ ਗਿਆ ਤੇ ਦੇਖੋ ਉਹਦਾ ਜਨੇਊ ਧਰਤੀ ਤੇ ਡਿੱਗ ਪਿਆ, ਇੱਥੇ ਹੀ ਰਹਿ ਗਿਆ, ਨਾਲ ਉਹਦੇ ਗਿਆ ਨਹੀਂ। ਇਹ ਅਰਥ ਗੁਰਬਾਣੀ ਦੇ ਅਕੋਰਡਿੰਗ ਇੱਥੇ ਬ੍ਰਾਹਮਣ ਲਫ਼ਜ਼ ਸਤਿਗੁਰੂ ਜੀ ਨੇ ਯੂਜ਼ ਕੀਤਾ, ਲੇਕਿਨ ਯੂਜ਼ ਕਿਹੜਾ ਕੀਤਾ? ਜਿਹੜਾ ਗੁਰਬਾਣੀ ਵਾਲਾ ਬ੍ਰਾਹਮਣ ਸਤਿਗੁਰੂ ਜੀ ਦੱਸ ਰਹੇ, ਜੋ ਸਾਡੇ ਮਨ ਨੂੰ, ਜਿਸ ਨੂੰ ਆਖ ਰਹੇ ਨਾ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ, ਗੁਰੂ ਬਾਣੀ ਜਿਸ ਨੂੰ ਬ੍ਰਾਹਮਣ ਆਖਦੀ, ਉਸ ਬ੍ਰਾਹਮਣ ਦੀ ਗੱਲ ਚੱਲ ਰਹੀ ਹੈ। ਉੱਥੇ ਉਹ ਮੁਸਲਮਾਨੀ ਵਾਲੀ ਜਿਹੜੀ ਗੱਲ ਹੈ, ਉੱਥੇ ਉਹ ਐਗਜ਼ਾਮਪਲ ਲਈ ਲਫ਼ਜ਼ ਯੂਜ਼ ਕੀਤਾ ਮੁਸਲਮਾਨ, ਲੇਕਿਨ ਉਹ ਮੁਸਲਮਾਨ ਕਿਹੜਾ ਵਾ? ਜਿਸ ਨੂੰ ਆਖਦੇ ਨੇ ਜਿਹੜਾ ਉਹ ਮੁਸਲਮਾਨ ਸਤ ਨਾਮ ਧਰਮ, ਸੱਚ ਧਰਮ ਵਾਲਾ ਮੁਸਲਮਾਨ। ਜਿਹੜੀ ਸੱਚ ਧਰਮ ਵਾਲੀ ਡੈਫੀਨੇਸ਼ਨ ਨਾਲ ਉਹ ਹੈ ਜਿਹਦੇ ਵਿੱਚ ਆਉਂਦਾ ਹੈ ਪਹਿਲਾ ਹੱਕ ਹਲਾਲ ਦੋਏ, ਉਹ ਜਿਹੜਾ 5 ਨਮਾਜ਼ਾਂ ਉਹ ਵਾਲਾ ਕਰਦਾ ਹੈ, ਉਹ ਵਾਲੇ ਨਮਾਜ਼ ਨਾਲ ਜਿਹੜਾ ਬ੍ਰਾਹਮਣ ਬਣਦਾ ਨਾ, ਉਹਦੀ ਉਹ ਦੱਸ ਰਹੇ ਨੇ ਉਹ ਕਿਸ ਤਰ੍ਹਾਂ। ਕਹਿੰਦੇ ਨੇ ਜਦੋਂ
ਸਾਡਾ ਮਨ ਸਤਿਗੁਰੂ ਜੀ ਦੇ ਸ਼ਰਨ ਦੇ ਵਿੱਚ ਆਉਂਦਾ ਹੈ ਤਾਂ ਸ਼੍ਰਮ ਖੰਡ ਦੇ ਅਕੋਰਡਿੰਗ ਸਾਡਾ ਉੱਥੇ ਸਾਡੇ ਮਨ ਦੀ ਸੁਰਤ ਨੂੰ ਮਤ ਦੇ ਨਾਲ ਕੜਿਆ ਜਾਂਦਾ ਹੈ ਤੇ ਮਨ ਨੂੰ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ ਨਾ। ਤੇ ਉਦੋਂ ਜਿਹੜਾ ਮਨ ਬੰਦੇ ਨੂੰ ਉਸਨੂੰ ਕਹਿੰਦੇ ਨੇ, ਚਾਹੇ ਤੁਸੀਂ ਬ੍ਰਾਹਮਣ ਕਹਿ ਲਵੋ, ਚਾਹੇ ਉਸਨੂੰ ਕਹਿੰਦੇ ਨੇ ਤੁਸੀਂ ਹਿੰਦੂ ਕਹਿ ਲਵੋ, ਚਾਹੇ ਉਸਨੂੰ ਕਹਿੰਦੇ ਨੇ ਤੁਸੀਂ ਮੁੱਲਾ ਕਹਿ ਲਵੋ, ਚਾਹੇ ਉਸਨੂੰ ਕਹਿੰਦੇ ਨੇ ਤੁਸੀਂ ਜੋਗੀ ਕਹਿ ਲਵੋ, ਚਾਹੇ ਉਸਨੂੰ ਕਹਿੰਦੇ ਸਿੱਖ ਕਹਿ ਲਓ। ਗੁਰਬਾਣੀ ਉਸਨੂੰ ਕਹਿੰਦੀ ਇੱਥੇ ਇੱਕ ਹੋਰ ਲਫ਼ਜ਼ ਉਸੀ ਅਵਸਥਾ ਵਾਸਤੇ ਬਿਆਨ ਕਰ ਰਹੇ ਨੇ, ਕਹਿੰਦੇ ਮੁਸਲਮਾਨ। ਕਹਿੰਦੇ ਨੇ ਉਹ ਮੁਸਲਮਾਨ ਬਣ ਗਿਆ। ਕਿਵੇਂ ਬਣਾਇਆ? ਬਣਿਆ ਨਹੀਂ ਆਪ, ਉਸਨੇ ਉਹ ਸੱਚ ਧਰਮ, ਇੱਥੇ ਆਪਾਂ ਸੱਚ ਧਰਮ ਨੂੰ ਐਕਸਪਲੇਨ ਕਰ ਰਹੇ ਹਾਂ, ਸੱਚ ਧਰਮ ਨੂੰ ਸਮਝ ਰਹੇ ਹਾਂ। ਸੱਚ ਧਰਮ ਦੁਨਿਆਵੀ ਧਰਮਾਂ ਵਾਲੇ ਮੁਸਲਮਾਨ ਦੀ ਇੱਥੇ ਗੱਲ ਨਹੀਂ ਚੱਲ ਰਹੀ, ਕਿਉਂਕਿ ਗੁਰਬਾਣੀ ਜਿਸ ਮੁਸਲਮਾਨ ਕਹਿ ਰਹੀ ਹੈ ਨਾ, ਉਹ ਵਾਲੀ ਜਿਹੜੀ ਸਾਖੀ ਇਹਦੇ ਨਾਲ ਜੋੜੀ ਗਈ ਹੈ, ਉਹ ਸਾਖੀ ਗੁਰਬਾਣੀ ਦੀ ਸਾਖੀ ਨਹੀਂ ਹੈ। ਉਹ ਦੁਨਿਆਵੀ ਸਾਖੀ ਸਾਨੂੰ ਸਮਝਾ ਦਿੱਤੀ ਗਈ ਹੈ, ਅਸੀਂ ਸਮਝ ਚੁੱਕੇ ਹਾਂ। ਲੇਕਿਨ ਇੱਥੇ ਗੁਰਬਾਣੀ ਵਾਲਾ ਮੁਸਲਮਾਨ ਸਤਿਗੁਰੂ ਜੀ ਬਣਾਏ, ਉਹਦੀ ਦੱਸ ਨਾ ਕਿਵੇਂ ਬਣਦਾ, ਜਿਸਨੂੰ ਆਖਦੇ ਨਾ, ਜੇ ਆਖਦੇ ਨੇ ਗੁਰੂ ਕਿਵੇਂ ਜਨਮਦਾ, ਇੱਥੇ ਵੀ ਦੱਸਿਆ ਜਾਂਦੇ ਨੇ ਕਿ ਬ੍ਰਾਹਮਣ ਕਿਵੇਂ ਜੰਮਦਾ ਹੈ, ਸਾਡੇ ਅੰਦਰ ਮੁਸਲਮਾਨ ਕਿਵੇਂ ਪੈਦਾ ਹੁੰਦਾ ਹੈ, ਉਹ ਵੀ ਦੱਸਦੇ ਜਾ ਰਹੇ ਨੇ। ਮਿੱਟੀ ਤੇ ਇਹੀ ਰਹਿਣੀ ਹੈ, ਸਾਡੀ ਮਿੱਟੀ ਇਹੀ ਰਹਿਣੀ ਹੈ। ਲੇਕਿਨ ਜਦੋਂ ਆ ਮਿੱਟੀ ਭਾਵ ਜਦੋਂ ਆ ਸਾਡਾ ਸਰੀਰ, ਅਸੀਂ ਆਪਣੀ ਸੁਰਤ ਨੂੰ ਤੇ ਮਨ ਨੂੰ ਸਤਿਗੁਰੂ ਜੀ ਦੇ ਕੋਲ ਲੈ ਕੇ ਜਾਵਾਂਗੇ ਨਾ, ਉਹ ਸਤਿਗੁਰੂ ਜੀ ਆਪਣੇ ਗੁਣਾਂ ਦੇ ਨਾਲ ਆਪਣੀ, ਜਿਸਨੂੰ ਆਖਦੇ ਨਾ ਅਗਨੀ, ਇੱਕ ਤਾਂ ਅਗਨੀ ਹੈ ਤ੍ਰਿਸ਼ਨਾ ਦੀ ਅਗਨ, ਇੱਕ ਹੈ ਗੁਰ ਸੇਵਾ ਤਪਾ ਸਿਰ ਤਪਸਾਰ, ਤਪ ਜਿਸਨੂੰ ਕਹਿੰਦੇ ਜਪ ਤਪ, ਇੱਕ ਗੁਰੂ ਦੀ ਸੇਵਾ ਰੂਪੀ ਅਗਨੀ ਵੀ ਹੈ। ਉਹਦੇ ਵਿੱਚ ਸਾਡੇ ਮਨ ਨੂੰ ਸਤਿਗੁਰੂ ਜੀ ਕੱਢਦੇ ਨੇ। ਉਹਦੇ ਵਿੱਚ ਮਨ ਨੂੰ, ਜਦੋਂ ਮਨ ਦੇ ਵਿੱਚ ਉਹ ਸਾਰੇ ਗਿਆਨ ਗੁਣ ਆ ਗਏ ਨਾ, ਜਿਸਨੂੰ ਆਖਦੇ ਨੇ ਹੱਕ, ਹਲਾਲ, ਸੁਰਤ, ਜਿਹੜੇ ਉਹ ਪੰਜ ਨਿਵਾਜਾਂ ਵਾਲੀ ਗੱਲ ਹੈ, ਉਸ ਅਵਸਥਾ ਨੂੰ ਕਹਿੰਦੇ ਨੇ, ਤੁਸੀਂ ਇਹ ਕਹਿ ਲਓ, ਚਾਹੇ ਤੁਸੀਂ ਬ੍ਰਾਹਮਣ ਲੈ ਲਓ, ਕਹਿੰਦੇ ਨੇ ਸੱਚ ਧਰਮ ਵਿੱਚ ਬ੍ਰਾਹਮਣ ਲਫ਼ਜ਼ ਵੀ ਮਨਜ਼ੂਰ ਹੈ, ਮੁਸਲਮਾਨ ਵੀ ਕਹਿੰਦੇ ਤੁਸੀਂ ਬੋਲੋ, ਪਰ ਕਹਿੰਦੇ ਨੇ ਇਸ ਤਰ੍ਹਾਂ ਮੁਸਲਮਾਨ ਬਣਿਆ ਜਾਂਦਾ ਹੈ ਗੁਰਬਾਣੀ ਦੀ ਡੈਫੀਨੇਸ਼ਨ ਦੇ ਕਾਰਨ। ਇਹ ਪੋਜ਼ਿਟਿਵ ਸੈਂਸ ਵਾਲੇ ਮੁਸਲਮਾਨ ਦੀ, ਜਿਹੜੀ ਗੁਰਬਾਣੀ ਨੇ ਮੁਸਲਮਾਨ ਬਣਾਉਣਾ ਨਾ, ਸੱਚ ਧਰਮ ਨੇ, ਇਹ ਸੱਚ ਧਰਮ ਵਾਲੇ, ਕਿਉਂਕਿ ਸੱਚ ਧਰਮ ਪੂਰੀ ਦੁਨੀਆ ਤੇ ਅਪਲਾਈ ਹੋਏਗਾ, ਅਪਲਾਈ ਹੋ ਹੀ ਰਿਹਾ ਹੈ, ਉਹ ਵਾਲਾ ਸੱਚ ਧਰਮ ਵਾਲੇ ਮੁਸਲਮਾਨ ਦੀ ਇੱਥੇ ਗੱਲ ਕੀਤੀ। ਹਾਂਜੀ, ਲੇਕਿਨ ਅੱਗੇ ਆ ਰਿਹਾ ਹੈ, ਘੜ ਪਾਂਡੇ ਏਟਾ ਕੀਆ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੁਪੜੀ, ਝੜ ਝੜ ਪਵੇ ਅਗਿਆਰ। ਇਸ ਦਾ ਸ਼ਬਦ ਦਾ ਅਰਥ ਕਿਸ ਬਾਬਤ ਕਰੋਗੇ ਵੀਰ ਜੀ? ਫਿਰ ਵੀਰ ਜੀ ਜਿਹੜਾ ਲਫ਼ਜ਼ ਆ ਰਿਹਾ ਨਾ, ਘੜ ਭਾਂਡੇ ਇੱਟਾਂ, ਘੜਨਾ ਦੇਖੋ ਗੁਰਬਾਣੀ ਚ ਆਨੇ ਤਿੱਥ ਹੈ, ਘੜੀ ਹੈ, ਸੁਰਤ ਮਤਬੂਤ। ਇੱਥੇ ਜੇ ਲਫ਼ਜ਼ ਸਤਿਗੁਰੂ ਜੀ ਭਾਂਡੇ ਇੱਟਾਂ ਦੀ ਗੱਲ ਕਰ ਰਹੇ ਨੇ ਨਾ, ਉਹ ਇੱਟਾਂ ਵੀ ਕਿਸ ਦੀਆਂ ਬਣਦੀਆਂ? ਮਿੱਟੀ ਦੀ। ਅਜੇ ਮਿੱਟੀ ਹੁੰਦੀ ਹੈ ਕੱਚੀ, ਤੇ ਜਦੋਂ ਮਿੱਟੀ ਹੋ ਜਾਂਦੀ ਹੈ ਪੱਕ, ਜਿਸਨੂੰ ਆਖਦੇ ਨੇ ਕੱਚ ਪਕਾਈ ਉੱਥੇ ਪਾਏ, ਹਨਾ। ਕੱਚੀ ਮਿੱਟੀ ਨੂੰ ਜਦੋਂ ਪਕਾਣਾ, ਉਹਨੂੰ ਕਹਿੰਦੇ ਨੇ ਇੱਟਾਂ। ਜਿੱਥੇ ਸਤਿਗੁਰੂ ਲਫ਼ਜ਼ ਹੁੰਦੇ ਨੇ ਕੱਚ ਪਕਾਈ ਉੱਥੇ ਪਾਏ, ਉਰੇ ਉਸਨੂੰ ਪਕਾਈ ਦੀ ਜਗ੍ਹਾ ਤੇ ਲਫ਼ਜ਼ ਵਰਤ ਰਹੇ ਨੇ ਇੱਟਾਂ। ਇੱਟਾਂ ਕੀ ਹੁੰਦੀ ਹੈ? ਪੱਕੀ ਹੋਈ ਮਿੱਟੀ ਨੂੰ ਇੱਟਾਂ ਕਹਿੰਦੇ ਨੇ, ਹਨਾ। ਜਦੋਂ ਸਤਿਗੁਰੂ ਜੀ ਸਾਡੀ ਕੱਚੀ ਸੁਰਤ ਨੂੰ, ਜਿਹੜੀ ਕੁੜਿਆਰ ਸੁਰਤ ਨੂੰ, ਜਿਸਨੂੰ ਕਹਿੰਦੇ ਨੇ ਕੱਚ ਪਕਾਈ, ਜਦੋਂ ਪਕਾਉਂਦੇ ਨੇ ਉਸਨੂੰ, ਉਹ ਸਤਿਗੁਰੂ ਜੀ ਉਸਨੂੰ ਅਲੱਗ ਲਫ਼ਜ਼ ਵੀ ਯੂਜ਼ ਕਰਦੇ, ਉਰੇ ਕਹਿੰਦੇ ਨੇ ਉਹ ਇੱਟਾਂ, ਜਿਹੜੀ ਮਿੱਟੀ ਸੀ ਨਾ ਉਹ ਪੱਕ ਗਈ, ਜਿਸਨੂੰ ਕਹਿੰਦੇ ਨੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਕਹਿੰਦੇ ਉੱਥੇ ਤੈਨੂੰ ਸਤਿਗੁਰੂ ਦੀ ਉਹ ਵਾਲੀ ਅਵਸਥਾ ਤੇ ਜਾਏਗਾ ਤਾਂ ਪਤਾ ਲੱਗੇਗਾ। ਉਹ ਜਿਹੜੀਆਂ ਇੱਟਾਂ ਵੇ ਨਾ, ਉਹ ਵਾਲੀਆਂ ਇੱਟਾਂ ਦੀ ਗੱਲ ਕਰ ਰਹੇ, ਜਿਹੜੀ ਹੁਣ ਪੱਕ ਗਈ ਮਿੱਟੀ, ਜਿਸਨੂੰ ਆਖਦੇ ਨੇ ਕੱਚ ਪਕਾਈ ਉੱਥੇ ਪਾਏ, ਉਹ ਵਾਲੀ ਅਵਸਥਾ ਦੀ ਵੀ ਜੀ ਗੱਲ ਬਿਆਨ। ਇੱਥੇ ਦੁਨਿਆਵੀ ਮੁਸਲਮਾਨ ਵਾਲਿਆਂ ਦੀ ਜਿਹੜੀ ਉਹ ਵਾਲੀ ਉਹਨਾਂ ਦੀ ਪ੍ਰਕਿਰਿਆ, ਉਹਨੂੰ ਨਹੀਂ ਸਤਿਗੁਰੂ ਜੀ ਐਕਸਪਲੇਨ ਕਰ ਰਹੇ। ਇਹ ਅਕੋਰਡਿੰਗ ਟੂ ਮੀ ਹੋ ਸਕਦਾ ਹੋਰ ਵੀ ਐਂਗਲ ਤੋਂ ਆਪਾਂ ਵਿਚਾਰ ਕਰ ਸਕਦੇ। ਇਹ ਸ਼ਬਦ ਆਪਾਂ ਹੋਰ ਵੀ ਖੋਲਾਂਗੇ ਆਉਣ ਵਾਲੇ ਟਾਈਮ ਵਿੱਚ, ਕੋਈ ਗੱਲ ਨਹੀਂ। ਹੋਰ ਆਪਾਂ ਇਹਨਾਂ ਤੇ, ਇਹਦੇ ਤੇ ਆਪਾਂ ਜੀ ਵੀ ਜੀ। ਨੈਕਸਟ ਟਰਨ ਜਸਪਾਲ ਵੀ ਜੀ ਦੀ ਹੈਗੀ ਹੈ, ਨੋ ਪ੍ਰੋਬਲਮ ਵੀ ਜੀ। ਨੈਕਸਟ ਟਰਨ ਜਸਪਾਲ ਵੀ ਜੀ ਦੀ ਹੈਗੀ ਹੈ, ਉਸ ਤੋਂ ਬਾਅਦ 2 ਟਰਨਸ ਹੋਰ ਹੈਗੀਆਂ ਨੇ ਵੀ ਜੀ, ਤੇ ਉਸ ਤੋਂ ਬਾਅਦ ਅਗਰ ਟਰਨ ਬਚੇਗੀ ਤਾਂ ਮੈਂ ਨੈਕਸਟ ਕੁਐਸਚਨ ਲੈ ਪਾਵਾਂਗਾ ਵੀ ਜੀ। ਜਿਹੜੇ ਹੈਂਡ ਰੇਜ਼ ਕਰ ਰਹੇ ਨੇ ਬੇਨਤੀ ਜਿੰਦਰ ਜੀ, मेरा नाम भूपिंदर वीर जी, कुछ बोलना चाह रहे हैं? हाँ जी भी जी, जी भी जी। वीर जी अपने विचार रखो ਤੁਸੀਂ ਪਹਿਲੇ। ਭੁਪਿੰਦਰ ਵੀ, ਹਾਂਜੀ। ਤੇਜਿੰਦਰ ਵੀਰ ਜੀ, ਤੁਹਾਡੀ ਕੁਐਰੀ ਨਾ ਬੜੀ ਕਲੀਅਰ ਹੈ। ਸਾਡੀ ਇਹ ਕੁਐਰੀ ਹੈ, ਅਸੀਂ ਨਾ ਹੁਣੇ ਨਾ ਅਸੀਂ ਉਸ ਸਾਰੇ ਹੁੰਦੀ ਹੈ ਪੌੜੀ।
ਸੋ ਮੈਂ ਤੇ ਹੁਣੇ ਪਿਛਲੇ ਕਈ ਸਾਲਾਂ ਤੋਂ ਆਸਾ ਕੀ ਵਾਰ ਦੀ ਪਹਿਲੀ ਪੌੜੀ ਤੋਂ ਬਾਅਦ ਨਾ ਸ਼ਲੋਕ ਨਹੀਂ ਪੜ੍ਹੇ, ਮੈਂ ਦੂਜੀ ਪੌੜੀ ਪੜ੍ਹਦਾ ਪਿਆ, ਦੂਜੀ ਪੌੜੀ ਦੇ ਨਾਲ ਤੀਜੀ ਪੌੜੀ ਪੜ੍ਹਦਾ ਪਿਆ, ਕਿਉਂਕਿ ਸਮਝ ਆਈ ਕਿ ਵਾਰਾਂ ਪੌੜੀਆਂ ਹੁੰਦੀਆਂ ਸਨ ਪਹਿਲਾਂ। ਤਾਂ ਇਹਦਾ ਮਤਲਬ ਪਹਿਲਾਂ ਅਸੀਂ ਵਾਰ ਦੀ ਆਪਣੀ ਓਰੀਜਨਲ ਸ਼ੇਪ ਨੂੰ ਸਮਝ ਲਈਏ ਨਾ। ਜਦੋਂ ਅਸੀਂ ਪੌੜੀ ਸਮਝ ਲਾਂਗੇ ਨਾ, ਸੋ ਮੇਰੀ ਤੇਜਿੰਦਰ ਜੀ ਆਪ ਜੀ ਅੱਗੇ ਔਰ ਸਾਰਿਆਂ ਅੱਗੇ ਬੇਨਤੀ ਹੈ, ਸੁਖਵਿੰਦਰ ਜਾਂ ਮੈਨੂੰ ਜਾਂ ਹਰਵਿੰਦਰ ਜੀ ਜਾਂ ਜਸਪਾਲ ਜੀ ਜਾਂ ਇਕਬਾਲ ਜੀ, ਕਿਸੇ ਨੂੰ ਵੀ ਨਾ ਪੁੱਛੋ, ਤੁਸੀਂ ਬਾਣੀ ਦੀ ਬਣਤਰ ਦੇ ਮੁਤਾਬਕ ਪਹਿਲਾਂ ਪੌੜੀ ਨੂੰ ਸਮਝੋ। ਜਦੋਂ ਪੌੜੀ ਆਏਗੀ ਤਾਂ ਬਿਨ ਸਾਰੀ ਸਤਿਗੁਰ ਤੇ ਆ ਗਈ। ਹੁਣ ਪੌੜੀ ਨੂੰ ਪਕੜ ਕੇ ਉੱਪਰ ਵਾਲੇ ਸ਼ਲੋਕ ਸਮਝਣਾ ਸ਼ੁਰੂ ਕਰਾਂਗੇ ਨਾ, ਇਸੇ ਕਰਕੇ ਤਾਂ ਮੈਂ ਇਹ ਬੇਨਤੀ ਕਰ ਰਿਹਾ ਕਿ ਇਸ ਐਂਗਲ ਤੋਂ ਘਰ ਬੈਠ ਕੇ ਖੋਜ ਅਸੀਂ ਸ਼ੁਰੂ ਕਰੀਏ। ਸਾਡੇ ਲਫ਼ਜ਼ਾਂ ਨਾਲ, ਸਾਡੀ ਐਕਸਪਲੇਨੇਸ਼ਨਸ ਨਾਲ ਕਿਸੇ ਨੇ ਕਨਵਿੰਸ ਨਹੀਂ ਹੋਣਾ। ਆਪਣੀ ਖੋਜ ਕਰਨੀ ਹੈ ਕਿ ਸਤਿਗੁਰ ਦੀ ਗੱਲ ਚੱਲ ਰਹੀ ਹੈ, ਇਹਦਾ ਮਤਲਬ ਸਤਿਗੁਰ ਕੋ ਮਿਆਰ ਹੋ ਸਕਦਾ ਹੈ, ਇਹਦਾ ਮਤਲਬ ਸਤਿਗੁਰ ਘੜਦਾ ਹੈ। ਹਾਂ, ਜਪਜੀ ਚ ਪਾੜੀ ਆਏ ਸੀ ਕਿ ਉਹ ਘੜੀਏ ਸੁਰਤ ਮਤ ਬੁੱਧ ਕਰਦਾ ਹੈ, ਤਾਂ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਸੁਰਤ ਮਤ ਬੁੱਧ ਦੇ ਵੀ ਭਾਂਡੇ ਹੁੰਦੇ ਨੇ, ਸੁਰਤ ਮਤ ਬੁੱਧ ਦੀਆਂ ਰੋਮ ਥਾਟ ਪ੍ਰੋਸੈਸ ਦੀਆਂ ਵੀ ਇੱਟਾਂ ਹੁੰਦੀਆਂ ਨੇ, ਸਾਰੀਆਂ ਢੇਰ ਸਾਰੀਆਂ ਇੱਟਾਂ ਲੱਗੀਆਂ ਹੁੰਦੀਆਂ ਨਾ ਪੱਠੇ ਅੰਦਰ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਇਹ ਮੋਹ ਅਤੇ ਉਥੇ ਜਲਦੀ ਕਰੇ ਪੁਕਾਰ, ਝੜ ਝੜ ਪਵੇਂ ਅੰਗਿਆਰੋ ਕੀ ਹੈ ਤ੍ਰਿਸ਼ਨਾ ਦੀ ਅੱਗ। ਉਹ ਵਾਲੀ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ, ਤ੍ਰਿਸ਼ਨਾ ਨੂੰ ਅਸੀਂ ਮਾਇਆ ਨਾਲ ਜੋੜਦੇ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਮਾਇਆ ਅਸੀਂ ਇੱਥੇ ਆਇਆ ਮੋਹ ਚੁਕਾਇਆ। ਮੋਹ ਮਨ ਕੀ ਮਾਇਆ ਹੁੰਦੀ ਹੈ, ਮਨ ਦਾ ਨੈਗੇਟਿਵ ਥਾਟ ਪ੍ਰੋਸੈਸ ਹੁੰਦਾ ਹੈ, ਉਹਦੇ ਕਾਰਨ ਇਹ ਤ੍ਰਿਸ਼ਨਾਲੂ ਬਣਦੇ ਆ। ਉਹ ਸਾਰਾ ਲਿੰਕ ਬਣਦਾ ਜਾਏਗਾ ਜੇ ਤੁਸੀਂ ਉਸ ਪਾਸੇ ਸਿਰਫ ਵਿਚਾਰ ਕੇ ਦੇਖੋ। ਉਸ ਤੋਂ ਬਾਅਦ ਇਸ ਥਾਟ ਪ੍ਰੋਸੈਸ ਵਾਲੇ ਐਂਗਲ ਨੂੰ ਨੈਗਲੈਕਟ ਵੀ ਕਰ ਸਕਦੇ ਹਾਂ। ਫਿਕਸ ਡਿਪੋਜ਼ਿਟ ਦੀ ਚਾਬੀ ਤੇ ਆਪਣੇ ਕੋਲ ਹੀ ਹੈ ਨਾ, ਉੱਥੇ ਤੱਕ ਤਾਂ ਅਸੀਂ ਸਾਰੇ ਸੁਣਿਆ ਹੀ ਹੋਇਆ, ਸਭ ਨੇ ਸਮਝਿਆ ਹੀ ਹੋਇਆ, ਪੜਿਆ ਵੀ ਹੋਇਆ, ਪ੍ਰਚਾਰਕਾਂ ਨੇ ਵੀ ਬੋਲਿਆ ਹੋਇਆ। उत्तम विचार जिन सच्चे सो जितलाया, जग जीवन दाता पाया। अंदरों पता लग गया, उन्हें अंदरों फिक्सअप कर दिता, उन्हें फिर मुसलमान की मिट्टी भी काट दी। इस तरीके दे नाल जदों मेरी सिर्फ इतनी बेनती है, पहला वार दियां पौड़ियां नूं समझना शुरू करिए। सो तुसी सारियां समेत मैनू भी समा दिओ, तुसी भी अपने घर पहला आसा की वार दी लड़ीवार एक पौड़ी तो दूजी पौड़ी समझना शुरू करिए। फिर अपने बारे ला के करांगे तो आप इन्हें आप साजियो, मन अपने आप नूं सतगुर दी मत लैके साजण जोग हो गया। इस तरह करते जावांगे तो हुण फिर वो सारी लड़ी उस तरीके दे नाल असी पौड़ियां नूं उचारांगे, फिर उन्हां दे नाल श्लोकां दी सपोर्ट लवांगे। ठीक है तेजिंदर जी, बाणी दी बनतर दा इह ढंग। जी भी जी, जी भी। थैंक यू डियर जी जसपाल जी। जी। हाँ जी वीर जी, वाहिगुरु जी का खालसा वाहिगुरु जी की फतेह। वीर जी मेरा मतलब कि मैं दो गल्लां साझियां करनियां चाहांगा। जिस तरह कि कल साडा ते एक पहले मैं कहांगा कि साडा प्लेटफॉर्म इस टाइम इन्ना अच्छा चल रहा है या इन्ना अच्छा असी लोग इनू वधा रहे हैं कि बहुत संगत साडे इत्थे जुड़न नू आ रही है, और इंडिया तो नहीं थ्रू आउट वर्ल्ड तो आ रही है। वर्ल्ड तो बहुत लोग यूट्यूब ते भी इनू साझा कर रहे ते कई मेरा मतलब जड़ी मैं साझ करना चाहता कि कल हरमिंदर वीर जी ने एक क्वेश्चन किया सी, जड़ा गुरु के लंगर हॉल दे विच उन्होंने कहा सी सतनाम वाहेगुरु। उस वेले भी मैं कोई सजेशन दी सी थोड़ी जी, मगर मैं उन्होंने होर अगे थोड़ा जो बाद मैं सोचा थोड़ा जा कि जिस तरह साढ़े इत्थे कई गुरुद्वारियां दे प्रेसिडेंट भी बैठे हैं, सैकटरी भी बैठे हैं, या होर भी लोग साझा कर रहे हैं। वड्डे वड्डे गुरुद्वारियां तक ते असी लोग अजे नहीं पहुंच सकते, पर महल्लिया दे एरिया वाइज जेड़े गुरुद्वारे हैगे वो साडे नाल इस टाइम काफ़ी साझा कर रहे हैं, या हर एक दे गुरुद्वारियां दे विच हर एक दे एरिया च गुरुद्वारे भी हैगे। ते जिस टाइम असी लंगर छकन जाते हैं तो लंगर छकन वेले साडे उत्थे जेड़े वड्डे वड्डे हॉलां दे विच लंगर लखां लोगां नूं
ਗੁਰਦੁਆਰੇ ਜਾ ਕੇ ਲੋਕੀ ਲੰਗਰ ਛਕ ਰਹੇ ਨੇ, ਉਸ ਵੇਲੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਬਿਰਾਦਰੀ ਤੋਂ ਆਇਆ ਹੋਇਆ ਹੈ। ਸਾਰਿਆਂ ਨੂੰ ਉੱਥੇ ਲੰਗਰ ਛਕਣ ਦੀ ਇਜਾਜ਼ਤ ਹੁੰਦੀ ਹੈ, ਸਭ ਲੰਗਰ ਛਕਦੇ ਵੀ ਹਨ। ਔਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਵੀ ਹੁੰਦੇ ਨੇ ਜਿਹੜੇ ਗੁਰਦੁਆਰੇ ਦੇ ਵਿੱਚ ਮੱਥਾ ਵੀ ਨਹੀਂ ਟੇਕਦੇ, ਖਾਲੀ ਲੰਗਰ ਹਾਲ ਚ ਆਉਂਦੇ ਨੇ, ਲੰਗਰ ਛਕਦੇ ਨੇ। ਉਹਨਾਂ ਨੇ ਆਪਣੀ ਭੁੱਖ ਮਿਟਾਣੀ ਹੁੰਦੀ ਹੈ ਕਿ ਉਹਨਾਂ ਦੀ ਭੁੱਖ ਮਿਟੇ ਤੇ ਉਹ ਉਸ ਦੇ ਬਾਅਦ ਆਪਣਾ ਪੇਟ ਭਰਨ ਤੇ ਅੱਗੇ ਜਾਣ। ਉਹ ਇਹਨੂੰ ਹੋਟਲ ਵੀ ਸਮਝ ਲੈਂਦੇ ਨੇ, ਰੈਸਟੋਰੈਂਟ ਵੀ ਸਮਝ ਲੈਂਦੇ ਨੇ, ਗੁਰੂ ਦਾ ਲੰਗਰ ਵੀ ਸਮਝ ਲੈਂਦੇ ਨੇ। ਮੇਰੀ ਬਸ ਇੱਕੋ ਹੀ ਸਾਰੇ ਗੁਰਦੁਆਰਿਆਂ ਦੇ ਜਿਹੜੇ ਇੱਥੇ ਵੱਡੇ ਵੱਡੇ ਬੈਠੇ ਹਨ ਜਾਂ ਵੱਡੇ ਗੁਰਦੁਆਰਿਆਂ ਦੇ ਉਹਨਾਂ ਤੱਕ ਕਦੀ ਤੱਕ ਇਹ ਗੱਲ ਪਹੁੰਚਾਣੀ ਚਾਹ ਰਿਹਾ ਸੀ ਮੈਂ ਕਿ ਜਿਸ ਟਾਈਮ ਉਹ ਲੋਕ ਲੰਗਰ ਛਕਣ ਆਉਣ ਤੇ ਜਿਹੜੇ ਅਸੀਂ ਲੋਕ ਸ਼ਬਦ ਦੇ ਅਰਥ ਕੱਢਣਾ ਚਾਹੁੰਦੇ ਹਾਂ, ਜਿਹੜਾ ਅਸੀਂ ਕੱਢ ਰਹੇ ਹਾਂ ਇੱਥੇ, ਔਰ ਬਹੁਤ ਕੁਝ ਅਸੀਂ ਲੋਕ ਸਿੱਖ ਰਹੇ ਹਾਂ। ਜਿੰਨੀ ਦੇਰ ਵੀ ਲੰਗਰ ਚੱਲਣ ਉਸ ਵੇਲੇ ਸ਼ਬਦ ਦੇ ਅਰਥਾਂ ਦੇ ਨਾਲ ਉੱਥੇ ਕੈਸੇਟ ਵੀਡੀਓ ਜਾਂ ਕੁਝ ਆਡੀਓ ਦੇ ਥਰੂ ਉੱਥੇ ਚਲਾਈ ਜਾਵੇ, ਤਾਂ ਕਿ ਜਿਹੜੇ ਲੋਕ ਲੰਗਰ ਛਕਣ ਆਉਂਦੇ ਨੇ ਉੱਥੇ ਉਹਨਾਂ ਦੇ ਮਨ ਵਿੱਚ ਕੁਝ ਭਾਵੇਂ 1 ਪੁਆਇੰਟ ਜਾਂ 1% ਜਾਂ 2% ਲੋਕਾਂ ਦੇ ਮਨ ਵਿੱਚ ਜਾਏ ਔਰ ਉਹਨਾਂ ਦੇ ਮਨ ਵਿੱਚ ਵਸੇ ਤੇ ਉਹ ਹੋਰ ਜੁੜਨ ਤੇ ਹੋਰ ਗੱਲ ਨੂੰ ਸਮਝਣ ਵਿੱਚ ਅੱਛੀ ਅੱਗੇ ਵਧਣ। ਤੇ ਉਹ ਜਿੰਨਾ ਕੁਝ ਸਿੱਖਾਂਗੇ ਉਹ ਅੱਗੇ ਕੋਈ ਦੱਸਣ ਦਾ ਉਹ ਪ੍ਰਚਾਰ ਕਰਾਂਗੇ ਕਿ ਗੁਰੂਆਂ ਦੇ ਇਹਨਾਂ ਵਿੱਚ ਇਹ ਵੀ ਸੀਗਾ, ਸਿੱਖਾਂ ਦੇ ਇਹਨਾਂ ਵਿੱਚ ਇਹ ਵੀ ਸੀ। ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ। ਅੱਜ ਦੀ ਡੇਟ ਵਿੱਚ ਕੋਈ ਵੀ ਨਹੀਂ ਸਿੱਖਣ ਨੂੰ ਮਿਲ ਰਿਹਾ ਉਹਨਾਂ ਨੂੰ, ਕਿਉਂਕਿ ਉਹ ਅੰਦਰ ਵੀ ਨਹੀਂ ਜਾਂਦੇ ਤੇ ਬਾਹਰ ਕੋਈ ਬਾਣੀ ਵੀ ਨਹੀਂ ਚੱਲ ਰਹੀ ਹੁੰਦੀ। ਤੇ ਬਸ ਮੇਰਾ ਇਹ ਸੁਝਾਅ ਸੀਗਾ ਕਿ ਕਿਸੇ ਤਰ੍ਹਾਂ ਜੋ ਵੀ ਸਾਂਝਾ ਕਰਨ ਤੇ ਅੱਗੇ ਇਹ ਜੁੜ ਕੇ ਆਪਣੀ ਆਪਣੀ ਬਹੁਤ ਅੱਛਾ ਵਿਚਾਰ ਹੈ, ਬਹੁਤ ਅੱਛਾ ਵਿਚਾਰ ਹੈ, ਬਹੁਤ ਵਧੀਆ ਵਿਚਾਰ ਹੈ। ਵੀਰ ਜੀ ਇੱਕ ਸ਼ਬਦ ਦੀ ਸਕਰੀਨ ਤੇ ਸਾਂਝ ਕੀਤੀ ਗਈ ਹੈ, ਲੰਗਰ ਚਲੇ ਗੁਰ ਸ਼ਬਦ ਹਰ ਟੋਟ ਨਾ ਆਵੇ ਖਟੀਏ। ਵੀਰ ਜੀ ਸ਼ਬਦ ਦੀ ਵਿਚਾਰ ਚਾਹੁੰਦੇ ਨੇ ਵੀਰ ਜੀ। ਸੁਖਵਿੰਦਰ ਵੀਰ ਜੀ ਤੁਸੀਂ ਆਰਾਮ ਕਰੋ ਜਾਂ ਹਰਵਿੰਦਰ ਵੀਰ ਜੀ ਹੈਗੇ ਨੇ ਤੇ ਪਹਿਲੇ ਉਹ ਕਰ ਲੈਣ, ਫਿਰ ਸੁਖਵਿੰਦਰ ਵੀਰ ਜੀ ਤੁਸੀਂ ਕਰ ਲਓ। ਹਾਂਜੀ ਹਰਵਿੰਦਰ ਵੀਰ ਜੀ ਪੁਣੇ ਤੋਂ। ਇੱਥੇ ਜਿਹੜਾ ਗੁਰਬਾਣੀ ਦਾ ਜਿਹੜਾ ਮੇਨ ਸਕੂਲ ਸੀ ਨਾ, ਇੱਥੇ ਮੇਨ ਗੱਲ ਤੇ ਆਈ ਸੀ ਲੰਗਰ ਚਲੇ ਗੁਰ ਸ਼ਬਦ ਹਾਰ। ਤੋ ਇਹ ਕਹਿੰਦੇ ਨੇ ਵੀ ਇਹ ਭੋਜਨ ਅਲੱਗ ਹੈ ਭਾਈ, ਲੱਭੇ ਗੁਰ ਵਿਚਾਰ। ਇਹ ਮੇਨ ਜਿਹੜਾ ਪਰਪਸ ਆਫ ਗੁਰਦੁਆਰਾ ਸੀ ਨਾ, ਕਹਿੰਦੇ ਗੁਰੂਦੁਆਰੇ ਹੋਏ ਸੋਝੀ ਪਾਈ ਸੀ, ਇਹ ਦੁਆਰੇ ਧੋਏ ਅੱਛਾ ਹੋਏ ਸੀ। ਹੁਣ ਜਿਹੜਾ ਸ਼ਾਰੀਰਿਕ ਭੋਜਨ ਜਿਹੜਾ ਹੈ ਨਾ, ਉਹ ਤੇ ਸਾਡੀ ਲੋੜ ਹੈ, ਵੀ ਸਰੀਰ ਦੀ ਲੋੜ ਹੈ। ਤੇ ਜਿਸ ਤਰ੍ਹਾਂ ਜੇ ਬੰਦੇ ਨੇ ਉੱਥੇ ਆਣਾ ਹੈ ਅਲਟੀਮੇਟਲੀ ਉਹਨੂੰ ਜੇ ਘਰ ਇਹੀ ਸੋਚ ਹੋਵੇ ਕਿ ਘਰ ਜਾ ਕੇ ਵੀ ਰੋਟੀ ਪਕਾਣੀ ਪਏਗੀ ਤੇ ਸ਼ਾਇਦ ਮੋਸਟ ਆਫ ਦੀ ਲੇਡੀਜ਼ ਮੇ ਨਾਟ ਅਗਰੀ ਟੂ ਗੋ, ਜਾਂ ਕਹਿੰਦੇ ਜਲਦੀ ਚਲੋ ਮੈਂ ਘਰ ਜਾ ਕੇ ਵੀ ਪ੍ਰਸ਼ਾਦਾ ਵੀ ਬਣਾਉਣਾ ਹੈ। ਸੋ ਦਿਸ ਵਾਸ ਜਸਟ ਲਾਈਕ ਮਿਡ ਡੇ ਮੀਲ। ਔਰ ਇਹਦੇ ਅੰਦਰ ਵੀ ਫਿਰ ਸਿਧਾਂਤ ਜੋੜ ਦਿੱਤੇ ਗਏ, ਜੋੜੇ ਅੱਛੇ ਸਿਧਾਂਤ ਵੀ ਆਏ ਵੀ ਲੰਗਰ ਸਾਰਿਆਂ ਨੂੰ ਇੱਕੋ ਬੈਠ ਕੇ ਵੀ ਇਕੱਠਿਆਂ ਬੈਠ ਕੇ ਸਾਰਿਆਂ ਨੂੰ ਲੰਗਰ ਵਰਤਾਇਆ ਜਾਏਗਾ, ਕੋਈ ਊਚ ਨੀਚ ਦਾ ਭੇਦਭਾਵ ਨਹੀਂ ਹੋਏਗਾ। ਲੇਕਿਨ ਜਿਹੜਾ ਸਹੀ ਭੋਜਨ ਸੀ ਨਾ, ਕਹਿੰਦੇ ਨੇ ਭੁਗਤ ਗਿਆਨ, ਜਿਹੜਾ ਤੇ ਭੁਗਤ ਦਾ ਪਾਓ ਤੇਰੀ ਖੁਰਾਕ ਕੀ ਹੋਵੇ, ਜਾਂ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਜੇ ਇਹਦੇ ਅੰਦਰ ਚੱਲਣਾ ਤੇ ਲੰਗਰ ਚਲੇ ਬਾਕੀ ਜਿਹੜਾ ਸਰੀਰਕ ਭੋਜਨ ਤੇ ਅਸੀਂ ਕਰਨਾ ਹੀ ਪਏ ਆ। ਜਿਹੜੇ ਇਹ ਬੇਸਿਕ ਕੰਸੈਪਟ ਆਫ ਸਰੋਵਰ, ਬੇਸਿਕ ਕੰਸੈਪਟ ਇੱਕ ਅਸੀਂ ਵੈਸੇ ਗੁਰਬਾਣੀ ਦੀ ਪੰਕਤੀ ਨਹੀਂ ਹੈ, ਪਰ ਇੱਕ ਅਸੀਂ ਆਮ ਤੌਰ ਤੇ ਕਹਿੰਦੇ ਆ ਵੀ ਪਹਿਲਾ ਪੰਗਤ ਪਾਛੇ ਸੰਗਤ। ਵੀ ਸਿਧਾਂਤ ਹੁੰਦਾ ਸੀ ਕਿ ਪਹਿਲਾ ਬੰਦਾ ਆ ਕੇ ਪਹਿਲਾਂ ਪੰਗਤ ਵਿੱਚ ਬਹਿ, ਬਈ ਜੇ ਤੂੰ ਹਜੇ ਵੀ ਹੈ ਊਚ ਨੀਚ ਦੇ ਭੇਦਭਾਵ ਤੋਂ ਉੱਤੇ ਨਹੀਂ ਉੱਠ ਪਾਇਆ ਨਾ, ਕਹਿੰਦੇ ਫਿਰ ਤੇਰਾ ਅੰਦਰ ਜਾ ਕੇ ਕੋਈ ਫਾਇਦਾ ਨਹੀਂ। ਤੂੰ ਪਹਿਲਾਂ ਆਪਣੇ ਆਪ ਨੂੰ ਊਚ ਨੀਚ ਦੇ ਭੇਦਭਾਵ ਤੋਂ ਦੂਰ ਕਰ। ਲੇਕਿਨ ਜਿਹੜਾ ਅਸਲੀ ਜੋ ਖੁਰਾਕ ਹੈ ਨਾ, ਉਹ ਤੇ ਲੰਗਰ ਚਲੇ ਗੁਰ ਸ਼ਬਦ ਦੀ ਹੀ ਹੈ, ਉਹ ਮੇਨ ਖੁਰਾਕ ਹੈ। ਔਰ ਇਹ ਭੋਜਨ ਅਲੱਗ ਹੈ ਭਾਈ, ਜਿਹੜਾ ਇਹ ਵਾਲਾ ਭੋਜਨ ਹੈ ਨਾ, ਉਹ ਜਿਹੜਾ ਵੀ ਉਹ ਕਿਤੇ ਸਿਰਫ ਗੁਰੂ ਦੀ ਵਿਚਾਰਧਾਰਾ ਦੇ ਨਾਲ ਹੀ ਖਾਣ ਨੂੰ ਮਿਲ ਸਕਦਾ ਹੈ। ਇਹ ਤੇ ਸਾਧਨ ਹੈ। ਔਰ ਵੀ ਸ਼ੁਡ ਟਰਾਈ। ਜੇਕਰ ਵੀਰ ਜੀ ਕਹਿ ਰਹੇ ਨਾ, ਸਾਡਾ ਹਰ ਇੱਕ ਦੇਖੋ, ਜਿੱਥੇ ਤੁਹਾਡੇ ਘਰ ਵੀ ਤੁਹਾਡੀ ਗੱਲ ਚੱਲਦੀ ਹੈ, ਮੇਰੇ ਘਰ ਵਿੱਚ ਮੇਰੀ ਮਰਜ਼ੀ ਚੱਲੇਗੀ। ਕਈ ਘਰਾਂ ਵਿੱਚ ਕਹਿੰਦੇ ਨੇ ਸ਼ੂਜ਼ ਬਾਹਰ ਲਾ ਕੇ ਆਓ, ਕਈ ਘਰਾਂ ਵਿੱਚ ਕਹਿੰਦੇ ਨੇ ਇਸ ਤਰੀਕੇ ਨਾਲ ਨਹੀਂ ਬਹਿਣਾ। ਜਿਹਦਾ ਘਰ ਹੋਵੇ ਗੱਲ ਉਹਦੀ ਚੱਲਦੀ ਹੁੰਦੀ ਹੈ। ਹੁਣ ਜੇ ਗੁਰੂ ਦਾ ਘਰ ਹੋਵੇ ਨਾ, ਉਹਦੇ ਅੰਦਰ ਹਰ ਕੀਤੇ ਹੋਏ ਕਰਮ ਦੇ ਨਾਲ ਵੀ ਸ਼ੁਡ ਟਰਾਈ ਕਿ ਗੁਰਮਤ ਦੇ ਸਿਧਾਂਤ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਕਿਵੇਂ ਹੋ ਸਕਦਾ। ਤੇ ਜੇ ਉਹ ਲੰਗਰ ਜਿੱਥੇ ਲੰਗਰ ਪਕਦਾ ਪਿਆ ਉੱਥੇ ਵੀ ਕੀਰਤਨ ਦੇ ਸਪੀਕਰ ਹੋਣੇ ਚਾਹੀਦੇ ਨੇ, ਜਿੱਥੇ ਲੰਗਰ ਛਕਿੰਦਾ ਪਿਆ। ਵਾਟ ਇਜ਼ ਹਾਰਮ? ਇਹਦੇ ਘਰ ਹੀ ਗੁਰੂ ਦਾ ਹੈ ਨਾ, ਇਹਦੇ ਤੇ ਪੈਸਾ ਸਾਰਾ ਗੁਰੂ ਦਾ ਲੱਗਿਆ ਹੋਇਆ ਹੈ। ਤੇ ਗੁਰੂ ਦੇ ਸਿਧਾਂਤ ਦੇ ਵਿਚਾਰ, ਕਈ ਬੰਦਾ ਮੈਂ ਚਲੋ ਠੀਕ ਹੈ ਕਿਸੇ ਕੋਲ ਨਹੀਂ ਟਾਈਮ, ਉੱਥੇ ਬਹਿ ਕੇ ਕੋਈ ਵਿਚਾਰ ਸੁਣ ਲਵੇ ਨਾ। ਹੁਣ ਅਸੀਂ ਜਿੱਥੇ ਬੈਠੇ ਹੋਏ ਹਾਂ, ਅਸੀਂ ਕੋਈ ਕਿਤੇ ਘਰ ਬੈਠਿਆ ਹੈ, ਕੋਈ ਦੁਕਾਨ ਤੇ ਬੈਠਿਆ ਹੋਇਆ ਹੈ, ਜੇ ਅਜੇ ਵਿਚਾਰ ਨਾਲ ਜੁੜਨੇ ਪੈਂਦੇ ਕਿਹੜੀ ਮਾੜੀ ਗੱਲ ਹੈ।
ਤੇ ਅਸੀਂ ਕਹਿੰਦੇ ਸਾਰਾ ਜਿਤਨੇ ਘਰ ਬਰਥਡੇ ਵੇ ਬੰਦਾ ਗੁਰਮਤ ਗੁਰਬਾਣੀ ਨਾਲ ਜੁੜੇ, ਘਰ ਕੋਈ ਸੁੱਖ ਦੁੱਖ ਜੋ ਮਰਜ਼ੀ ਹੋ ਜਾਵੇ, ਤੁਸੀਂ ਕੋਈ ਗੁਰਪੁਰਬ ਮਨਾਣਾ ਹੈ, ਕਰਨੇ ਕੀ ਅਸੀਂ ਕੰਮ ਇੱਕੋ ਕਰਨੇ ਵੀ ਨਾਨਕ ਕੇ ਕਰ ਕੇਵਲ ਨਾਮ। ਇਸ ਘਰ ਵਿੱਚ ਤੇ ਕਿਸੇ ਕਰਮ ਕਾਂਡ ਦੀ ਕੋਈ ਥਾਂ ਹੈ ਹੀ ਨਹੀਂ। ਇਸ ਘਰ ਵਿੱਚ ਤੇ ਕੇਵਲ ਗੁਰਮਤ ਦੇ ਸਿਧਾਂਤ ਨਾਲ ਜੁੜਨ ਵਾਲੀ ਹੀ ਗੱਲ ਹੈ। ਤੇ ਮੇਰੇ ਖਿਆਲ ਹਰ ਉਹ ਸਾਧਨ, ਹਰ ਉਹ ਹੀਲਾ ਵਸ਼ੀਲਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਕਿਸੇ ਬੰਦੇ ਦੇ, ਮੈਂ ਤਾਂ ਕਹਿੰਦਾ ਇਵਨ ਲੈਂਗੁਏਜ ਨੂੰ ਬਹੁਤ ਅਸੀਂ ਬੈਰੀਅਰ ਬਣਾ ਲੈਂਦੇ ਹਾਂ। ਅਸੀਂ ਕਈ ਵਾਰ ਵੀ ਉਹ ਬੰਦਾ ਆਂਦਾ ਪਹਿਲਾ ਸਿਰ ਟੱਕ ਠੀਕ ਹੈ ਸਾਡੀ ਇੱਕ ਸਾਡਾ ਨਾਮ ਹੈ ਇੱਥੇ ਦਾ, ਬਟ ਅਸੀਂ ਕਈ ਵਾਰ ਬਹੁਤ ਡਾਢੇ ਹੋ ਕੇ ਉਹਨਾਂ ਦੇ ਪੈ ਜਾਂਦੇ ਹਾਂ। ਮੌਕਾ ਬਹੁਤ ਅਸੀਂ ਕਹਿੰਦੇ ਵੀ ਅਸੀਂ ਜਿਹਨਾਂ ਨੂੰ ਕਹਿੰਦੇ ਵੀ ਕਿ ਨੌਨ ਸਿੱਖ ਆਇਆ ਹੈ, ਵੀ ਕੈਨ ਇਵਨ ਕੰਸੀਡਰ them to be potential ਸਿੱਖਸ, ਕਿ ਬਈ ਅਸੀਂ ਉਹਨੂੰ ਘ੍ਰਿਣਾ ਦੀ ਨਜ਼ਰ ਨਾਲ ਨਾ ਦੇਖੀ। ਉਹਨੂੰ ਨਹੀਂ ਪਤਾ ਸੀ ਬਾਬਾ ਉਹ ਤੇ ਅੱਜ ਪਹਿਲੀ ਵਾਰ ਆਇਆ ਹੈ, ਉਹਨੂੰ ਨਹੀਂ ਪਤਾ ਸੀ, ਉਹਨੂੰ ਐਟੀਕੇਟਸ ਦਾ ਨਹੀਂ ਪਤਾ, ਉਹਨੂੰ ਉਹਦੇ ਪਿੱਛੇ ਨਾ ਪੈ ਜਾਈਏ, ਉਹਨੂੰ ਗੱਲ ਸਮਝਾਈਏ, ਉਹਨੂੰ ਹੀ ਕਹਿਣ ਵੀ ਅੱਜ ਕੋ ਹੋਏ ਨੇ ਅੱਜ ਸਾਡੇ ਕੌਮ ਦੇ ਅਸੀਂ ਦਰਪਣ ਪੜ੍ਹਨੇ ਪਏ ਆ। ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਨੇ ਉਹ ਕਹਿੰਦੇ ਨੇ ਹੀ ਵਾਸ ਨਾਟ ਫਰੋਮ ਅ ਸਿੱਖ ਬੈਕਗਰਾਉਂਡ। ਕਿਤੇ ਨਾ ਕਿਤੇ ਬਾਣੀ ਵਾਸਤੇ ਪਿਆਰ ਪੈ ਸਭ ਤੋਂ ਵੱਡਾ ਖਜ਼ਾਨਾ ਸੀ, ਜਿਹਨੂੰ ਕਹਿੰਦੇ ਵਨ ਆਫ ਦੀ ਮੋਸਟ ਆਥੈਂਟਿਕੇਟ ਖਜ਼ਾਨਾ ਜਿਹੜਾ ਹੈ, ਅਸੀਂ ਦਰਪਣ ਪੜ੍ਹਨੇ ਪਏ ਆ ਉਹਨਾਂ ਨੂੰ। ਤੇ ਹਰ ਸਾਡੇ ਜੀਵਨ ਦਾ ਹਰ ਕਰਮ ਜਿਹੜਾ ਹੈ ਨਾ, ਵੀ ਸ਼ੁਡ ਟਰਾਈ ਗੁਰਦੁਆਰੇ ਤੇ ਚੱਲਣੀ ਗੁਰੂ ਦੀ ਚਾਹੀਦੀ। ਗੁਰੂ ਨੂੰ ਪੁੱਛੋ ਜਿੱਥੇ ਤੇ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ, ਵੀ ਗੁਰੂ ਤੇ ਵੰਦੀ ਵਾਹਿਗੁਰੂ ਕਰੀ ਜਾਓ। ਜਿੱਥੇ ਕਿਤੇ ਗੁਰਮਤ ਦੇ ਸਿਧਾਂਤਾਂ ਦੀ ਗੱਲ ਕਰਨੀ ਚਾਹੀਦੀ ਹੈ, ਕਰਨੀ ਹੀ ਚਾਹੀਦੀ। ਹਾਂਜੀ हरविंदर वीर जी, आप जी ने बड़ी खूबसूरत गल आप जी ने की है, जो बिल्कुल सच्चाई का रूप है कि घर जिदा है ना हुक्म उसी का चलना चाहिए। अखर जेड़े है ना, मेरे ख्याल हर गुरुद्वारे दे विच वड्डे हर गुरुद्वारे विच लिखे होने चाहिए कि घर गुरु नानक दा या घर रब दा ते हुक्म रब दा ही चलेगा, सिद्धांत उहियो चलेगा ਜਿਹੜੇ ਅਸੀਂ ਅਕਸਰ ਭੁੱਲ ਜਾਂਦੇ ਹਾਂ। ਸਾਨੂੰ ਜਿੰਨਾ ਉਹਦਾ ਮਿਲ ਜਾਂਦਾ ਨਾ ਗੁਰਦੁਆਰੇ ਦੇ ਵਿੱਚ ਵੀ, ਕੋਈ ਵੀ ਪ੍ਰਧਾਨ ਬਣ ਜਾਏ, ਕੋਈ ਵੀ ਅਸੀਂ ਈਵਨ ਇੱਧਰ ਤੱਕ ਕਿ ਜੋੜੇ ਘਰ ਦਾ ਵੀ ਕੋਈ ਹੈਗਾ ਜਾਂ ਕੋਈ ਲੰਗਰ ਦਾ ਪ੍ਰਧਾਨ ਹੈ, ਤੇ ਉਹ ਉੱਥੇ ਦੀ ਪ੍ਰਧਾਨਗੀ ਆਪਣੀ ਮਨ ਮੁਤਾਬਿਕ ਕਰਨ ਲੱਗ ਪੈਂਦਾ ਹੈਗਾ। ਉਹ ਇਹ ਭੁੱਲ ਜਾਂਦਾ ਕਿ ਮੈਂ ਸੇਵਾਦਾਰ ਹਾਂ, ਇੱਥੇ ਮੱਤ ਜਿਹੜੀ ਗੁਰੂ ਦੀ ਚੱਲਣੀ ਚਾਹੀਦੀ ਹੈ। ਇਹ ਜਿਹੜਾ ਪੁਆਇੰਟ ਹੈ ਨਾ, ਮੇਰੇ ਖਿਆਲ ਹਰ ਗੁਰਦੁਆਰੇ ਵਿੱਚ ਵੱਡਾ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਗੁਰੂ ਦਾ ਘਰ ਹੈ ਤੇ ਹੁਕਮ ਗੁਰੂ ਦਾ ਵਰਤਣਾ ਚਾਹੀਦਾ ਹੈ। ਸਤਿਗੁਰੂ ਜੀ ਆਪ ਜੀ ਗੱਲ ਬਹੁਤ ਵਧੀਆ ਕਹਿ ਰਹੇ ਹੋ। ਔਰ ਪ੍ਰੈਕਟੀਕਲ ਪ੍ਰੋਬਲਮ ਇਹ ਆਉਂਦੀ ਹੈ ਕਿ ਸੰਗਤ ਨੂੰ ਇਹ ਕੇਂਦਰਿਤ ਕਰਾਇਆ ਜਾਏ ਕਿ ਗੁਰੂ ਦੀ ਮੱਤ ਕਿਹੜੀ ਹੈ ਤੇ ਤੁਹਾਡੇ ਮਰਿਆਦਾਵਾਂ ਜਿਹੜੀਆਂ ਬਣਾਤੀਆਂ ਤੁਸੀਂ ਉਹਨਾਂ ਫਰਕ ਤੇ ਦੱਸਣਾ ਪੈਣਾ ਸੰਗਤ ਨੂੰ। ਬਿਲਕੁਲ ਸੰਗਤ ਦੇ ਫਰਕ ਨੂੰ ਹੀ ਮੰਨ ਕੇ ਰਾਜੀ ਨਹੀਂ ਹੈ। ਸੰਗਤ ਗੁਰੂ ਦੇ ਸਿਧਾਂਤ ਨੂੰ ਤੇ ਪਿੱਛੇ ਕਰ ਦਿੱਤਾ, ਰਹਿਤ ਮਰਿਆਦਾ ਨੂੰ ਉੱਤੇ ਕਰ ਦਿੱਤਾ, ਆਪਣੀਆਂ ਬਣਾਈਆਂ ਮਰਿਆਦਾਵਾਂ ਨੂੰ ਉੱਤੇ ਕਰ ਦਿੱਤਾ। ਪਹਿਲੇ ਤੇ ਉਹ ਭ੍ਰਾਂਤੀਆਂ ਤੋੜਦੀਆਂ ਪੈਣਗੀਆਂ ਨਾ ਵੀਰ ਜੀ। ਬਿਲਕੁਲ ਉਹੀਓ ਡਿਸਕਸ਼ਨ ਗੁਰਪ੍ਰੀਤ ਜੀ, ਰੋਜ਼ਾਨਾ ਉਹੀਓ ਡਿਸਕਸ਼ਨਸ ਹੋ ਰਹੀਆਂ ਨੇ ਇੱਧਰ, ਸਹਿਜੇ ਉਹੀਓ ਗੱਲਾਂ ਜਿਹੜੀਆਂ ਹੈਗੀਆਂ ਖੁੱਲ ਕੇ ਸਭ। ਹੁਣ ਇਹ ਸਾਰੀ ਗੱਲ ਸਾਰਿਆਂ ਦਾ ਮਨ ਬਣ ਚੁੱਕਾ ਹੈ ਸੱਚ ਦੇ ਨਾਲ। ਮੇਰੇ ਖਿਆਲ ਨਾਲ ਸਾਰੇ ਹੀ ਸੱਚ ਦੀ ਮੱਤ ਨਾਲ ਦ੍ਰਿੜ ਹੋ ਚੁੱਕੇ ਹਨ। ਇਸ ਬਾਬਤ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ। ਭੁਪਿੰਦਰ ਵੀਰ ਜੀ ਸੁਣ ਰਹੇ ਨੇ, ਮੈਂ ਇੱਕ ਮਿੰਟ, ਅੱਜ ਵੀ ਇੱਕ ਸ਼ਬਦ ਆਇਆ ਸੀਗਾ, ਸਰਕਾਰ ਕਰਕੇ ਆਇਆ ਸੀਗਾ। ਹੁਣ ਸਰਕਾਰ ਦਾ ਨਿਯਮ ਜਿਹੜਾ ਹੈਗਾ, ਉਹ ਬਣਾਇਆ ਹੋਇਆ ਨਿਯਮ ਉਸ ਦੇਸ਼ ਵਿੱਚ ਚੱਲਦਾ ਹੈ ਜੋ ਸਰਕਾਰ ਨੇ ਨਿਯਮ ਬਣਾ ਦਿੱਤੇ ਹੋਣ। ਜੇ ਕੋਈ ਹੋਰ ਕਿਤਾਬ ਵਿੱਚ ਕੋਈ ਹੋਰ ਨਿਯਮ ਬਣਾ ਕੇ ਕੋਈ ਆਦਮੀ ਉਸ ਮੁਤਾਬਿਕ ਚੱਲਣਾ ਸ਼ੁਰੂ ਕਰ ਦਵੇ ਤੇ ਉਹ ਸਰਕਾਰ ਦਾ ਨਿਯਮ ਤੋਂ ਉਲਟ ਨਿਯਮ ਹੋਣ ਔਰ ਉਹ ਕਵੇ ਕਿ ਮੇਰਾ ਚਲਾਨ ਨਹੀਂ ਕੱਟਿਆ ਜਾਏਗਾ, ਤੇ ਇਸ ਤਰ੍ਹਾਂ ਨਹੀਂ ਹੈ। ਜਿਹੜੀ ਸਰਕਾਰ ਹੈ ਉਹਦਾ ਨਿਯਮ ਜਿਹੜਾ ਹੈਗਾ ਉਸੀ ਮੁਤਾਬਕ ਹੀ ਕਾਰ ਵਿਹਾਰ ਹੋਣੇ, ਤੇ ਉਹ ਨਿਯਮ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਭਾਵੇਂ ਕੋਈ ਹੋਰ ਨਿਯਮ ਫੋਲੋ ਕਰਨੇ ਸ਼ੁਰੂ ਕਰ ਦਈਏ, ਉਹ ਅਸੀਂ ਆਪਣਾ ਹੀ ਜੀਵਨ ਖਰਾਬ ਕਰ ਰਹੇ ਹੈਗੇ, ਹੋਰ ਕੁਝ ਨਹੀਂ ਕਰ ਰਹੇ ਹੈਗੇ, ਤੇ ਅਸੀਂ ਭੁਲੇਖੇ ਵਿੱਚ ਹੀ ਪੈ ਰਹੇ ਹਾਂ, ਹੋਰ ਕੁਝ ਨਹੀਂ ਕਰ ਰਹੇ। ਜੀ ਤਜਿੰਦਰ ਵੀਰ ਜੀ। ਵੀਰ ਜੀ ਸਮਾਂ ਹੋ ਗਿਆ, 2 ਕੁਐਸਚਨਸ ਰਹਿੰਦੇ ਨੇ, ਕੱਲ ਲੈ ਲਾਂਗੇ ਵੀਰ ਜੀ ਕਿਉਂਕਿ ਸਮਾਂ ਹੋ ਗਿਆ ਹੈ। ਫਤਿਹ ਦੀ ਸਾਂਝ ਕਰ ਲਈਏ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਵੀਰ ਜੀ ਮੈਂ ਸ਼ੇਅਰਿੰਗ ਕਰਨਾ ਚਾਹਨਾ 1 ਮਿੰਟ ਦੀ। ਵੀਰ ਜੀ ਰਿਕੁਐਸਟ ਹੈ ਕਿ 2 ਕੁਐਸਚਨਸ ਪੈਂਡਿੰਗ ਨੇ, ਅਗਰ ਤੁਹਾਡੀ ਸ਼ੇਅਰਿੰਗ ਲੈ ਲਾਂਗੇ ਤੇ ਉਹ ਵੀਰ ਜੀ ਸ਼ਾਇਦ ਨਾਰਾਜ਼ ਨਾ ਹੋ ਜਾਣ। 1 ਮਿੰਟ ਦੀ ਸ਼ੇਅਰਿੰਗ ਹੈ, ਬਹੁਤ ਇੰਪੋਰਟੈਂਟ ਹੈ। ਹਾਂਜੀ ਜੀ ਵੀਰ ਜੀ ਕਰੋ ਪਲੀਜ਼। ਹਾਂਜੀ ਕੋਈ ਗੱਲ। ਵੀਰ ਜੀ ਦੇਖੋ, ਮੈਂ ਇੱਕ ਨਿਮਾਣੀ ਬੁੱਧੀ ਹਾਂ, ਮੇਰੇ ਵਿੱਚ ਬਹੁਤਾ ਦਿਮਾਗ ਨਹੀਂ, ਬਹੁਤੀ ਗੁਰਬਾਣੀ ਦੀ ਸੋਝੀ ਨਹੀਂ।
ਤੇ ਇਸ ਕਰਕੇ ਮੈਂ ਇਸ ਕਲਾਸ ਵਿੱਚ ਨਾ ਸਿੱਖਣ ਲਈ ਆਉਂਦਾ, ਕਿਉਂਕਿ ਪ੍ਰਚਾਰ ਤੇ ਬਹੁਤ ਸਾਰਾ ਅਵੇਲੇਬਲ ਹੈ, YouTube ਤੇ ਵੀ ਅਵੇਲੇਬਲ ਹੈ, ਇਵਨ ਗੁਰਬਾਣੀ ਸਰਚਰ ਤੇ ਵੀ ਬਹੁਤ ਸਾਰੇ ਅਰਥ ਨੇ, ਤੇ ਬਹੁਤ ਸਾਰੇ ਵਿਦਵਾਨ ਸੱਜਣ ਮੇਰੇ ਵੱਡੇ ਭਰਾ ਇਹਦੇ ਚ ਆ ਕੇ ਨਾ ਬੋਲਦੇ ਨੇ, ਉਹ ਸਾਨੂੰ ਦੱਸਦੇ ਨੇ। ਪਰ ਬੇਨਤੀ ਮੇਰੀ ਸਭ ਤੋਂ ਜ਼ਰੂਰੀ ਜੋ ਇਹ ਹੈ ਨਾ, ਕਿ ਜਦ ਵੀ ਕੋਈ ਕੁਐਸਚਨ ਆਂਦਾ ਜਾਂ ਕੋਈ ਵੀ ਵਿਚਾਰ ਹੋ ਰਹੀ ਹੈ ਨਾ, ਤੇ ਉਹ ਸ਼ਬਦ ਦੇ ਉੱਤੇ ਹੀ ਰਿਹਾ ਜਾਏ, ਨਹੀਂ ਤੇ ਬਹੁਤ ਸਾਰੀ ਪੰਕਤੀ ਆ ਕੇ ਨਾ ਵੀਰ ਜੀ ਕੰਫਿਊਜ਼ ਕਰ ਦਿੰਦੀਆਂ ਨੇ। ਜਿਵੇਂ ਲੰਗਰ ਚਲੇ ਗੁਰ ਸ਼ਬਦ ਹਾਰ, ਟੋਟ ਨਾ ਆਵੀ ਖੱਟੀ ਹੈ, ਇਹ ਪੰਕਤੀ ਦੀ ਵਿਚਾਰ ਕੀਤੀ ਗਈ। ਉਸ ਤੋਂ ਬਾਅਦ ਖਰਚੇ ਦਿੱਤ ਖਸਮ ਦੀ, ਆਪ ਖੈਦੀ ਖੈਰ ਦੁਵੱਟੀ ਹੈ, ਇਹਦੇ ਤੇ ਫਿਰ ਕੁਐਸਚਨ ਮਾਰਕ ਆ ਗਿਆ ਕਿ ਉਧਰੋਂ ਚਲਾ ਗਿਆ ਮੈਂ, ਕੰਟੈਕਸਟ ਮੈਨੂੰ ਵੀਰ ਜੀ ਪੂਰਾ ਕਲੀਅਰ ਨਹੀਂ ਹੋਇਆ। ਤੇ ਮੈਂ ਆਪਣੇ ਸਾਰੇ ਵੱਡੇ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇਹ ਜੋ ਬਾਣੀ ਦੀ ਇੱਧਰ ਵਿਚਾਰ ਹੈ, ਉਹ ਆਪਣੇ ਜੀਵਨ ਵਿੱਚ ਉਸ ਬਾਣੀ ਨੂੰ ਕਿਵੇਂ ਕਮਾ ਰਹੇ ਨੇ, ਕਿਵੇਂ ਅਪਲਾਈ ਕਰ ਰਹੇ ਨੇ, ਉਹ ਸ਼ੇਅਰਿੰਗ ਕਰਨ ਤਾਂ ਕਿ ਅਸੀਂ ਸਮਝ ਸਕੀਏ। ਨਹੀਂ ਤੇ ਪੰਕਤੀਆਂ ਵੀਰ ਜੀ ਦੇਖੋ, ਮੈਨੂੰ ਇੰਗਲਿਸ਼ ਆਂਦੀ ਹੈ, ਪੰਜਾਬੀ ਆਂਦੀ ਹੈ, ਐਵੇਂ ਸਾਰਿਆਂ ਭਰਾਵਾਂ ਵੀਰਾਂ ਨੂੰ ਆਂਦੀ ਹੈ, ਅਸੀਂ ਉਹਨੂੰ ਪੜ੍ਹ ਸਕਦੇ ਹਾਂ ਗੁਰਬਾਣੀ ਰਿਸਰਚਰ ਵਿੱਚ ਵੀ। ਸਾਡੇ ਨਾਲ ਕੀ ਹੁੰਦਾ, ਮੇਰੇ ਨਾਲ ਕੀ ਹੋ ਰਿਹਾ, ਟੂ ਬੀ ਓਨੈਸਟ, ਕਿ ਬਹੁਤ ਸਾਰੀ ਪੰਕਤੀਆਂ ਆ ਜਾਂਦੀਆਂ ਨੇ ਇੱਕੋ ਵਿਚਾਰਧਾਰਾ ਤੇ, ਫਿਰ ਉਹ ਨਾ ਮੈਨੂੰ ਕਨਫਿਊਜ਼ ਕਰ ਦਿੰਦੀਆਂ ਨੇ, ਤੇ ਮੈਂ ਪੰਕਤੀਆਂ ਵਿੱਚ ਉਲਝ ਜਾਂਦਾ। ਤੇ ਮੈਂ ਚਾਹੁੰਦਾ ਪੰਕਤੀਆਂ ਵਿੱਚ ਨਾ ਉਲਝ ਕੇ ਨਾ, ਪੰਕਤੀਆਂ ਦਾ ਭਾਵ ਅਰਥ ਸਾਨੂੰ ਕਿਵੇਂ ਜੀਵਨ ਵਿੱਚ ਅਪਲਾਈ ਕਰਨਾ ਹੈ, ਉਹ ਸ਼ੇਅਰ ਕੀਤਾ ਜਾਵੇ, ਕਿਉਂਕਿ ਮੇਰੇ ਮਨ ਦੀ ਜੋ ਉਲਝਣ ਹੈ ਉਹਨੂੰ ਨਿਕਾਲ ਸਕਾਂ ਮੈਂ ਗੁਰਬਾਣੀ ਦੀ ਓਟ ਲੈ ਕੇ। ਇਹ ਮੇਰੀ ਬੇਨਤੀ ਹੈ ਵੀਰ ਜੀ ਸਾਰੇ ਵੱਡੇ ਵੀਰਾਂ ਨੂੰ, ਕਿ ਇੱਕ ਤੇ ਥੋੜਾ ਸਲੋਲੀ ਔਰ ਪੰਕਤੀਆਂ ਘੱਟ, ਔਰ ਜੋ ਉਸ ਸ਼ਬਦ ਦੀ ਹੈ ਉਹਦੇ ਤੇ ਹੀ ਰਹਿ ਕੇ ਉਹਦੇ ਤੇ ਵਾਪਸ ਆ ਕੇ ਉਹਦੇ ਬਾਬਤ ਗੱਲ ਹੋਵੇ। ਬੇਨਤੀ, ਜੇ ਕੁਝ ਅੱਧ ਘੱਟ ਬੋਲਿਆ ਤੇ ਮਾਫ ਕਰਨਾ ਵੀਰ ਜੀ। ਜੀ ਸੁਪ੍ਰੀਤ ਜੀ, ਆਪ ਜੀ ਨੇ ਬਹੁਤ अच्छी गल की है, जरूर इस बाबत जरूर ध्यान दिता जाएगा। रिलेटेड पंक्तियां कई बारी होंदियां ते ਉਹ ਦ੍ਰਿੜ ਕਰਾਉਂਦੀਆਂ ਕਿ ਇਹ ਫਲਾਣੀ ਜਗ੍ਹਾ ਤੇ ਵੀ ਗੁਰੂ ਸਾਹਿਬ ਨੇ ਇਸ ਮੁਤਾਬਿਕ ਕੀਤੀ ਗਈ ਹੈ। ਉਹਦੇ ਨਾਲ ਗੱਲ ਥੋੜੀ ਜਿਹੀ ਜ਼ਿਆਦਾ ਕਲੀਅਰ ਹੋ ਜਾਂਦੀ ਹੈ। ਜਿਹੜੇ ਵੀਰ ਯੂਜ਼ ਕਰਦੇ ਹਨ ਉਸਦਾ ਉਹਨਾਂ ਦਾ ਮਕਸਦ ਕੇਵਲ ਇਹੀ ਹੁੰਦਾ ਹੈਗਾ। ਬਾਕੀ ਜੀ ਵੀਰ ਜੀ ਰਿਕੁਐਸਟ ਹੈ, ਸਤਬੀਰ ਵੀਰ ਜੀ ਰਿਕੁਐਸਟ ਹੈ ਕਿ ਜਿਹੜੇ ਪੰਕਤੀ ਯੂਜ਼ ਕਰਦੇ ਨੇ ਔਰ ਵੀ ਜੀ ਉਹਨਾਂ ਨੂੰ ਅਸੀਂ ਨਾ ਰੋਕ ਸਕਦੇ ਹਾਂ, ਨਾ ਰੋਕਣ ਦੀ ਲੋੜ ਹੈ, ਕਿਉਂਕਿ ਕਈਆਂ ਨੂੰ ਵੀ ਜੀ ਉਹ ਪੰਕਤੀਆਂ ਦੇ ਆਧਾਰ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੇ ਵੀ ਜੀ ਉਹ ਪਹਿਲੇ ਵੀ ਜ਼ਿਕਰ ਹੋ ਚੁੱਕਾ ਹੈ ਕਿ ਇਸ ਕਲਾਸ ਵਿੱਚ ਨਰਸਰੀ ਤੋਂ ਲੈ ਕੇ ਮੇਰੇ ਵਰਗੇ ਫਸਟ ਕਲਾਸ ਦੇ ਬੱਚੇ ਤੋਂ ਲੈ ਕੇ PhD ਲੈਵਲ ਤੱਕ ਦੇ ਬੈਠੇ ਨੇ, ਤੇ ਸਭ ਲੈਵਲ ਦੀ ਵੀ ਜੀ ਹੈਗੀ ਹੈ ਸੰਗਤੀ ਰੂਪ ਵਿੱਚ ਪੰਕਤੀਆਂ ਯੂਜ਼ ਹੋ ਰਹੀਆਂ ਨੇ। ਤੇ ਵੀ ਜੀ ਅਸੀਂ ਕਿਸੇ ਨੂੰ ਵੀ ਕਾਂਟ ਕੰਡੈਮ them, ਵੀ ਕਾਂਟ ਸੇ them ਕਿ ਤੁਸੀਂ ਵੀ ਜੀ ਪੰਕਤੀ ਥੋੜੀ ਘੱਟ ਯੂਜ਼ ਕਰੋ। ਵੀ ਜੀ ਜਿਸ ਦੀ ਜਿੰਨੀ ਸੋਚੀ ਹੈਗੀ ਉਹ ਉਸ ਬਾਬਤ ਵਿਚਾਰ ਕਰ ਰਹੇ ਹੈ। ਇਹ ਸਾਡੀ ਇੱਛਾ ਹੈ ਵੀ ਜੀ ਅਸੀਂ ਜਿੰਨੀ ਜੋ ਅੱਛੀ ਲੱਗਦੀ ਵਿਚਾਰ ਉਹ ਰੱਖ ਲੈ ਵੀ ਜੀ। ਜੀ ਵੀ ਜੀ ਬੇਨਤੀ ਐਡ ਆਨ ਕਰਨਾ ਚਾਹਾਂਗਾ ਜੀ ਵੀ ਜੀ ਕਿ ਮੈਂ ਪੰਕਤੀ ਇਸਤੇਮਾਲ ਕਰਨ ਤੋਂ ਜਾਂ ਕਿਧਰੋਂ ਹੋਰ ਉਦਾਹਰਣ ਦੇਣ ਤੋਂ ਮਨਾ ਨਹੀਂ ਕਰ ਰਿਹਾ। ਕਿ ਸੇਮ ਪੰਕਤੀ ਦਾ ਉਦਾਹਰਣ ਦੂਜੀ ਜਗ੍ਹਾ ਉਹ ਸਪਸ਼ਟ ਕਰ ਦਿੰਦਾ ਉਹਦਾ ਕੀ ਅਰਥ ਹੈ। ਇਹ ਅਸੀਂ ਭੁਪਿੰਦਰ ਵੀਰ ਜੀ ਤੋਂ ਵੀ ਸਿੱਖਿਆ ਹੈ। ਠੀਕ ਹੈ ਜੀ। ਬੇਨਤੀ ਹੈ ਵੀਰ ਜੀ ਕਿ ਉਸ ਨੂੰ ਆਪਣੇ ਉੱਤੇ ਅਪਲਾਈ ਕਿਵੇਂ ਕਰਦੇ ਨੇ ਆਪਣੇ ਜੀਵਨ ਵਿੱਚ, ਉਹ ਐਗਜ਼ਾਮਪਲ ਨਾਲ ਸਾਨੂੰ ਸ਼ੇਅਰ ਕਰਨ, ਇਹ ਬੇਨਤੀ ਹੈ। ਠੀਕ ਹੈ ਵੀਰ ਜੀ, ਓਕੇ ਜੀ ਰਾਈਟ, ਕਲੀਅਰ ਹੋ ਗਿਆ ਵੀਰ ਜੀ। ਜੀ 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 ਵੀਰ ਜੀ ਯਾ ਵੀਰ ਜੀ ਮੈਂ ਰਿਕਾਰਡਿੰਗ ਰੋਕ ਲਾ ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।